ਵੈਲਕਮ ਟੂ ਵਿਕਟਰਸ ਨੌਲੇਜ। ਦਿਸ ਇਜ਼ ਚੀਨੂ ਸ਼ਰਮਾ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੀ ਹਾਂ। ਸੋ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਪੰਜਾਬ ਦੇ ਬਜਟ ਨੂੰ ਪੂਰੀ ਡੀਪਲੀ ਡਿਸਕਸ ਕੀਤਾ ਸੀ। ਸੋ ਹੁਣ ਅੱਜ ਮੈਂ ਤੁਹਾਡੇ ਲਈ ਪੰਜਾਬ ਦਾ ਜਿਹੜਾ ਲੇਟੈਸਟ 2020-21 ਦਾ ਇਕਨੋਮਿਕ ਸਰਵੇ ਹੈ ਉਹ ਲੈ ਕੇ ਆਈ ਹਾਂ। ਤੇ ਜਦੋਂ ਵੀ ਆਪਾਂ ਪੰਜਾਬ ਇਕਨੋਮੀ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਜੀਕੇ ਕਰੰਟ ਅਫੇਅਰ ਤਾਂ ਇਕਨੋਮਿਕ ਸਰਵੇ ਤੇ ਬਜਟ ਦੋਨਾਂ ਦੇ ਵਿੱਚੋਂ ਹੀ ਮੈਕਸਿਮਮ ਕੁਐਸਚਨਸ ਦੇਖੇ ਜਾਂਦੇ ਨੇ, ਕਿਉਂਕਿ ਜਿਹੜਾ ਇਕਨੋਮਿਕ ਸਰਵੇ ਹੈ ਮੇਨਲੀ ਇਹਦੇ ਵਿੱਚ ਜਿਹੜੀਆਂ ਪੰਜਾਬ ਸਰਕਾਰ ਦੁਆਰਾ ਕੋਈ ਸਕੀਮਸ ਚਲਾਈਆਂ ਜਾਂਦੀਆਂ ਨੇ, ਕੋਈ ਇਨੀਸ਼ੀਏਟਿਵਸ ਲਏ ਜਾਂਦੇ ਨੇ, ਉਹਨਾਂ ਦੀ ਗੱਲ ਕੀਤੀ ਹੁੰਦੀ ਹੈ। ਸੋ ਇਸੇ ਲਈ ਜਿਹੜਾ ਇਕਨੋਮਿਕ ਸਰਵੇ ਅਤੇ ਬਜਟ ਦੋਨੋਂ ਆਪਣੇ ਲਈ ਜਦੋਂ ਆਪਾਂ ਨੇ ਪੰਜਾਬ ਦੀ ਜੀਕੇ ਤਿਆਰ ਕਰਨੀ ਹੈ ਜਾਂ ਕਰੰਟ ਅਫੇਅਰ ਤਿਆਰ ਕਰਨੇ ਨੇ, ਇਹ ਟੌਪਿਕ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਪੰਜਾਬ ਇਕਨੋਮਿਕ ਸਰਵੇ ਇਹਨੂੰ ਪਾਸ ਕੌਣ ਕਰਦਾ ਹੈ। ਸਭ ਤੋਂ ਇੰਪੋਰਟੈਂਟ ਕੁਐਸਚਨ ਤੇ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਦੇਖਿਆ ਗਿਆ ਹੈ। ਸੋ ਇਹਨੂੰ ਪਾਸ ਕਰਦਾ ਹੈ ਇਕਨੋਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ। ਕਿਹੜੇ ਡਿਪਾਰਟਮੈਂਟ ਦੀ? ਪਲੈਨਿੰਗ ਡਿਪਾਰਟਮੈਂਟ ਦੀ। ਪੰਜਾਬ ਸਰਕਾਰ ਦਾ ਜਿਹੜਾ ਪਲੈਨਿੰਗ ਦਾ ਡਿਪਾਰਟਮੈਂਟ ਹੈ ਉਹਦੇ ਵਿੱਚ ਇੱਕ ਇਕਨੋਮਿਕ ਤੇ ਸਟੈਟਿਸਟੀਕਲ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਬਜਟ ਨੂੰ ਤਿਆਰ ਕਰਦੀ ਹੈ। ਸੋ ਇਹ ਨਾਮ ਆਪਾਂ ਨੇ ਯਾਦ ਰੱਖਣਾ। So before moving further, I want to share something very important with you guys. So मैं अपने history ਦੇ hand written notes launch ਕੀਤੇ ਨੇ ਤੇ ਇਹ ਜਿਹੜੇ notes ਨੇ ਇਹਨਾਂ ਦੇ ਵਿੱਚ ancient, medieval, Sufi period, Sangam literacy, Tamil, South Indian, Bhakti movement, modern history, Independence Act ਤੱਕ detail ਦੇ ਵਿੱਚ ਆਪਣੇ ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਉਹਦੇ ਤੋਂ ਸ਼ੁਰੂ ਹੋ ਕੇ ਪੂਰੀ ਦੀ ਪੂਰੀ ਹਿਸਟਰੀ ਤੁਹਾਨੂੰ ਮਿਲ ਜੂਗੀ ਇੱਕ ਜਗ੍ਹਾ ਦੇ ਉੱਤੇ। ਤੇ ਇਹ ਕਲਰਡ ਨੋਟਸ ਨੇ PDF ਦੀ ਫਾਰਮ ਦੇ ਵਿੱਚ ਮੈਂ ਤੁਹਾਨੂੰ ਤੁਹਾਡੀ ਮੇਲ ਦੇ ਵਿੱਚ ਸੈਂਡ ਕਰ ਦੂੰਗੀ ਤੇ ਇਹਨਾਂ ਦਾ ਰੇਟ ਮੈਂ ਬਹੁਤ ਹੀ ਜ਼ਿਆਦਾ ਜੈਨੂਇਨ ਰੱਖਿਆ ਹੈ। ਸਿਰਫ 200 ਰੁਪੀਜ਼ ਦੇ ਇਹ ਨੋਟਸ ਨੇ ਜਿਹਦੇ ਵਿੱਚ ਤੁਹਾਨੂੰ ਪੂਰੀ ਦੀ ਪੂਰੀ ਹਿਸਟਰੀ ਮਿਲ ਜੂ। ਤੇ ਮੇਰਾ ਮੇਨ ਏਮ ਇਹਨਾਂ ਨੋਟਸ ਤਿਆਰ ਕਰਨ ਦਾ ਇਹੀ ਸੀ ਕਿ ਮੈਂ ਤੁਹਾਨੂੰ ਜਿਹੜੀ ਹਿਸਟਰੀ ਨੂੰ ਬਹੁਤ ਸਾਰੇ ਬੱਚੇ ਬੋਰਿੰਗ ਸਮਝਦੇ ਨੇ ਉਸ ਚੀਜ਼ ਤੋਂ ਬਾਹਰ ਕੱਢ ਸਕਾਂ। ਸੋ ਇਹ ਕਲਰਡ ਨੋਟਸ ਤਿਆਰ ਕੀਤੇ ਹੋਏ ਨੇ, ਤੁਹਾਨੂੰ ਪੜ੍ਹ ਕੇ ਵੀ ਬਹੁਤ ਜ਼ਿਆਦਾ ਵਿਜ਼ਿਬਲੀ ਵੀ ਵਧੀਆ ਲੱਗੂਗਾ। ਸੋ ਤੁਸੀਂ ਇਹਨਾਂ ਨੋਟਸ ਨੂੰ ਅਵੇਲ ਕਰ ਸਕਦੇ ਹੋ ਜਾਂ ਜਿਹੜਾ ਮੇਰਾ ਇੰਸਟਾਗ੍ਰਾਮ ਦਾ ਪੇਜ ਹੈ ਵਿਕਟਰਸ ਨੌਲੇਜ ਉਹਨੂੰ ਫੋਲੋ ਕਰਕੇ ਮੈਨੂੰ DM ਕਰ ਸਕਦੇ ਹੋ ਜਾਂ ਫਿਰ ਜਿਹੜੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣੀ ਈਮੇਲ ID ਦਿੱਤੀ ਹੋਈ ਹੈ ਤੁਸੀਂ ਮੈਨੂੰ ਮੇਲ ਭੇਜ ਦਿਓ, ਮੈਂ ਤੁਹਾਨੂੰ ਨੋਟ ਸੈਂਡ ਕਰ ਦੂੰਗੀ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੈਂ ਪ੍ਰੋਪਰ ਇੱਕ ਸਟਰਕਚਰਲ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਨੋਟਸ ਤਿਆਰ ਕੀਤੇ ਹੋਏ ਨੇ ਤੇ ਇਹਨਾਂ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਮੈਂ ਮਿਸ ਨਹੀਂ ਕੀਤੀ ਹੋਈ, ਚਾਹੇ ਉਹ ਕੋਈ ਰੂਲਰਸ ਨੂੰ ਲੈ ਕੇ ਆ, ਕੋਈ ਟੈਂਪਲਸ ਹੈ, ਬੁੱਧਿਜ਼ਮ, ਜੈਨਿਜ਼ਮ, ਹਰ ਤਰ੍ਹਾਂ ਦੀ ਛੋਟੀ ਤੋਂ ਛੋਟੀ ਨੌਲੇਜ ਮੈਂ ਇਹਦੇ ਵਿੱਚ ਇੱਕ ਜਗ੍ਹਾ ਤੇ ਤੁਹਾਨੂੰ ਪਾ ਕੇ ਦਿੱਤੀ ਹੈ। ਸੋ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖ ਲੈਂਦੇ ਹਾਂ ਕਿ ਇਹ ਇਕਨੋਮਿਕ ਸਰਵੇ ਦਾ ਮਤਲਬ ਕੀ ਹੈ। ਸੋ ਜਿਵੇਂ ਆਪਾਂ ਨੇ ਬਜਟ ਦੀ ਪੂਰੀ ਡੀਟੇਲ ਪੜ੍ਹੀ ਸੀ ਤੇ ਮੈਂ ਉਹਦੀ ਵੀਡੀਓ ਵੀ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਦੇ ਦੂੰਗੀ ਸੋ ਦੈਟ ਤੁਸੀਂ ਬਜਟ ਤੇ ਇਕਨੋਮਿਕ ਸਰਵੇ ਦੋਨਾਂ ਨੂੰ ਇਕੱਠੇ ਕਰਕੇ ਪੜ੍ਹ ਸਕੋ ਤੇ ਇਹਦੇ ਨਾਲ ਹੀ ਤੁਹਾਡਾ ਇੱਕ ਬਹੁਤ ਵੱਡਾ ਮੇਜਰ ਪੋਰਸ਼ਨ ਆਉਣ ਵਾਲੇ ਸਾਰੇ ਪੰਜਾਬ ਗਵਰਨਮੈਂਟ ਐਗਜ਼ਾਮਸ ਦਾ ਤਿਆਰ ਹੋ ਜੂ। ਸੋ ਇਕਨੋਮਿਕ ਸਰਵੇ ਕਹਿੰਦੇ ਕਿਸੇ ਵੀ ਜਿਹੜੀ ਸਟੇਟ ਦੀ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ ਉਹ ਪੰਜਾਬ ਇਕਨੋਮਿਕ ਸਰਵੇ ਹੈ ਤਾਂ ਮੈਂ ਤੁਹਾਨੂੰ ਸਾਰਾ ਕੁਝ ਪੰਜਾਬ ਦੇ ਨਾਲ ਰਿਲੇਟ ਕਰਕੇ ਸਮਝਾਉਂਗੀ, ਨਹੀਂ ਤੁਸੀਂ ਕਨਫਿਊਜ਼ ਹੋ ਜਾਓਗੇ ਜੇ ਮੈਂ ਇੰਡੀਆ ਤੇ ਪੰਜਾਬ ਦੋਨੋਂ ਨੂੰ ਆਪਸ ਦੇ ਵਿੱਚ ਮਿਕਸ ਕਰੂੰਗੀ। ਸੋ ਜਦ ਆਪਾਂ ਪੰਜਾਬ ਇਕਨੋਮਿਕ ਸਰਵੇ ਦੀ ਗੱਲ ਕਰ ਰਹੇ ਹਾਂ ਤਾਂ ਜਿਹੜਾ ਇਕਨੋਮਿਕ ਸਰਵੇ ਹੈ ਉਹ ਇੱਕ ਸਾਲਾਨਾ ਐਨੂਅਲ ਡਾਕੂਮੈਂਟ ਹੈ ਫਾਈਨੈਂਸ ਮਿਨਿਸਟਰੀ ਦਾ, ਜਿਹੜੀ ਆਪਣੀ ਮਿਨਿਸਟਰੀ ਪੈਸੇ ਦਾ ਹਿਸਾਬ ਕਿਤਾਬ ਰੱਖਦੀ ਹੈ ਪੰਜਾਬ ਸਰਕਾਰ ਦੀ। ਤੇ ਆਪਾਂ ਨੂੰ ਪਤਾ ਹੈ ਹੈਡ ਕੌਣ ਹੈ, ਫਾਈਨੈਂਸ ਮਿਨਿਸਟਰ ਕੌਣ ਨੇ ਆਪਣੇ ਕੈਬਨਿਟ ਦੇ ਵਿੱਚ? ਮਨਪ੍ਰੀਤ ਸਿੰਘ ਬਾਦਲ ਜੀ। ਸੋ ਕਹਿੰਦੇ ਜਿਹੜੀ ਇਹਨਾਂ ਦੀ ਮਿਨਿਸਟਰੀ ਹੈ ਕੈਪਟਨ ਸਰਕਾਰ ਦੇ ਅੰਦਰ, ਉਹਨਾਂ ਨੇ ਇੱਕ ਸਾਲਾਨਾ ਡਾਕੂਮੈਂਟ ਤਿਆਰ ਕੀਤਾ ਜਿਹਦੇ ਵਿੱਚ ਇਹ ਦੱਸਿਆ ਹੋਇਆ ਹੈ ਕਿ ਜਿਹੜਾ ਲੰਘ ਚੁੱਕਿਆ ਪਿਛਲਾ ਪਾਸਟ 1 ਸਾਲ ਸੀ, ਫਾਈਨੈਂਸ਼ੀਅਲ ਈਅਰ ਸੀ, ਉਹਦੇ ਵਿੱਚ ਆਪਣੇ ਪੂਰੇ ਪੰਜਾਬ ਦੀ ਆਰਥਿਕ ਹਾਲਤ ਕੀ ਸੀ, ਕਿੱਥੇ ਕਿੱਥੇ ਕਮੀਆਂ ਆਈਆਂ, ਕਿੱਥੇ ਆਪਾਂ ਨੇ ਗਰੋ ਕੀਤਾ, ਕਿੱਥੇ ਫਾਇਦਾ ਹੋਇਆ, ਕਿੱਥੇ ਨੁਕਸਾਨ ਹੋਇਆ। ਤੇ ਇਹਦੇ ਵਿੱਚ ਜਿਹੜੇ ਮੇਨ ਇੱਕ ਇਕਨੋਮੀ ਦੇ 3 ਸੈਕਟਰ ਹੁੰਦੇ ਨੇ, ਪ੍ਰਾਇਮਰੀ, ਸੈਕੰਡਰੀ, ਟਰਸ਼ਰੀ, ਤੇ ਹੁਣ ਕੁਝ ਨਵੇਂ ਸੈਕਟਰ ਵੀ ਐਡ ਹੋ ਗਏ ਨੇ, ਕੁਇਨਰੀ ਵਗੈਰਾ, ਜਿਹੜੇ ਨੌਲੇਜ ਬੇਸਡ ਸੈਕਟਰ ਨੇ। ਸੋ ਇਹ ਸੈਕਟਰਸ ਦੀ ਆਪਾਂ ਅਲੱਗ ਤੋਂ ਇਕਨੋਮਿਕਸ ਹੈਡ ਦੇ ਅੰਦਰ ਗੱਲ ਕਰਾਂਗੇ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਕਿ ਮੈਂ ਤੁਹਾਡੇ ਲਈ ਇਕਨੋਮਿਕਸ ਦੀ ਇੱਕ ਸ਼ਾਰਟ ਵੀਡੀਓਜ਼ ਦੀ ਸੀਰੀਜ਼ ਲੈ ਕੇ ਆਵਾਂ ਜਾਂ ਨਹੀਂ।
ਜਾਂ ਤੁਸੀਂ ਜੇ ਕਿਸੇ ਹੋਰ ਸਬਜੈਕਟ ਦੀ ਵੀਡੀਓ ਪਹਿਲਾਂ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ। ਸੋ ਹੁਣ ਆਪਾਂ ਪੜ੍ਹ ਲੈਂਦੇ ਹਾਂ ਵੀ ਇਕਨੋਮਿਕ ਸਰਵੇ ਅਸਲੀ ਇਕਨੋਮਿਕ ਲੈਂਗੁਏਜ ਦੇ ਵਿੱਚ ਕੀ ਹੈ। ਸੋ ਇਟ ਰਿਵਿਊਜ਼ ਦ ਇਕਨੋਮਿਕ ਡਿਵੈਲਪਮੈਂਟ ਇਨ ਅ ਸਟੇਟ ਓਵਰ ਦ ਪਾਸਟ ਲੰਘ ਚੁੱਕਿਆ ਇੱਕ ਫਾਈਨੈਂਸ਼ੀਅਲ ਈਅਰ ਬਾਈ ਗਿਵਿੰਗ ਡਿਟੇਲਡ ਸਟੈਟਿਸਟੀਕਲ ਡਾਟਾ। ਪੂਰਾ ਡਾਟਾ ਡਿਟੇਲ 'ਚ ਹੁੰਦਾ ਹੈ, ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ। ਜਿੰਨੇ ਵੀ ਸੈਕਟਰ ਨੇ, ਚਾਹੇ ਇੰਡਸਟਰੀਅਲ ਹੈ, ਐਗਰੀਕਲਚਰ ਆ, ਮੈਨੂਫੈਕਚਰ ਆ, ਸਰਵਿਸ ਸੈਕਟਰ ਹੈ, ਹਰ ਕਿਸੇ ਨੂੰ ਰਿਵਿਊ ਕਰਕੇ ਇਕਨੋਮਿਕ ਡਿਵੈਲਪਮੈਂਟ ਦੇ ਪਰਸਪੈਕਟਿਵ ਤੋਂ ਜਿਹੜਾ ਇਹ ਸਰਵੇ ਹੈ, ਇਹ ਇੱਕ ਡਾਕੂਮੈਂਟ ਹੈ, ਇਹਦੇ ਵਿੱਚ ਪਾਇਆ ਜਾਂਦਾ ਹੈ। ਸੋ ਹੁਣ ਆਪਾਂ ਪਹਿਲਾ ਇਕਨੋਮਿਕ ਸਰਵੇ ਦੇਖ ਲੈਂਦੇ ਹਾਂ ਕਦੋਂ ਪ੍ਰੈਜ਼ੈਂਟ ਕੀਤਾ ਗਿਆ ਸੀ। ਸੋ ਇੰਡੀਆ ਦਾ ਫਰਸਟ ਇਕਨੋਮਿਕ ਸਰਵੇ, ਇਹ ਜਿਹੜੀਆਂ 3-4 ਈਅਰਸ ਨੇ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਨੇ, ਤੁਸੀਂ ਇਹਨਾਂ ਨੂੰ ਯਾਦ ਰੱਖਣਾ ਹੈ। ਸੋ 1950-51 ਦੇ ਵਿੱਚ ਪਹਿਲਾ ਇਕਨੋਮਿਕ ਸਰਵੇ ਪ੍ਰੈਜ਼ੈਂਟ ਕੀਤਾ ਗਿਆ ਸੀ ਇੰਡੀਆ ਦਾ, ਤੇ 1964 ਤੱਕ ਕਹਿੰਦੇ ਇਹਨੂੰ ਬਜਟ ਦੇ ਨਾਲ ਹੀ ਪ੍ਰੈਜ਼ੈਂਟ ਕਰਦੇ ਸੀ, ਪਰ 1964 ਤੋਂ ਬਾਅਦ ਇਹ ਚੀਜ਼ ਬਦਲਤੀ। ਉਸ ਤੋਂ ਬਾਅਦ ਇਕਨੋਮਿਕ ਸਰਵੇ ਨੂੰ ਪਹਿਲਾਂ ਪੇਸ਼ ਕਰਨ ਲੱਗ ਗਏ, ਬਾਅਦ ਵਿੱਚੋਂ ਬਜਟ ਆਉਂਦਾ, ਸੋ ਇਹਨੂੰ ਬਜਟ ਤੋਂ ਵੱਖ ਕਰਤਾ। ਸੋ ਹੁਣ ਆਪਾਂ ਅੱਜ ਇਕਨੋਮਿਕ ਸਰਵੇ ਦੇ ਅੰਦਰ ਕਿਹੜੇ-ਕਿਹੜੇ ਮੇਨ ਹੈਡਸ ਪੜਾਂਗੇ, ਕਿਹੜੇ-ਕਿਹੜੇ ਮੇਨ ਆਪਾਂ ਸੈਕਟਰਸ ਦੇ ਅੰਦਰ ਦਾ ਡਾਟਾ ਚੱਕਾਂਗੇ। ਸੋ ਆਪਾਂ ਉਰੇ ਮੇਨਲੀ ਕੁਝ 7 ਸੈਕਟਰਸ ਦੀ ਗੱਲ ਕਰਾਂਗੇ। ਪਹਿਲਾ ਰਹੂਗਾ ਮੈਕਰੋ ਇਕਨੋਮਿਕ ਓਵਰਵਿਊ, ਜਿਹਦੇ 'ਚ ਆਪਾਂ GDP ਵਗੈਰਾ ਦੇਖਾਂਗੇ ਸਟੇਟ ਦੀ ਕਿੰਨੀ ਸੀ। ਉਸ ਤੋਂ ਬਾਅਦ ਐਗਰੀਕਲਚਰ ਬਾਰੇ, ਇੰਡਸਟਰੀ, ਫਿਰ ਅਰਬਨ ਸ਼ਹਿਰੀ ਕਿੰਨੀ ਵਿਕਾਸ ਹੋਇਆ ਉਹਦੇ ਬਾਰੇ, ਹਿਊਮਨ ਡਿਵੈਲਪਮੈਂਟ ਐਜੂਕੇਸ਼ਨ ਹੋ ਗਈ ਜਾਂ ਕੋਈ ਹੋਰ ਆਪਣੀ ਫਰਟੀਲਿਟੀ ਰੇਟ ਹੋ ਗਿਆ, ਮੋਰਟੈਲਿਟੀ ਰੇਟ ਹੋ ਗਿਆ, ਜੈਂਡਰ ਰੇਸ਼ੋ ਹੋ ਗਈ, ਉਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਅੰਦਰ ਪੜਾਂਗੇ। ਫਿਰ ਪੈਸੇ ਬਾਰੇ ਦੇਖਾਂਗੇ, ਲੋਨ ਵਗੈਰਾ। ਸੋ ਪਬਲਿਕ ਫਾਈਨੈਂਸ ਦੀ ਗੱਲ 6ਵੇਂ ਹੈਡ 'ਚ ਹੋਊਗੀ, ਤੇ ਆਖਰ ਦੇ ਵਿੱਚ ਆਪਾਂ ਦੇਖਾਂਗੇ ਕਿ ਓਵਰਆਲ ਜਿਵੇਂ ਲਾਅ ਕਿਵੇਂ ਦਾ ਆਪਣੇ ਪੰਜਾਬ ਦੇ ਵਿੱਚ, ਕ੍ਰਾਈਮ ਰੇਟ ਕਿਵੇਂ ਹੈ। ਸੋ ਗਵਰਨੈਂਸ, ਜਿਹੜੀ ਸਰਕਾਰ ਦੀ ਪਬਲਿਕ ਐਡਮਿਨਿਸਟ੍ਰੇਸ਼ਨ ਚੱਲਦੀ ਹੈ, ਸੋ ਆਪਾਂ ਉਹਨੂੰ ਗਵਰਨੈਂਸ ਦੇ ਵਿੱਚ ਪੜਾਂਗੇ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ ਪਹਿਲੇ ਟੌਪਿਕ ਤੋਂ, ਮੈਕਰੋ ਇਕਨੋਮਿਕ ਓਵਰਵਿਊ। ਸੋ ਇਕਨੋਮਿਕਸ ਦੇ ਵਿੱਚ ਦੋ ਤਰ੍ਹਾਂ ਦੀ ਇਕਨੋਮਿਕਸ ਆਪਾਂ ਪੜ੍ਹਦੇ ਹਾਂ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਆਪਣੇ ਜਿਹੜੇ ਸਬਜੈਕਟ ਹੁੰਦੇ ਨੇ ਉਹ ਇਕਨੋਮਿਕਸ ਦੇ ਦੋ ਭਾਗਾਂ ਦੇ ਵਿੱਚ ਵੰਡੇ ਜਾਂਦੇ ਨੇ, ਮਾਈਕਰੋ ਇਕਨੋਮਿਕਸ, ਮੈਕਰੋ ਇਕਨੋਮਿਕਸ। ਮਾਈਕਰੋ ਗੱਲ ਕਰਦੀ ਹੈ ਵੀ ਇੱਕ ਇਨਸਾਨ ਦੀ ਇੰਡੀਵਿਜੂਅਲ ਲੈਵਲ ਤੇ ਕੀ ਨੀਡ ਹੈ, ਕੀ ਡਿਮਾਂਡ ਹੈ, ਕੀ ਸਪਲਾਈ ਹੈ। ਮੈਕਰੋ ਗੱਲ ਕਰਦੀ ਹੈ ਕਿ ਪੂਰੇ ਦੇ ਪੂਰੇ ਇੰਡੀਆ ਦੀ ਜਾਂ ਇੱਕ ਪੂਰੀ ਸਟੇਟ ਦੀ ਵੱਡੇ ਪੱਧਰ ਤੇ ਜਦੋਂ ਆਪਾਂ ਡਿਮਾਂਡ ਸਪਲਾਈ ਨੂੰ ਕੈਲਕੂਲੇਟ ਕਰੀਏ, ਨੈਸ਼ਨਲ ਇਨਕਮ ਦੇਖੀਏ, ਸਟੇਟ ਇਨਕਮ ਦੇਖੀਏ, ਜਦੋਂ ਆਪਾਂ ਓਵਰਆਲ ਗੱਲ ਕਰੀਏ, ਮੈਕਰੋ ਦਾ ਮਤਲਬ ਹੀ ਹੈ ਵੱਡਾ, ਮਾਈਕਰੋ ਦਾ ਮਤਲਬ ਹੁੰਦਾ ਛੋਟਾ। ਸੋ ਜਦੋਂ ਆਪਾਂ ਵੱਡੇ ਪੱਧਰ ਤੇ ਜ਼ਿਆਦਾ ਚੀਜ਼ਾਂ ਦਾ ਇਕੱਠ ਕਰਕੇ ਸਟੱਡੀ ਕਰਦੇ ਹਾਂ, ਉਹਨੂੰ ਕਹਿੰਦੇ ਆ ਮੈਕਰੋ ਇਕਨੋਮਿਕ ਓਵਰਵਿਊ। ਸੋ ਜੇ ਆਪਾਂ ਇਕਨੋਮਿਕ ਗਰੋਥ ਦੀ ਗੱਲ ਕਰੀਏ ਤਾਂ ਜਿਹੜੀ ਪੰਜਾਬ ਦੀ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਸੀ, GSDP ਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ, ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ। ਸੋ ਕਹਿੰਦੇ 2015 ਤੋਂ ਲੈ ਕੇ 2020 ਤੱਕ ਦੇ ਜੇ ਆਪਾਂ ਸਾਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਨੈਸ਼ਨਲ ਇਨਕਮ ਹੈ, GDP ਹੈ, ਉਹ 5.75% ਇਨਕਰੀਜ਼ ਹੋਈ ਹੈ। ਸੋ ਇਹ ਜਿਹੜਾ ਪਰਸੈਂਟੇਜ ਹੈ ਇਹ ਤੁਹਾਨੂੰ 100% ਪੇਪਰ ਦੇ ਵਿੱਚ ਆ ਸਕਦਾ ਹੈ, ਬਹੁਤ ਇੰਪੋਰਟੈਂਟ ਹੈ। ਹੁਣ ਆਪਾਂ ਵੱਖ-ਵੱਖ ਤਰ੍ਹਾਂ ਦੇ ਸੈਕਟਰਸ ਦੀ ਗਰੋਥ ਬਾਰੇ ਗੱਲ ਕਰ ਲੈਂਦੇ ਹਾਂ ਕਿ ਕਿਹੜੇ ਸੈਕਟਰ ਦੇ ਵਿੱਚ ਕਿੰਨੀ ਗਰੋਥ ਹੋਈ, ਉਹਨੇ ਜਿਹੜੀ GSV ਹੈ ਉਹਦੇ ਵਿੱਚ ਕਿੰਨਾ ਆਪਣੇ ਕੰਟਰੀਬਿਊਸ਼ਨ ਦਿੱਤਾ, ਉਹਨੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਉਹ ਵੀ ਆਪਾਂ ਚੀਜ਼ ਦੇਖਾਂਗੇ। ਸੋ ਉਰੇ ਤੁਸੀਂ ਈਅਰਸ ਦਾ ਧਿਆਨ ਰੱਖਣਾ ਹੈ। ਤੇ ਹੁਣ ਆਪਾਂ ਸ਼ੇਅਰ ਦੇਖ ਲੈਂਦੇ ਹਾਂ ਕਿ ਅਸਲੀ ਗਰੋਥ ਰੇਟ ਐਗਰੀਕਲਚਰ ਸੈਕਟਰ ਦੇ ਵਿੱਚ ਸਿਰਫ 1.8% ਹੋਈ ਹੈ 19-20 ਸਾਲ ਦੇ ਵਿੱਚ, 2019 ਤੋਂ 20 ਦੀ ਗੱਲ ਕਰ ਰਹੇ ਹੋ ਉਰੇ ਆਪਾਂ। ਫਿਰ ਇੰਡਸਟਰੀ 'ਚ 1.1% ਦਾ ਵਾਧਾ ਹੋਇਆ, ਸਰਵਿਸ ਸੈਕਟਰ ਦੇ ਵਿੱਚ 5.6%। ਫਿਰ ਜਿਹੜਾ ਇਹਨਾਂ ਦਾ ਸ਼ੇਅਰ ਰਿਹਾ ਟੋਟਲ ਵੈਲਿਊ ਐਡਿਡ ਦੇ ਵਿੱਚ ਉਹ ਰਿਹਾ 28.7, 24.1 ਤੇ 47.2। ਹੁਣ ਇਹਨਾਂ ਨੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਖੇਤੀਬਾੜੀ ਨੇ 24.6% ਲੋਕਾਂ ਨੂੰ ਰੁਜ਼ਗਾਰ ਦਿੱਤਾ। ਇਹ ਜਿਹੜੇ ਪਰਸੈਂਟੇਜ ਨੇ ਉਰੇ ਆਪਾਂ 100% ਚੋਂ ਦੇਖ ਰਹੇ ਹਾਂ। ਫਿਰ ਉਸ ਤੋਂ ਬਾਅਦ ਕਹਿੰਦੇ 35.4% ਇੰਡਸਟਰੀ ਨੇ ਰੁਜ਼ਗਾਰ ਦਿੱਤਾ, ਫੈਕਟਰੀਆਂ ਨੇ। ਫਿਰ ਉਸ ਤੋਂ ਬਾਅਦ ਸਰਵਿਸ ਸੈਕਟਰ, ਉਹਨੇ ਦਿੱਤਾ 40%। ਸੋ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਵਧੀਆ ਕਿਹੜਾ ਇਸ ਟਾਈਮ ਸੈਕਟਰ ਚੱਲ ਰਿਹਾ ਪੰਜਾਬ ਦੇ ਵਿੱਚ,
ਤੀਜਾ ਸੈਕਟਰ ਸਰਵਿਸ ਸੈਕਟਰ, IT ਵਾਲਾ ਸੈਕਟਰ ਕਹਿ ਲਓ ਜਿਹਨੂੰ ਤੁਸੀਂ। ਸੋ ਕਹਿੰਦੇ ਜਿਹੜਾ ਇਹ ਸੈਕਟਰ ਹੈ ਇਹ ਬਹੁਤ ਵਧੀਆ ਗਰੋਥ ਕਰ ਰਿਹਾ ਹੈ, ਪਰ ਉਰੇ ਇੱਕ ਚਿੰਤਾ ਦੀ ਗੱਲ ਹੈ ਕਿ ਪੰਜਾਬ ਇੱਕ ਐਗਰੀਕਲਚਰ ਇਕਨੋਮੀ ਹੁੰਦੇ ਹੋਏ ਵੀ ਕਿਉਂ ਪਿੱਛੇ ਜਾ ਰਹੀ ਹੈ। ਜਿਹੜਾ ਗਰੋਥ ਰੇਟ ਹੈ, ਜਿਹੜਾ ਸ਼ੇਅਰ ਹੈ ਪੰਜਾਬ ਦਾ ਟੋਟਲ ਇਨਕਮ 'ਚ, ਉਹ ਐਗਰੀਕਲਚਰ ਵੱਲੋਂ ਕਿਉਂ ਘੱਟ ਹੈ? ਕਿਉਂਕਿ ਸੈਂਟਰ ਦੀ ਸਰਕਾਰ ਕੋਈ ਮਦਦ ਨਹੀਂ ਕਰ ਰਹੀ। ਕਿਸਾਨਾਂ ਨੂੰ ਬਹੁਤ ਵੱਡੇ ਕਰਜ਼ੇ ਲੈਣੇ ਪੈਂਦੇ ਨੇ, ਉਹ ਡੈਟ ਦੇ ਵਿੱਚ ਹੀ ਫਸੇ ਰਹਿੰਦੇ ਨੇ। ਸੋ ਕਿਸਾਨਾਂ ਦੀ ਹੈਲਪ ਦੇ ਲਈ ਕੋਈ ਪ੍ਰੋਪਰ ਠੋਸ ਕਦਮ ਨਹੀਂ ਚੱਕੇ ਜਾ ਰਹੇ, ਕਿਉਂਕਿ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜੇ ਸਮਾਲ ਲੈਂਡ ਹੋਲਡਿੰਗ ਵਾਲੇ ਫਾਰਮਰ ਨੇ, ਘੱਟ ਜ਼ਮੀਨਾਂ ਵਾਲੇ ਨੇ। ਸੋ ਉਹ ਸਿਰਫ ਆਪਣੀ ਖੇਤੀਬਾੜੀ 'ਚੋਂ ਪਰਿਵਾਰ ਦਾ ਹੀ ਪੇਟ ਪਾਲ ਸਕਦੇ ਨੇ। ਉਹ ਅਲੱਗ ਤੋਂ ਜੇ ਆਪਾਂ ਕਹੀਏ ਵੀ ਵੱਡੇ ਲੈਵਲ ਤੇ ਕਮਰਸ਼ੀਅਲ ਫਾਰਮਿੰਗ ਕਰ ਲੈਣ, ਉਹ ਪੋਸੀਬਲ ਨਹੀਂ ਹੈ। ਉਹਦੇ ਲਈ ਸਰਕਾਰ ਨੂੰ ਥੋੜੀ ਬਹੁਤ ਮਦਦ ਕਰਨੀ ਜ਼ਰੂਰੀ ਹੈ। ਕਹਿੰਦੇ ਚਾਹੇ ਐਗਰੀਕਲਚਰ ਦਾ ਜੇ ਆਪਾਂ ਪੰਜਾਬ ਦੇ ਲੈਵਲ ਤੇ ਗੱਲ ਕਰੀਏ ਘੱਟ ਕੰਟਰੀਬਿਊਸ਼ਨ ਰਿਹਾ, ਸਰਵਿਸ ਸੈਕਟਰ ਦਾ ਜ਼ਿਆਦਾ ਰਿਹਾ, ਪਰ ਇੰਡੀਆ ਲੈਵਲ ਤੇ ਪੰਜਾਬ ਪਿੱਛੇ ਨਹੀਂ ਹਟਿਆ। ਪੰਜਾਬ ਇੰਡੀਆ ਦੀ ਗ੍ਰੇਨਰੀ ਅੱਜ ਵੀ ਮੰਨਿਆ ਜਾਂਦਾ ਹੈ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਜਿੰਨੀ ਵੀ ਰਾਈਸ ਚੌਲਾਂ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ, ਜੀਰੀ ਦੀ, ਉਹਦੇ 'ਚ 12.8% ਪੰਜਾਬ ਦਾ ਕੰਟਰੀਬਿਊਸ਼ਨ ਹੈ। ਤੇ ਜੇ ਆਪਾਂ ਕਣਕ ਦੀ ਗੱਲ ਕਰੀਏ ਤਾਂ 18.2% ਜਿਹੜੀ ਕਣਕ ਹੈ ਪੂਰੇ ਦੇਸ਼ ਦੀ, ਉਹ ਪੰਜਾਬ 'ਚ ਜਾਂਦੀ ਹੈ। ਸੋ ਕਹਿੰਦੇ ਪੰਜਾਬ ਦਾ ਜਿਹੜਾ ਸ਼ੇਅਰ ਹੈ, ਜੇ ਆਪਾਂ ਏਰੀਆ ਦੀ ਗੱਲ ਕਰੀਏ, ਇਹ ਤਾਂ ਆਪਾਂ ਨੇ ਟੋਟਲ ਪ੍ਰੋਡਕਸ਼ਨ ਦੇਖ ਲਈ। ਹੁਣ ਜੇ ਆਪਾਂ ਦੇਖੀਏ ਵੀ ਕਿੰਨੇ ਏਰੀਏ ਦੇ ਵਿੱਚ ਜਿਹੜੀਆਂ ਇਹ ਦੋ ਕ੍ਰੌਪਸ ਨੇ, ਰਾਈਸ ਤੇ ਵੀਟ, ਇਹਨਾਂ ਦੀ ਪ੍ਰੋਡਕਸ਼ਨ ਹੋ ਰਹੀ ਹੈ। ਸੋ ਕਹਿੰਦੇ 7% ਰਾਈਸ ਤੇ 12% ਤੇ ਪੂਰੇ ਇੰਡੀਆ ਦੇ ਇੰਨੇ ਏਰੀਏ ਦੇ ਵਿੱਚ ਪੰਜਾਬ ਦਾ ਸ਼ੇਅਰ ਹੈ ਜ਼ਮੀਨ ਨੂੰ ਲੈ ਕੇ, ਖੇਤੀਬਾੜੀ ਨੂੰ ਲੈ ਕੇ, ਇਹ ਦੋ ਕ੍ਰੌਪਸ ਦੀ। ਸੋ ਕਹਿੰਦੇ ਜੇ ਪੰਜਾਬ ਦਾ ਜੋ ਵੀ ਏਰੀਆ ਹੈ ਉਹਦੇ 7% ਪੂਰੇ ਇੰਡੀਆ ਚੋਂ ਉੱਥੇ ਰਾਈਸ ਲੱਗ ਰਹੀ ਹੈ ਪੰਜਾਬ 'ਚ, ਵੀਟ ਉਹਨੇ ਏਰੀਆ ਦੇ ਵਿੱਚ 12%। ਸੋ ਉਰੇ ਆਪਾਂ ਗੱਲ ਕਰ ਰਹੇ ਹਾਂ ਏਰੀਆ ਦੀ। ਸੋ ਜਿਹੜੀਆਂ ਦੋਨੋਂ ਪਰਸੈਂਟੇਜ ਨੇ ਤੁਸੀਂ ਪੇਪਰ ਦੇ ਲਈ ਯਾਦ ਕਰਕੇ ਜਾਣੀਆਂ ਨੇ, ਤੇ ਤੁਸੀਂ ਦਿਮਾਗ 'ਚ ਅਲੱਗ-ਅਲੱਗ ਤੋਂ ਨੋਟ ਕਰਨਾ ਹੈ ਵੀ ਪ੍ਰੋਡਕਸ਼ਨ 'ਚ ਕਿੰਨੀ ਪਰਸੈਂਟੇਜ ਆਈ ਹੈ ਤੇ ਏਰੀਆ ਵਾਈਜ਼ ਕਿੰਨੀ ਹੈ। ਤੁਸੀਂ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਫਿਰ ਕਹਿੰਦੇ ਜਿਹੜੀ ਨਬਾਰਡ ਹੈ, ਇੱਕ ਨੈਸ਼ਨਲ ਲੈਵਲ ਤੇ ਐਗਰੀਕਲਚਰ ਰੂਰਲ ਡਿਵੈਲਪਮੈਂਟ ਦਾ ਇੱਕ ਬੈਂਕ ਬਣਾਇਆ ਹੋਇਆ ਹੈ, ਰੀਜਨਲ ਰੂਰਲ ਬੈਂਕ ਦੇ ਅੰਦਰ ਇਹ ਆਉਂਦਾ ਹੈ, RRB ਦੇ ਅੰਦਰ। ਸੋ ਕਹਿੰਦੇ ਇਹਦੀ ਜੇ ਆਪਾਂ ਗੱਲ ਕਰੀਏ ਤਾਂ ਇਹਨੇ ਇੱਕ ਡਾਟਾ ਦਿੱਤਾ ਸੀ 2016-17 ਦਾ, ਇੱਕ ਸਰਵੇ ਕੀਤਾ ਸੀ, ਜਿਹਦੇ ਵਿੱਚੋਂ ਇਹ ਨਿਕਲ ਕੇ ਆਇਆ ਸੀ ਕਿ ਸਾਰੇ ਦੇਸ਼ 'ਚ ਜਿੰਨੀਆਂ ਵੀ ਸਟੇਟਸ ਨੇ, ਜਿਹੜੇ ਪੰਜਾਬ ਦੇ ਐਗਰੀਕਲਚਰ ਹਾਊਸਹੋਲਡ ਨੇ, ਪੰਜਾਬ ਦੇ ਖੇਤੀਬਾੜੀ ਵਾਲੇ ਜਿਹੜੇ ਨਾਰਮਲ ਲੋਕ ਨੇ, ਹਾਊਸਹੋਲਡ ਨੇ, ਉਹਨਾਂ ਦੀ ਜਿਹੜੀ ਮੰਥਲੀ ਇਨਕਮ ਹੈ ਉਹ ਹਾਈਐਸਟ ਹੈ। ਕਿੰਨੀ ਹੈ? 23,133। ਉਰੇ ਆਪਾਂ ਸਿਰਫ ਖੇਤੀਬਾੜੀ ਦੀ ਇਨਕਮ ਦੀ ਗੱਲ ਕਰ ਰਹੇ ਹਾਂ ਕਿ ਖੇਤੀਬਾੜੀ ਤੋਂ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਕਮਾਈ ਹੋ ਰਹੀ ਹੈ। ਆਪਾਂ ਉਰੇ ਇਹ ਨਹੀਂ ਦੇਖ ਰਹੇ ਕਿ ਇਹ ਕਮਾਈ ਵਧੀ ਹੈ ਕਿ ਘਟੀ ਹੈ, ਸਿਰਫ ਆਪਾਂ ਇੰਡੀਆ ਲੈਵਲ ਤੇ ਕੰਪੈਰੀਜ਼ਨ ਕਰ ਰਹੇ ਹਾਂ। ਤੇ ਦੂਜੇ ਨੰਬਰ ਤੇ ਆਉਂਦਾ ਹਰਿਆਣਾ। ਸੋ ਪਹਿਲੇ ਨੰਬਰ ਤੇ ਆ ਪੰਜਾਬ, ਦੂਜੇ ਤੇ ਆ ਹਰਿਆਣਾ। ਉਰੇ ਆਪਾਂ ਨੇ ਪੰਜਾਬ ਵਾਲੀ ਮੰਥਲੀ ਇਨਕਮ ਐਗਜ਼ਾਮ ਦੇ ਲਈ ਯਾਦ ਰੱਖਣੀ ਹੈ। Now we'll talk about all the sectors exclusively ਅਲੱਗ-ਅਲੱਗ ਤੋਂ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਐਗਰੀਕਲਚਰ ਦਾ ਕਿੰਨਾ ਸ਼ੇਅਰ ਰਿਹਾ ਤੇ ਕਿੰਨੀ ਗਰੋਥ ਰੇਟ ਹੋਈ। ਸੋ ਗਰੋਥ ਰੇਟ ਦੀ ਜੇ ਆਪਾਂ ਗੱਲ ਕਰੀਏ ਤਾਂ ਮਾਈਨਸ ਦੇ ਵਿੱਚ ਗਈ ਹੈ ਕ੍ਰੌਪਸ ਦੀ ਗਰੋਥ ਰੇਟ। ਫਸਲਾਂ ਦੇ ਵਿੱਚ ਨੈਗੇਟਿਵ ਗਰੋਥ ਰੇਟ ਹੋਈ ਹੈ, ਘਾਟਾ ਹੋਇਆ। ਪਹਿਲਾਂ ਨਾਲੋਂ ਪਿਛਲੇ ਸਾਲ 1.0% ਘੱਟ ਫਸਲਾਂ ਦੀ ਪ੍ਰੋਡਕਸ਼ਨ ਹੋਈ ਹੈ ਤੇ ਟੋਟਲ ਸ਼ੇਅਰ ਸੀ 15.8%। ਲਾਈਵ ਸਟਾਕ ਜਿਹੜੇ ਆਪਣੇ ਕੈਟਲਸ ਨੇ, ਜਾਨਵਰ ਨੇ, 6.5% ਇਹਨਾਂ ਦੀ ਹੋਈ ਹੈ ਗਰੋਥ, ਸ਼ੇਅਰ ਰਿਹਾ 10.5% ਟੋਟਲ ਆਪਣੀ ਇਨਕਮ ਦੇ ਵਿੱਚ। ਸਟੇਟ ਦੀ ਜਿਹੜੀ GSDP ਸੀ, ਆਪਾਂ ਉਹਦੇ ਵਿੱਚ ਸ਼ੇਅਰ ਦੇਖ ਰਹੇ ਹਾਂ। ਫਿਰ ਫੋਰੈਸਟਰੀ, ਲੌਗਿੰਗ, ਜਿਹੜੀਆਂ ਆਪਾਂ ਲੱਕੜਾਂ ਵਗੈਰਾ ਕੱਟਦੇ ਆ ਉਹਨੂੰ ਵੇਚਦੇ ਆ, ਸੋ 2.5% ਗਰੋਥ ਹੋਈ ਹੈ ਫੋਰੈਸਟਰੀ ਤੇ ਲੌਗਿੰਗ 'ਚ, ਤੇ ਇਹਦਾ ਸ਼ੇਅਰ ਰਿਹਾ ਹੈ 2%। ਫਿਸ਼ਿੰਗ, ਇਹਦਾ ਮੱਛੀ ਪਾਲਣ ਵਾਲਾ ਜਿਹੜਾ ਇੱਕ ਨਵੀਂ ਪੰਜਾਬ ਨੇ ਇੱਕ ਸਕੀਮ ਵੀ ਇਹਦੇ ਲਈ ਬਹੁਤ ਸਾਰੀਆਂ ਲਾਂਚ ਕੀਤੀਆਂ ਨੇ, ਜਿਹੜਾ ਇਹ ਫਿਸ਼ਿੰਗ ਦਾ ਸੈਕਟਰ ਹੈ ਇਹਦੇ ਵਿੱਚ 12.3% ਗਰੋਥ ਹੋਈ ਹੈ ਤੇ ਇਹਦਾ ਟੋਟਲ ਜਿਹੜਾ ਕੰਟਰੀਬਿਊਸ਼ਨ ਹੈ ਹਜੇ ਘੱਟ ਰਿਹਾ, 0.3% ਦੇ ਰਿਹਾ, ਕਿਉਂਕਿ ਇੱਕ ਤਰ੍ਹਾਂ ਨਾਲ ਨਵੀਂ ਸਕੀਮ ਲਾਂਚ ਕੀਤੀ ਹੈ। ਸੋ ਹੌਲੀ ਹੌਲੀ ਆਪਾਂ ਨੂੰ ਇਹਦਾ ਅਸਰ ਟੋਟਲ ਇਨਕਮ ਦੇ ਵਿੱਚ ਦਿਖੂਗਾ, ਬਟ ਫਿਲਹਾਲ ਲਈ ਗਰੋਥ ਰੇਟ ਬਹੁਤ ਵਧੀਆ ਹੈ 12.3% ਦਾ। ਤੇ ਜੇ ਆਪਾਂ ਲਾਈਵ ਸਟਾਕ ਸੈਕਟਰ ਦੀ ਗੱਲ ਕਰੀਏ, it holds significant promise to overall economic prosperity in ਪੰਜਾਬ। ਕਹਿੰਦੇ ਪੰਜਾਬ ਦੇ ਵਿੱਚ ਆਪਾਂ ਨੂੰ ਜਿਹੜੀ ਇੱਕ ਆਸ ਹੈ ਉਹ ਲਾਈਵ ਸਟਾਕ ਸੈਕਟਰ ਤੋਂ ਹੈ।
ਸੋ ਪਸ਼ੂਆਂ ਵਗੈਰਾ ਨੂੰ ਜਿਹੜੇ ਲੋਕ ਪਾਲਦੇ ਨੇ, ਉਹਨਾਂ ਦੀ ਡੇਅਰੀ ਫਾਰਮਿੰਗ ਵਗੈਰਾ ਕਰਦੇ ਨੇ, ਉਹ ਚੀਜ਼ ਕਹਿੰਦੇ ਬਹੁਤ ਪੋਜ਼ਿਟਿਵ ਨੋਟ ਤੇ ਚੱਲ ਰਹੀ ਹੈ। then comes industry sector, secondary sector। ਸੋ ਉਰੇ ਜਿਹੜੇ ਆਪਾਂ ਨੇ ਪਹਿਲਾਂ ਸ਼ੇਅਰ ਗਰੋਥ ਦੇਖਾਂਗੇ, 17.8% ਗਰੋਥ ਹੋਈ ਹੈ ਮਾਈਨਿੰਗ ਕੁਐਰਿੰਗ ਦੀ, ਜਿਹੜੀ ਕੋਲੇ ਵਗੈਰਾ ਦੀ ਹੁੰਦੀ ਹੈ। ਫਿਰ ਮੈਨੂਫੈਕਚਰਿੰਗ ਨਵੀਆਂ ਚੀਜ਼ਾਂ ਸਿਰਫ 0.1% ਬਣੀਆਂ ਨੇ। ਇਹਦਾ ਅਸਰ ਮੇਨ ਕੀ ਸੀ? ਕਰੋਨਾ ਦਾ। ਕਰੋਨਾ ਕਰਕੇ ਸਾਰਾ ਕੁਝ ਆਲਮੋਸਟ ਬੰਦ ਹੀ ਰਿਹਾ, ਸੋ ਮੈਨੂਫੈਕਚਰਿੰਗ ਸੈਕਟਰ ਬਹੁਤ ਜ਼ਿਆਦਾ ਨੀਚੇ ਗਿਆ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇਲੈਕਟ੍ਰਿਸਿਟੀ, ਗੈਸ, ਵਾਟਰ ਸਪਲਾਈ ਤੇ ਹੋਰ ਜਿੰਨੀ ਵੀ ਯੂਟਿਲਿਟੀ ਸਰਵਿਸਿਜ਼ ਨੇ ਇਸ ਤਰ੍ਹਾਂ ਦੀਆਂ, ਉਹਨਾਂ ਦਾ 4.1% ਗਰੋਥ ਹੋਈ ਹੈ। ਕੰਸਟਰਕਸ਼ਨ ਨਵੀਆਂ ਸਿਰਫ 1.8% ਚੀਜ਼ਾਂ ਨੇ ਮੁਨਾਫਾ ਦਿੱਤਾ ਹੈ, ਇਨਕਮ ਜਨਰੇਟ ਕੀਤੀ ਹੈ ਸਟੇਟ ਦੀ। ਹੁਣ ਇਹਨਾਂ ਦਾ ਆਪਾਂ ਦੇਖ ਲੈਂਦੇ ਹਾਂ ਸ਼ੇਅਰ। ਇਹ ਤਾਂ ਹੋ ਗਈ ਗਰੋਥ। ਸ਼ੇਅਰ ਜਿਹੜਾ ਸਭ ਤੋਂ ਜ਼ਿਆਦਾ ਰਿਹਾ ਹੈ, ਉਹ ਚਾਹੇ ਗਰੋਥ ਮੈਨੂਫੈਕਚਰਿੰਗ ਦੀ ਘੱਟ ਹੋਈ ਹੈ, ਪਰ ਆਪਣੇ ਕੋਲ ਪਹਿਲਾਂ ਤੋਂ ਹੀ ਇੱਕ ਸਟੇਬਲ ਇੰਡਸਟਰੀਅਲ ਸੈਕਟਰ ਹੈਗਾ, ਜਿਹਨੇ ਕਿ ਪੰਜਾਬ ਨੂੰ ਇੱਕ ਸਹੀ ਪਰਸੈਂਟੇਜ ਦਾ ਸ਼ੇਅਰ ਦਿੱਤਾ ਹੈ ਇਨਕਮ ਦੇ ਵਿੱਚ। ਤੇ ਉਰੇ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਐਗਜ਼ਾਮ ਦੇ ਵਿੱਚ ਆ ਸਕਦਾ ਹੈ ਕਿ ਕਿਹੜਾ ਇਹੋ ਜਿਹਾ ਸੈਕੰਡਰੀ ਸੈਕਟਰ ਹੈ ਜਿਹਦੇ ਵਿੱਚੋਂ 0% ਸ਼ੇਅਰ ਗਿਆ 2019 ਵਿੱਚ। ਸੋ ਉਹ ਗਿਆ ਮਾਈਨਿੰਗ ਐਂਡ ਕੁਐਰਿੰਗ। ਸੋ ਤੁਸੀਂ ਇਸ ਤਰ੍ਹਾਂ ਦੇ ਨਾਲ ਇਸ ਡੇਟੇ ਦੇ ਵਿੱਚੋਂ ਕੁਐਸਚਨਸ ਤਿਆਰ ਕਰਨੇ ਨੇ। ਹਾਈਐਸਟ, ਲੋਐਸਟ, ਇਹ ਸਭ ਤੋਂ ਜ਼ਿਆਦਾ ਤੁਹਾਡੇ ਲਈ ਇੰਪੋਰਟੈਂਟ ਹੈ। ਫਿਰ ਆਉਂਦਾ ਤੀਜਾ, ਟੈਰਸ਼ਰੀ ਸੈਕਟਰ, ਸਰਵਿਸ ਸੈਕਟਰ। ਸੋ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਟ੍ਰੇਡ, ਰਿਪੇਅਰ, ਹੋਟਲ, ਰੈਸਟੋਰੈਂਟ 4.3% ਤੇ ਇਹਨਾਂ ਨੇ ਸ਼ੇਅਰ ਦਿੱਤਾ 11 ਦਾ, ਗਰੋਥ ਹੋਈ ਹੈ ਇੰਨੀ। ਹੁਣ ਉਰੇ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਕਿ ਸਭ ਤੋਂ ਜ਼ਿਆਦਾ ਗਰੋਥ ਪਬਲਿਕ ਐਡਮਿਨਿਸਟ੍ਰੇਸ਼ਨ, ਅਦਰ ਸਰਵਿਸਿਜ਼ ਦੀ। ਤੇ ਕੰਟਰੀਬਿਊਸ਼ਨ, ਜਿਹੜੀ ਚੀਜ਼ ਨੇ ਸਭ ਤੋਂ ਜ਼ਿਆਦਾ ਕੰਟਰੀਬਿਊਟ ਕੀਤਾ ਉਹ ਮੇਨਲੀ ਕੀਤਾ ਹੈ ਟ੍ਰੇਡ, ਰਿਪੇਅਰ, ਹੋਟਲ, ਰੈਸਟੋਰੈਂਟ ਨੇ। ਕਹਿੰਦੇ ਜਿਹੜਾ ਵੀ ਕਾਰੋਬਾਰ ਹੋਇਆ ਕੋਈ ਬਾਹਰ ਦੇ ਨਾਲ ਜਾਂ ਕੋਈ ਇੰਡੀਆ ਦੇ ਵਿੱਚ ਹੀ, ਆਪਣਾ ਪੰਜਾਬ ਸਪੈਸੀਫਿਕਲੀ ਕੋਈ ਹੋਟਲਸ ਨੇ, ਰੈਸਟੋਰੈਂਟ ਨੇ, ਉੱਥੇ ਬਹੁਤ ਜ਼ਿਆਦਾ ਕਹਿੰਦੇ ਮੁਨਾਫਾ ਹੋਇਆ। ਸਭ ਤੋਂ ਜ਼ਿਆਦਾ ਇਹ ਚੀਜ਼ਾਂ ਨੇ ਕੰਟਰੀਬਿਊਟ ਕੀਤਾ। ਜਿਹੜਾ ਐਂਡ ਵਾਲਾ ਪੀਰੀਅਡ ਸੀ 2019-20 ਦਾ, ਉੱਥੇ ਕੋਵਿਡ ਆ ਗਿਆ ਸੀ, ਕਰੋਨਾ ਆ ਗਿਆ ਸੀ, ਆਪਾਂ ਨੂੰ ਇਹ ਚੀਜ਼ ਪਤਾ ਹੈ। ਸੋ ਲੋਕ ਉਦੋਂ ਜ਼ਿਆਦਾ ਪ੍ਰੈਫਰ ਕਰ ਰਹੇ ਸੀਗੇ ਹੋਟਲ 'ਚ ਰੁਕਣਾ ਸੇਫਲੀ। ਸੋ ਇਸੇ ਲਈ ਹੋਟਲਸ ਵਗੈਰਾ ਦੇ ਵਿੱਚ ਮੈਂ ਆਈਸੋਲੇਸ਼ਨ ਵਗੈਰਾ ਵੀ ਕਰਵਾਈ ਜਾ ਰਹੀ ਸੀ। ਇਹੀ ਕੁਝ ਮੇਨ ਕਾਰਨ ਬਣੇ ਸੀਗੇ ਜਿਹਦੇ ਨਾਲ ਕਿ ਪੰਜਾਬ ਨੂੰ ਥੋੜੀ ਬਹੁਤ ਇਨਕਮ ਹੋਈ। ਚਾਹੇ ਜਿਹੜੀ ਇਨਕਮ ਹੈ ਅਸਲੀ, ਇਹਨਾਂ ਦਾ ਡੇਟਾ ਇਸ ਸਾਲ ਦੇ ਇਕਨੋਮਿਕ ਸਰਵੇ ਜਿਹੜਾ ਹੁਣ ਅੱਗੇ ਆਊਗਾ ਉਹਦੇ ਵਿੱਚ ਆਊਗਾ, ਪਰ ਜੇ ਆਪਾਂ ਇਹਦੀ ਵੀ ਗੱਲ ਕਰੀਏ ਤਾਂ 2020-21 ਦੇ ਵਿੱਚ ਵੀ ਇੱਕ ਸਹੀ ਕੰਟਰੀਬਿਊਸ਼ਨ ਰਿਹਾ ਹੋਟਲਸ ਤੇ ਰੈਸਟੋਰੈਂਟ ਦਾ। ਹੁਣ ਕਹਿੰਦੇ ਪੰਜਾਬ ਕਿੰਨੀ ਇਨਕਮ ਐਕਸਪੈਕਟ ਕਰ ਰਿਹਾ ਟੋਟਲ। ਸੋ ਪੰਜਾਬ ਐਕਸਪੈਕਟ ਕਰ ਰਿਹਾ ਸੀ 2019-20 ਦੇ ਵਿੱਚ 1,61,083 ਕਰੋੜ ਰੁਪਏ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ। ਤੇ ਇੰਡੀਆ ਲੈਵਲ ਦੇ ਵਿੱਚ ਜਿਹੜਾ ਐਸਟੀਮੇਟ ਕੀਤੀ ਜਾ ਰਹੀ ਸੀ ਪਰ ਕੈਪੀਟਾ ਇਨਕਮ, ਉਹ ਸੀ 1,34,186। ਸੋ ਆਪਾਂ ਦੇਖ ਸਕਦੇ ਹਾਂ ਕਿ ਪੰਜਾਬ ਦੀ ਹਾਲਤ ਜੇ ਇੰਡੀਆ ਲੈਵਲ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਵਧੀਆ ਹੈ। ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜੀ ਅਰਬਨ ਇਨਫਲੇਸ਼ਨ ਹੈ, ਜਿਹੜੀ ਸ਼ਹਿਰਾਂ ਦੇ ਵਿੱਚ ਮਹਿੰਗਾਈ ਹੈ, ਉਹ ਪਿੰਡਾਂ ਦੀ ਮਹਿੰਗਾਈ ਤੋਂ ਕਿਤੇ ਜ਼ਿਆਦਾ ਰਹੀ। ਸੋ ਪਿਛਲੇ 1 ਸਾਲ ਦੇ ਵਿੱਚ ਆਪਾਂ ਗੱਲ ਕਰੀਏ ਤਾਂ 2020 ਦੇ ਵਿੱਚ ਜਿਹੜੀ ਇਨਫਲੇਸ਼ਨ ਸੀ ਅਰਬਨ, ਉਹ ਜ਼ਿਆਦਾ ਸੀ। ਪਰ ਕਹਿੰਦੇ ਜੇ ਆਪਾਂ ਉਦੋਂ ਪਹਿਲਾਂ ਦੇ ਸਾਲਾਂ ਦੀ ਗੱਲ ਕਰੀਏ, ਇਹ ਸਿਰਫ ਪਿਛਲੇ ਸਾਲ 'ਚ ਹੋਇਆ, ਉਦੋਂ ਪਿੱਛੇ ਦੇ 3-4 ਸਾਲਾਂ ਦੇ ਵਿੱਚ ਪੇਂਡੂ ਖੇਤਰਾਂ ਦੇ ਵਿੱਚ ਜ਼ਿਆਦਾ ਇਨਫਲੇਸ਼ਨ ਸੀ, ਰੇਟ ਜ਼ਿਆਦਾ ਸੀ, ਮਹਿੰਗਾਈ ਜ਼ਿਆਦਾ ਸੀ, ਤੇ ਅਰਬਨ ਦੇ ਵਿੱਚ ਘੱਟ ਸੀ। ਸੋ ਰੂਰਲ ਇਨਫਲੇਸ਼ਨ ਓਵਰਟੇਕਿੰਗ ਅਰਬਨ ਫਰੋਮ ਦਿਸ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਜਿੱਥੇ ਆਪਣੇ ਫੇਅਰ ਪ੍ਰਾਈਸ ਸ਼ਾਪਸ ਆ ਜਾਂਦੀਆਂ ਨੇ, ਆਪਾਂ ਰਾਸ਼ਨ ਵਗੈਰਾ ਵੰਡਦੇ ਹਾਂ। ਸੋ ਕਹਿੰਦੇ ਜਿਹੜੀ ਇਹ ਚੀਜ਼ ਹੈ ਫੇਅਰ ਪ੍ਰਾਈਸ ਸ਼ਾਪ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਇੰਡੀਆ ਦੇ ਵਿੱਚ ਆਲਮੋਸਟ ਟੌਪ ਤੇ ਰਹਿੰਦਾ ਹੈ ਜਦੋਂ ਆਪਾਂ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੀ ਇੰਪਲੀਮੈਂਟੇਸ਼ਨ ਦੀ ਸਹੀ ਤਰੀਕੇ ਨਾਲ ਲਾਗੂ ਹੋਣ ਦੀ ਗੱਲ ਕਰੀਏ। ਸੋ ਜਿਹੜਾ ਐਕਟ ਹੈ ਇਹ ਦਸੰਬਰ 2013 ਤੋਂ ਲਾਗੂ ਹੋ ਗਿਆ ਸੀ ਪੂਰੇ ਦੇਸ਼ ਵਿੱਚ। ਇਹਦੇ ਅੰਦਰ ਹੀ ਆਟਾ ਦਾਲ ਸਕੀਮ ਹੈ, ਕਿਹੜਾ ਡਿਪਾਰਟਮੈਂਟ ਹੈ ਆਟਾ ਦਾਲ ਸਕੀਮ ਨੂੰ ਜਿਹੜਾ ਰਨ ਕਰਦਾ ਹੈ, ਇਹ ਡਿਪਾਰਟਮੈਂਟ ਦਾ ਨਾਮ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਐਗਜ਼ਾਮ ਲਈ। ਸੋ ਡਿਪਾਰਟਮੈਂਟ ਆਫ ਫੂਡ, ਸਿਵਲ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਪੰਜਾਬ ਦਾ। ਸੋ ਉਸ ਤੋਂ ਬਾਅਦ ਕਹਿੰਦੇ ਜਿਹੜਾ ਇਹ ਐਕਟ ਹੈ ਇਹਨੂੰ ਪੰਜਾਬ ਦੇ ਵਿੱਚ ਇੱਕ ਨਵਾਂ ਸਿਰੇ ਤੋਂ ਚਲਾਇਆ ਗਿਆ ਤੇ 2017 ਦੇ ਵਿੱਚ ਇਹਨੂੰ ਨਾਮ ਹੀ ਨਵਾਂ ਦੇਤਾ, ਸਮਾਰਟ ਰਾਸ਼ਨ ਕਾਰਡ ਸਕੀਮ। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ ਕਿ ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਸੀ ਉਹਨੂੰ ਕਿਹੜੀ ਸਕੀਮ ਦੇ ਅੰਦਰ ਲਿਆਂਦਾ ਗਿਆ, ਉਹਨੂੰ
2017 ਦੀ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਅੰਦਰ ਲਿਆਂਦਾ ਗਿਆ। ਤੇ ਹੁਣ ਜਿਹੜੀ ਸਕੀਮ ਹੈ ਇਹਦੇ ਚ ਬੈਨੀਫੀਸ਼ਰੀਜ਼ ਨੂੰ ਜਿਹੜੇ ਇਹਦੇ ਅੰਦਰ ਆਉਂਦੇ ਨੇ ਗਰੀਬ ਲੋਕ, ਉਹਨਾਂ ਨੂੰ ਕਿਹੜੇ ਕਿਹੜੇ ਬੈਨੀਫਿਟ ਮਿਲਦੇ ਨੇ। 2 ਰੁਪਏ ਕਿਲੋ ਕਣਕ, ਉਸ ਤੋਂ ਬਾਅਦ 30 ਕਿਲੋ ਦੇ ਬੈਗ ਲੈ ਸਕਦੇ ਨੇ। ਫਿਰ ਜਿਹੜੇ ਪ੍ਰਾਇੋਰਟੀ ਹਾਊਸ ਹੋਲਡ ਨੇ ਜਿਨ੍ਹਾਂ ਨੂੰ 1-2-3 ਕੈਟੇਗਰੀਜ਼ ਚ ਵੰਡਿਆ ਹੋਇਆ, ਜਿਹੜੇ ਗਰੀਬਾਂ ਦੇ ਵਿੱਚ ਵੀ ਨੰਬਰ 1 ਤੇ ਪਹਿਲਾਂ ਜਿਨ੍ਹਾਂ ਨੂੰ ਪ੍ਰਾਇੋਰਟੀ ਤੇ ਰੱਖਣਾ ਆਪਾਂ ਨੇ, ਉਹਨਾਂ ਨੂੰ 5 ਕਿਲੋ ਕਣਕ ਮਿਲਦੀ ਹੈ ਹਰ ਮਹੀਨੇ। ਤੇ ਉਸ ਤੋਂ ਬਾਅਦ अन्य अंत्योदय योजना है, ਇਹਦੇ ਅੰਦਰ ਜਿਹੜੀਆਂ ਗਰੀਬ ਪਰਿਵਾਰ ਨੇ ਉਹਨਾਂ ਨੂੰ 35 ਕਿਲੋ ਦੀ ਜਿਹੜੀ ਕਣਕ ਹੈ ਹਰ ਮਹੀਨੇ ਮਿਲਦੀ ਹੈ। ਤੇ ਜਿਹੜੀਆਂ ਇੰਡੀਆ ਦੀਆਂ ਸਕੀਮਸ ਨੇ ਇਹਨਾਂ ਨੂੰ ਪੰਜਾਬ ਦੀ ਸਰਕਾਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਚਲਾ ਰਹੀ ਹੈ। ਤੇ ਜੇ ਆਪਾਂ ਹੁਣ ਦਾ ਡਾਟਾ ਚੱਕੀਏ ਲੇਟੈਸਟ, ਤਾਂ ਘੱਟੋ ਘੱਟ 1.41 ਕਰੋੜ ਬੈਨੀਫੀਸ਼ਰੀਜ਼ ਇਸ ਸਕੀਮ ਦੇ ਅੰਦਰ ਕਵਰ ਹੋ ਚੁੱਕੇ ਨੇ। ਤੇ ਪ੍ਰੈਜ਼ੈਂਟਲੀ ਜਿਹੜੀ ਸਬਸਿਡਾਈਜ਼ਡ ਵੀਟ ਹੈ ਘੱਟ ਰੇਟ ਵਾਲੀ, ਇਹ ਡਿਸਟ੍ਰੀਬਿਊਟ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਅਪ੍ਰੈਲ 2020 ਤੋਂ ਜੇ ਆਪਾਂ ਸਤੰਬਰ 2020 ਤੱਕ ਦਾ ਸਮਾਂ ਚੱਕੀਏ, ਸਿਰਫ ਇੰਨੇ ਥੋੜੇ ਟਾਈਮ ਪੀਰੀਅਡ ਦੇ ਵਿੱਚ ਹੀ ਜਦੋਂ ਕਰੋਨਾ ਪੀਕ ਤੇ ਸੀ ਤਾਂ 36.57 ਲੱਖ ਫੈਮਲੀਜ਼ ਨੂੰ ਘੱਟ ਰੇਟ ਤੇ ਇਹ ਵੀਟ ਕਣਕ ਦਿੱਤੀ ਗਈ ਹੈ ਪੰਜਾਬ ਸਰਕਾਰ ਦੁਆਰਾ। ਤੇ ਕਿਹੜੇ ਡਿਪਾਰਟਮੈਂਟ ਦੁਆਰਾ? ਡਿਪਾਰਟਮੈਂਟ ਆਫ ਫੂਡ, ਸਿਵਲ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਪੰਜਾਬ। मैं तुहानूं बार-बार इसलिए दस रही क्योंकि डिपार्टमेंट का नाम बहुत इंपॉर्टेंट है। कहते ਜਿਹੜੇ भी बेनीफिशरी ने इस स्कीम के अंदर आउंदे ने जिन्हां ने घट रेट वाली जिहड़ी कणक लैनी है, दाल लैनी है, इन्हां नूं कुछ राशन कार्ड दिते गए हुए ने ते 99% जिहड़े राशन कार्ड ने ये आधार कार्ड दे नाल लिंक्ड ने। सो ये भी बहुत वड्डी अचीवमेंट है कि ऑनलाइन मॉनिटरिंग हो सकती है ਇਹਦੇ ਨਾਲ कि किनू मिल गया किनू नहीं मिल गया। सो जिहड़ी पंजाब सरकार दी epos.punjab.government.in वैबसाइट है, ਇਹਦੇ ऑनलाइन तुसी पोर्टल ते जाओ, ਉੱਥੇ ਜਾ ਕੇ ਤੁਹਾਨੂੰ ਪਤਾ ਲੱਗ ਜੂਗਾ ਕਿ ਕੌਣ ਬੰਦਾ ਬੈਨੀਫੀਸ਼ਰੀ ਹੈ, ਕਿਉਂਕਿ 99% ਲੋਕਾਂ ਦੇ ਰਾਸ਼ਨ ਕਾਰਡ ਆਧਾਰ ਕਾਰਡ ਦੇ ਨਾਲ ਜੁੜੇ ਹੋਏ ਨੇ। ਨੈਕਸਟ ਇਜ਼ ਡੈਮੋਗ੍ਰਾਫਿਕ ਟ੍ਰੈਂਡ। ਸੋ ਮੈਕਰੋ ਇਕਨੋਮਿਕ ਦੇ ਅੰਦਰ ਆਪਾਂ ਹੁਣ ਗੱਲ ਕਰਾਂਗੇ, ਡੈਮੋਗ੍ਰਾਫਿਕ ਦੇ ਅੰਦਰ ਆਪਾਂ ਮੇਨਲੀ ਪੋਪੂਲੇਸ਼ਨ ਟ੍ਰੈਂਡਸ ਦੀ ਗੱਲ ਕਰਦੇ ਹਾਂ ਕਿ ਕਿੰਨੀ ਪੋਪੂਲੇਸ਼ਨ ਵੱਧ ਗਈ ਘਟ ਗਈ। ਸੋ ਕਹਿੰਦੇ ਪੰਜਾਬ ਨੂੰ ਜੇ ਆਪਾਂ ਓਵਰਆਲ ਇੰਡੀਆ ਲੈਵਲ ਦੇ ਨਾਲ ਕੰਪੇਅਰ ਕਰੀਏ ਤਾਂ ਉਰੇ ਪੋਪੂਲੇਸ਼ਨ ਦੇ ਵਿੱਚ ਬਹੁਤ ਭਾਰੀ ਗਿਰਾਵਟ ਆ ਰਹੀ ਹੈ। ਮੇਨਲੀ ਜਿਹੜਾ ਬਰਥ ਰੇਟ, ਫਰਟੀਲਿਟੀ ਰੇਟ ਹੈ ਉਹਦੇ 'ਚ ਬਹੁਤ ਕਮੀ ਆਈ ਹੈ। ਜੇ ਆਪਾਂ 1971 ਦੀ ਗੱਲ ਕਰੀਏ ਤਾਂ ਉਸ ਟਾਈਮ ਜਿਹੜਾ ਪੰਜਾਬ ਤੇ ਇੰਡੀਆ ਦੋਨਾਂ ਦਾ ਫਰਟੀਲਿਟੀ ਰੇਟ ਸੀ ਉਹ 5.2 ਸੀ, ਪਰ ਹੁਣ 2018 ਦੇ ਵਿੱਚ ਇੰਡੀਆ ਦਾ 2.2 ਹੈ ਤੇ ਪੰਜਾਬ ਦਾ ਸਿਰਫ 1.6। ਸੋ ਹੁਣ ਤੁਸੀਂ ਆਪ ਉਰੇ ਕੰਪੈਰੀਜ਼ਨ ਕਰ ਸਕਦੇ ਹੋ ਕਿ ਕਿੰਨਾ ਜ਼ਿਆਦਾ ਫਰਟੀਲਿਟੀ ਰੇਟ ਘਟਿਆ, ਜਿਹਦੇ ਨਾਲ ਅਸਰ ਕਾਹਦੇ ਤੇ ਪੈ ਰਿਹਾ? ਪੋਪੂਲੇਸ਼ਨ ਤੇ। ਸੋ ਕਹਿੰਦੇ ਸੇਮ ਟਾਈਮ ਤੇ ਜੇ ਆਪਾਂ ਕਹਿ ਰਹੇ ਬਰਥ ਰੇਟ ਘੱਟ ਹੋ ਰਹੇ ਨੇ ਤਾਂ ਮੌਤਾਂ ਵੀ ਘੱਟ ਹੋ ਰਹੀਆਂ, ਜਿਹੜਾ ਮੌਤਾਂ ਦਾ ਦਰ ਹੈ, ਡੈਥ ਰੇਟ ਹੈ, ਉਹ ਵੀ ਬਹੁਤ ਨੀਚੇ ਜਾ ਰਿਹਾ। ਮੇਨ ਇਹਦਾ ਕਾਰਨ ਹੈ ਪੰਜਾਬ ਸਰਕਾਰ ਦੀਆਂ ਵਧੀਆ ਸਕੀਮਸ 올ਡ ਏਜ ਦੇ ਲੋਕਾਂ ਲਈ, ਜਿਵੇਂ ਕਿ ਰਾਹਤ ਕੋਸ਼ ਸਕੀਮ ਹੈ ਕੈਂਸਰ ਦੇ ਲਈ। ਸੋ ਇਦਾਂ ਦੇ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਪੰਜਾਬ ਸਰਕਾਰ, ਜਿਹਦੇ ਕਾਰਨ ਹੀ ਜਿਹੜਾ ਡੈਥ ਰੇਟ ਹੈ ਉਹ ਬਹੁਤ ਘੱਟ ਹੈ। ਤੇ ਇਹਦੇ ਵਿੱਚ ਕਹਿੰਦੇ ਇੱਕ ਮਾਰਜਨਲ ਇਨਕਰੀਜ਼ ਆਇਆ ਚਾਹੇ 2011 ਤੋਂ 18 ਤੱਕ, ਪਰ ਇਹ ਡਿਕਲਾਈਨ ਹੋ ਰਿਹਾ ਹੈ। ਹੁਣ ਆਪਾਂ ਉਰੇ ਦੇਖ ਲੈਂਦੇ ਹਾਂ ਕਿ ਪੰਜਾਬ ਦੀ ਕੰਮ ਕਰਨ ਵਾਲੀ 15 ਤੋਂ ਜਿਹੜੀ 64 ਸਾਲ ਦੀ ਉਮਰ ਹੁੰਦੀ ਹੈ, ਇਹਨੂੰ ਆਪਾਂ ਵਰਕਿੰਗ ਪੋਪੂਲੇਸ਼ਨ ਕਹਿੰਦੇ ਆ ਇਕਨੋਮਿਕਸ ਦੇ ਵਿੱਚ। ਇਹ ਕੁਐਸਚਨ 2-3 ਵਾਰੀ ਪੇਪਰ 'ਚ ਆ ਚੁੱਕਿਆ ਹੈ ਕਿ ਵਰਕਿੰਗ ਪੋਪੂਲੇਸ਼ਨ ਦੀ ਏਜ ਕਿੰਨੀ ਹੁੰਦੀ ਹੈ। ਸੋ ਆਪਾਂ ਇਕਨੋਮਿਕਸ ਦੇ ਅੰਦਰ 15 ਤੋਂ 64 ਸਾਲ ਮੰਨ ਕੇ ਚੱਲਦੇ ਹਾਂ ਤੇ 2017 ਦੇ ਵਿੱਚ 71.8% ਲੋਕ ਵਰਕਿੰਗ ਪੋਪੂਲੇਸ਼ਨ ਦੇ ਸੀ, ਮਤਲਬ 15 ਤੋਂ 64 ਸਾਲ ਦੇ ਸੀ ਪੰਜਾਬ ਦੇ। Then comes the sex ratio. Sex ratio basically males ਦੇ comparatively females, girls ਦੇ comparatively boys ਕਿੰਨੇ ਨੇ, ਕਿੰਨਾ birth ਹੋ ਰਿਹਾ ਹੈ, ਉਹ ਚੀਜ਼ ਹੁੰਦੀ ਹੈ sex ratio, that is 890। ਤੇ ਉਸ ਤੋਂ ਬਾਅਦ ਆਉਂਦਾ ਮਾਈਗ੍ਰੇਸ਼ਨ ਦਾ ਟ੍ਰੈਂਡ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋਈ ਕੰਮ ਦੀ ਭਾਲ 'ਚ, ਵਧੀਆ ਲਿਵਿੰਗ ਸਟੈਂਡਰਡ ਦੀ ਭਾਲ ਦੇ ਵਿੱਚ ਜੋ ਲੋਕ ਮਾਈਗ੍ਰੇਟ ਕਰਦੇ ਨੇ, ਆਪਣਾ ਜਗ੍ਹਾ ਨੂੰ ਬਦਲਦੇ ਨੇ, ਉਸ ਚੀਜ਼ ਨੂੰ ਆਪਾਂ ਮਾਈਗ੍ਰੇਸ਼ਨ ਦੇ ਅੰਦਰ ਲੈ ਕੇ ਆਉਂਦੇ ਹਾਂ। ਤੇ ਕਹਿੰਦੇ 2011 ਦੇ ਸੈਂਸਸ ਦੇ ਮੁਤਾਬਿਕ ਪੰਜਾਬ 'ਚ ਆਉਣ ਵਾਲੇ 24 ਲੱਖ ਲੋਕ ਸੀ ਜਿਹੜੇ ਮਾਈਗ੍ਰੇਟ ਕੀਤੇ ਨੇ ਪੰਜਾਬ 'ਚ। ਤੇ ਆਪਾਂ ਨੇ ਐਗਜ਼ਾਮ ਦੇ ਲਈ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਯਾਦ ਰੱਖਣੀ ਹੈ ਉਹ ਹੈ ਕਿ ਪੰਜਾਬ ਦੇ ਕਿਹੜੇ ਇਹੋ ਜਿਹੇ 2 ਇੰਡਸਟਰੀਅਲ ਸ਼ਹਿਰ ਨੇ ਜਿੱਥੇ ਸਭ ਤੋਂ ਜ਼ਿਆਦਾ ਇਮੀਗ੍ਰੈਂਟਸ ਆਉਂਦੇ ਨੇ। ਸੋ ਉਹ ਹੈ ਲੁਧਿਆਣਾ ਤੇ SAS ਨਗਰ। ਫਿਰ ਆਪਾਂ ਗੱਲ ਕਰਦੇ ਹਾਂ ਰੁਜ਼ਗਾਰ ਦੀ
ਕਹਿੰਦੇ ਇੰਪਲੋਇਮੈਂਟ ਹੈ ਜਿਹੜੀ ਉਹ ਲੇਬਰ ਸੈਕਟਰ ਦੇ ਵਿੱਚ ਵਧੀ ਹੈ, ਪਰ ਓਵਰਆਲ ਜੇ ਆਪਾਂ ਇੰਡੀਆ ਲੈਵਲ ਦੀ ਗੱਲ ਕਰੀਏ ਤਾਂ ਪੰਜਾਬ 'ਚ ਇੰਡੀਆ ਲੈਵਲ ਦੇ ਕੰਪੈਰੀਟਿਵਲੀ ਇੰਪਲੋਇਮੈਂਟ ਬਹੁਤ ਘੱਟ ਰਹੀ ਹੈ। ਹੁਣ ਜੇ ਆਪਾਂ ਬੇਰੁਜ਼ਗਾਰੀ ਦੇ ਦਰ ਦੀ ਗੱਲ ਕਰੀਏ, ਅਨਇੰਪਲੋਇਮੈਂਟ ਰੇਟ ਦੀ, ਇਹ ਆਪਾਂ ਨੇ ਰੇਟ ਹੈ ਜਿਹੜਾ ਐਗਜ਼ਾਮ ਲਈ ਯਾਦ ਰੱਖਣਾ ਹੈ, ਕਿਉਂਕਿ ਇੰਡੀਆ ਦਾ ਅਨਇੰਪਲੋਇਮੈਂਟ ਰੇਟ ਮੈਂ ਬਹੁਤ ਸਾਰੇ ਸੈਂਟਰਲ ਲੈਵਲ ਦੇ ਐਗਜ਼ਾਮਸ ਵਿੱਚ ਦੇਖਿਆ। ਸੋ ਪੰਜਾਬ ਦੇ ਜੇ ਆਪਾਂ ਐਗਜ਼ਾਮਸ ਦੀ ਗੱਲ ਕਰੀਏ ਤਾਂ ਉਰੇ ਵੀ ਆਪਣੇ ਤੋਂ ਅਨਇੰਪਲੋਇਮੈਂਟ ਰੇਟ ਪੁੱਛਿਆ ਜਾ ਸਕਦਾ ਹੈ। ਸੋ ਪੰਜਾਬ ਦਾ ਬੇਰੁਜ਼ਗਾਰੀ ਦਾ ਦਰ ਹੈ 5.8। ਫਿਰ ਕੁਝ ਇੰਪੋਰਟੈਂਟ ਸਕੀਮਸ ਨੇ, ਜਿਹੜੀਆਂ ਇਹ ਸਕੀਮਸ ਨੇ ਇਹਨਾਂ ਨੂੰ ਵੈਸੇ ਤਾਂ ਮੈਂ ਇਹਨਾਂ ਦੇ ਵਿੱਚੋਂ ਮੇਨ ਇੰਪੋਰਟੈਂਟ ਚੀਜ਼ਾਂ ਆਲਰੇਡੀ ਹਾਈਲਾਈਟ ਕਰਤੀਆਂ ਨੇ, ਪਰ ਆਪਾਂ ਨੇ ਪੇਪਰ ਦੇ ਲਈ ਈਅਰਸ ਤੇ ਪਲੇਸਿਸ, ਜਿੱਥੇ ਕੋਈ ਨਵਾਂ ਸੈਂਟਰ ਖੁੱਲਿਆ, ਕੋਈ ਰਿਸਰਚ ਸੈਂਟਰ ਖੁੱਲਿਆ, ਕੋਈ ਪ੍ਰੈਪਰੇਟਰੀ ਇੰਸਟੀਚਿਊਟ ਖੁੱਲਿਆ, ਸੋ ਜਿਹੜੇ ਵੀ ਇਹ ਜਗ੍ਹਾ ਤੇ ਈਅਰਸ ਨੇ ਸਕੀਮ ਦੇ, ਇਹ ਤੁਸੀਂ ਬਿਲਕੁਲ ਮਿਸ ਨਹੀਂ ਕਰਨੇ। ਸੋ ਹੁਣ ਆਪਾਂ ਫਟਾਫਟ ਇੱਕ ਵਾਰੀ ਦੇਖ ਲੈਂਦੇ ਹਾਂ ਵੀ ਕਿਹੜੀਆਂ ਸਕੀਮਸ ਨੇ। ਸੋ ਇੱਕ ਹੈ ਪੰਜਾਬ ਫਾਈਨੈਂਸ਼ੀਅਲ ਅਸਿਸਟੈਂਟ ਟੂ ਐਸਿਡ ਵਿਕਟਿਮ, 2017 ਦੀ ਸਕੀਮ ਹੈ। ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸ ਸਕੀਮ, ਇਹਦਾ ਈਅਰ ਘੱਟੋ ਘੱਟ 3-4 ਵਾਰੀ ਪੇਪਰ 'ਚ ਆਲਰੇਡੀ ਆ ਚੁੱਕਿਆ ਹੈ। ਸੋ 1975 ਆਪਾਂ ਯਾਦ ਰੱਖਣਾ ਹੈ। ਫਿਰ ਇੱਕ ਅਪਾਹਜ ਲੋਕਾਂ ਦੇ ਲਈ, ਕੋਈ ਡਿਸਏਬਿਲਿਟੀ ਵਾਲੇ ਲੋਕਾਂ ਦੇ ਲਈ ਸਕੀਮ ਕੱਢੀ ਸੀ 2016 ਦੀ, ਜਿਹਨੂੰ ਸਿਪਦਾ ਕਿਹਾ ਜਾਂਦਾ ਹੈ। ਰੋਜ਼ਗਾਰ ਦੇ ਲਈ ਡਿਸਟ੍ਰਿਕਟ ਲੈਵਲ ਤੇ ਅਲੱਗ-ਅਲੱਗ ਬਿਊਰੋ ਬਣਾਏ ਹੋਏ ਨੇ, ਜਿੱਥੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹੋ। ਜਦੋਂ ਵੀ ਤੁਹਾਡੀ ਕੋਈ ਯੋਗਤਾ ਦੇ ਮੁਤਾਬਿਕ ਨੌਕਰੀ ਨਿਕਲੂ ਤਾਂ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਆ ਜਾਊ। ਸੋ ਸੈਟਿੰਗ ਅਪ ਆਫ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਡ ਐਂਟਰਪ੍ਰਾਈਜ਼, ਘਰ ਘਰ ਰੋਜ਼ਗਾਰ। ਇਹ ਕੁਐਸਚਨ ਬਹੁਤ ਵਾਰ ਆਇਆ ਕਿ ਇਸ ਸਕੀਮ ਦੀ ਨੇਚਰ ਕੀ ਹੈ। ਸੋ ਇਹ ਸਕੀਮ ਜੌਬ ਫੇਅਰ ਲਗਵਾਉਂਦੀ ਹੈ ਤੇ ਪਹਿਲਾਂ ਲਗਵਾਇਆ ਸੀ 2017 ਅਗਸਤ ਤੋਂ ਸਤੰਬਰ ਤੱਕ। ਫਿਰ ਆਪਣੀ ਗੱਡੀ ਆਪਣਾ ਰੋਜ਼ਗਾਰ ਯੋਜਨਾ, ਜਿਹੜੀਆਂ ਵੀ ਸਕੀਮਸ ਨੇ ਇਹਨਾਂ ਨੂੰ ਲੈ ਕੇ ਮੈਂ ਅਲੱਗ ਤੋਂ ਆਪਣੀ ਇੱਕ ਵੀਡੀਓ ਪਾ ਚੁੱਕੀ ਹਾਂ। ਪੰਜਾਬ ਸਰਕਾਰ ਦੀਆਂ 2020 ਤੋਂ ਲੈ ਕੇ 21 ਤੱਕ ਦੀਆਂ ਜਿੰਨੀਆਂ ਵੀ ਲੇਟੈਸਟ ਸਕੀਮ ਬਣਦੀਆਂ ਨੇ, ਮੈਂ ਉਹਨਾਂ ਦੇ ਨਾਲ MCQ ਰਿਲੇਟਿਡ ਪੂਰੀ ਐਕਸਪਲੇਨੇਸ਼ਨ ਦੇ ਨਾਲ ਆਲਰੇਡੀ ਵੀਡੀਓ ਅਪਲੋਡ ਕੀਤੀ ਹੋਈ ਹੈ। ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰ। ਸੋ ਤੁਸੀਂ ਉਹ ਵੀਡੀਓ ਨੂੰ ਵੀ ਇਸ ਬਜਟ ਤੇ ਇਕਨੋਮਿਕ ਸਰਵੇ ਦੇ ਨਾਲ ਦੇਖ ਲੈਣਾ। ਫਿਰ ਇੱਕ ਇੰਪੋਰਟੈਂਟ ਕੁਐਸਚਨ ਬਣਦਾ, ਜਿਹੜਾ ਮੈਂ ਤੁਹਾਨੂੰ ਬਜਟ ਦੇ ਵਿੱਚ ਵੀ ਹਾਈਲਾਈਟ ਕਰਵਾਇਆ ਸੀ, ਵੀ 2 ਜਿਹੜੇ ਪ੍ਰੈਪਰੇਟਰੀ ਇੰਸਟੀਚਿਊਟ ਨੇ ਆਰਮੀ ਵਿੱਚ ਜਾਣ ਲਈ ਬੱਚਿਆਂ ਦੇ ਲਈ, ਉਹ ਆਲਰੇਡੀ ਵਧੀਆ ਸਕਸੈਸਫੁਲੀ ਕੰਮ ਕਰ ਰਹੇ ਨੇ। ਸੋ ਹੁਣ ਇੱਕ ਤੀਜਾ ਨਵਾਂ ਇੰਸਟੀਚਿਊਟ ਖੋਲਣ ਦੀ ਗੱਲ ਕੀਤੀ ਹੈ। ਇਹਦੀ ਜਗ੍ਹਾ, ਕਦੋਂ ਤੱਕ ਪੂਰਾ ਹੋਣਾ ਹੈ ਤੇ ਨਾਮ, ਇਹ ਤਿੰਨੋਂ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਸੋ ਸਰਦਾਰ ਬਹਾਦਰ ਅਮੀਨ ਚੰਦ ਸੋਨੀ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ, ਵਿਲੇਜ ਬਜਵਾੜਾ, ਹੁਸ਼ਿਆਰਪੁਰ ਜ਼ਿਲ੍ਹਾ, 2021 ਦੇ ਐਂਡ ਤੱਕ ਕਹਿੰਦੇ ਇਹਦੀ ਕੰਪਲੀਸ਼ਨ ਹੋ ਜੂਗੀ। ਸੋ ਇਹ ਆਪਾਂ ਨੇ ਯਾਦ ਰੱਖਣੀਆਂ ਨੇ ਕੁਝ ਇੰਪੋਰਟੈਂਟ ਸਕੀਮਸ। ਸੈਕੰਡ ਇਜ਼ ਐਗਰੀਕਲਚਰ ਅਲੀਡ ਐਕਟੀਵਿਟੀਜ਼ ਐਂਡ ਰੂਰਲ ਡਿਵੈਲਪਮੈਂਟ। ਹੁਣ ਮੈਂ ਤੁਹਾਨੂੰ ਜਿਹੜੇ ਸੈਕਟਰ ਕਰਵਾ ਰਹੀ ਹਾਂ ਇਹਨਾਂ ਦਾ ਸ਼ੇਅਰ ਮੈਂ ਸਟਾਰਟਿੰਗ 'ਚ ਹੀ ਇਕੱਠਾ ਇੱਕ ਜਗ੍ਹਾ ਤੇ ਟੇਬਲ ਦੇ ਵਿੱਚ ਦੇਤਾ। ਸੋ ਉਰੇ ਮੈਂ ਰਿਪੀਟ ਨਹੀਂ ਕਰੂੰਗੀ, ਸਿਰਫ ਜੋ ਚੀਜ਼ਾਂ ਰਹਿ ਗਈਆਂ ਡੇਟਾ 'ਚੋਂ ਮੇਨ ਦੇਖਣੀਆਂ ਆਪਾਂ ਉਹ ਦੇਖਾਂਗੇ ਇਹ ਹੈਡਸ ਦੇ ਅੰਦਰ। ਸੋ ਪੰਜਾਬ ਨੂੰ ਇੰਡੀਆ ਦੀ ਬ੍ਰੈਡ ਬਾਸਕਟ ਕਿਹਾ ਜਾਂਦਾ ਹੈ, ਗ੍ਰੇਨਰੀ ਆਫ ਇੰਡੀਆ ਕਿਹਾ ਜਾਂਦਾ ਹੈ, ਕਿਉਂਕਿ ਮੇਨ ਕਣਕ ਚਾਵਲ ਕਿੱਥੋਂ ਆਉਂਦੀ ਹੈ, ਪੰਜਾਬ 'ਚ ਆਉਂਦੀ ਹੈ। ਤੇ ਜੇ ਆਪਾਂ ਸੈਂਟਰ ਪੂਲ ਦੀ ਗੱਲ ਕਰੀਏ, ਇਹ ਡੇਟਾ ਬਹੁਤ ਇੰਪੋਰਟੈਂਟ ਹੈ ਕਿ ਟੋਟਲ ਪੰਜਾਬ ਨੇ ਕਿੰਨਾ ਆਪਣਾ ਸ਼ੇਅਰ ਦਿੱਤਾ ਰਾਈਸ ਦੇ ਵਿੱਚ, ਕਿੰਨਾ ਸ਼ੇਅਰ ਦਿੱਤਾ ਵੀਟ ਵਿੱਚ ਲੇਟੈਸਟ 2019-20 ਦੇ ਸਾਲ 'ਚ। ਸੋ 21% ਤੇ 38%। ਇਹ ਤੁਹਾਨੂੰ ਜਿਹੜੀ ਪਰਸੈਂਟੇਜ ਨੇ, ਪਹਿਲਾਂ ਮੈਂ ਏਰੀਆ ਦੀ ਕਰਵਾਈ ਸੀ ਉਹ ਵੀ, ਇਹ ਸਾਰੀਆਂ ਕੁਝ ਪਰਸੈਂਟੇਜ ਤੁਹਾਨੂੰ 100% ਟਿਪਸ ਤੇ ਹੋਣੀਆਂ ਚਾਹੀਦੀਆਂ ਨੇ। ਤੁਸੀਂ ਅਲੱਗ ਤੋਂ ਨੋਟ ਕਰੋ ਤੇ ਇਹਨਾਂ ਨੂੰ ਡੇਲੀ ਉੱਠ ਕੇ ਪੜ੍ਹੋ। ਇੱਕ ਵਾਰੀ 5-10 ਮਿੰਟ ਕੱਢੋ ਆਪਣੇ ਟਾਈਮ 'ਚੋਂ, ਕਿਉਂਕਿ ਇਹ ਚੀਜ਼ਾਂ ਤਾਂ ਹੀ ਯਾਦ ਹੁੰਦੀਆਂ ਨੇ, ਇੱਕ ਵਾਰੀ ਪੜ੍ਹ ਕੇ ਤੁਸੀਂ ਐਗਜ਼ਾਮ 'ਚ ਕਨਫਿਊਜ਼ ਹੋ ਜਾਓਗੇ। ਫਿਰ ਕਹਿੰਦੇ ਸਭ ਤੋਂ ਜ਼ਿਆਦਾ ਹਾਈ ਯੀਲਡ ਕਿਹਦੀ ਆਪਣੇ ਪੰਜਾਬ ਦੇ ਵਿੱਚ, ਸਭ ਤੋਂ ਜ਼ਿਆਦਾ ਵੀਟ ਦੀ ਹੈ। ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਬਣਦੀ ਹੈ, ਰਾਈਸ ਪ੍ਰੋਡਿਊਸ ਹੁੰਦੇ ਆ। ਹੁਣ ਇੰਪੋਰਟੈਂਟ ਕੁਐਸਚਨ ਆਉਂਦਾ ਕਿ ਪੰਜਾਬ ਦੀ ਸਿੰਚਾਈ ਦਾ ਮੇਨ ਸੋਰਸ ਕੀ ਹੈ, ਕਿੱਥੋਂ ਜ਼ਿਆਦਾ ਏਰੀਆ ਪੰਜਾਬ ਦਾ ਇਰੀਗੇਸ਼ਨ ਦੇ ਅੰਦਰ ਹੁੰਦਾ ਹੈ, ਟਿਊਬਵੈਲ ਦੀ ਹੈਲਪ ਦੇ ਨਾਲ। ਇਹੀ ਮੇਨ ਕਾਰਨ ਹੈ ਕਿ ਗਰਾਊਂਡ ਵਾਟਰ ਨੂੰ ਲੈ ਕੇ, ਉਹਦੀ ਡਿਪਲੀਸ਼ਨ ਨੂੰ ਲੈ ਕੇ ਬਹੁਤ ਬਾਰ-ਬਾਰ ਕੁਐਸਚਨ ਉੱਠਦੇ ਨੇ। ਪੰਜਾਬ ਸਰਕਾਰ ਸਕੀਮਸ ਵੀ ਦੇ ਰਹੀ ਹੈ। ਹੋਰ ਕਿਹੜੇ ਇਨੀਸ਼ੀਏਟਿਵ ਨੇ ਐਗਰੀਕਲਚਰ ਨਾਲ ਰਿਲੇਟਡ, ਸ਼੍ਰਿੰਪ ਫਾਰਮਿੰਗ, ਪ੍ਰਧਾਨ ਮੰਤਰੀ ਮਤਸਿਆ ਸੰਪਦ ਯੋਜਨਾ, ਫਿਰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ, ਇਹ ਆਲਰੇਡੀ ਆਪਾਂ ਇੰਡੀਆ ਲੈਵਲ ਤੇ ਦੇਖ ਚੁੱਕੇ ਆ। ਪੰਜਾਬ ਲੈਵਲ ਦੇ ਵਿੱਚ ਵੀ ਇਹ ਜਿਹੜੀ ਸਕੀਮ ਹੈ ਇਹਨੂੰ ਹੀ ਲੈ ਕੇ ਨਵੀਆਂ ਚੀਜ਼ਾਂ ਐਡ ਕਰਤੀਆਂ ਨੇ। ਸੋ ਹੁਣ ਆਪਾਂ ਦੇਖ ਲੈਂਦੇ ਹਾਂ ਕਿ ਮੇਨ 4 ਕੰਪੋਨੈਂਟ ਇਸ ਸਕੀਮ ਦੇ ਕਿਹੜੇ ਨੇ। ਹਰ ਖੇਤ ਕੋ ਪਾਣੀ, ਪਰ ਡ੍ਰੌਪ ਮੋਰ ਕ੍ਰੌਪ,
ਵਾਟਰਸ਼ੈਡ। ਸੋ ਇਹ ਆਪਾਂ ਨੇ ਪੂਰੀ ਦੀ ਪੂਰੀ ਸਕੀਮ ਦੀ ਮੈਂ ਤੁਹਾਨੂੰ ਡਿਟੇਲ ਇਸੇ ਲਈ ਦਿੱਤੀ ਹੈ ਕਿਉਂਕਿ ਇਹ ਪੇਪਰ ਦੇ ਲਈ ਬਹੁਤ ਇੰਪੋਰਟੈਂਟ ਹੈ, ਸਿਰਫ ਪੰਜਾਬ ਜੀਕੇ ਲਈ ਨਹੀਂ, ਇੰਡੀਆ ਜੀਕੇ ਦੇ ਵਿੱਚ ਵੀ ਇਹ ਤੁਹਾਨੂੰ ਆ ਸਕਦੀ ਹੈ। ਸੋ ਫਿਰ ਕਹਿੰਦੇ ਪੰਜਾਬ ਸਰਕਾਰ ਨੇ ਨਵੀਆਂ, ਮੈਂ ਤੁਹਾਨੂੰ ਦੱਸਿਆ ਹੁਣੀ ਪਿੱਛੇ ਕਿ ਟਿਊਬਵੈਲ ਜ਼ਿਆਦਾ ਵਰਤਦੇ ਆ, ਉਹਦੇ ਕਰਕੇ ਜਿਹੜਾ ਨੀਚੇ ਵਾਲਾ ਗਰਾਊਂਡ ਵਾਟਰ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ। ਸੋ ਉਹਨੂੰ ਕੰਜ਼ਰਵ ਕਰਨ ਦੇ ਲਈ, ਬਚਾਉਣ ਲਈ ਇੱਕ ਨਵਾਂ ਗਾਈਡਲਾਈਨ ਦਿੱਤੀ ਹੈ ਜਿਹਦਾ ਨਾਮ ਹੈ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਐਂਡ ਕੰਜ਼ਰਵੇਸ਼ਨ 2020 ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ। ਸੋ ਇਹਦੇ ਅੰਦਰ ਅਲੱਗ-ਅਲੱਗ ਬਲਾਕਸ ਬਣਾਤੇ। ਸੋ ਇੱਕ ਹੋਊਗਾ ਔਰੇਂਜ, ਇੱਕ ਯੈਲੋ, ਇੱਕ ਗ੍ਰੀਨ। ਔਰੇਂਜ ਦਾ ਮਤਲਬ ਹੈ ਕਿ ਪਾਣੀ ਆਲਮੋਸਟ ਖਤਮ ਹੋਣ ਵਾਲਾ ਹੈ ਜਾਂ ਜ਼ਿਆਦਾ ਐਕਸਪਲੋਇਟ ਹੋ ਗਿਆ ਜ਼ਰੂਰਤ ਤੋਂ ਵੀ। ਯੈਲੋ ਏਰੀਆ ਉਹ ਹੋਣਗੇ ਜਿੱਥੇ ਅਰਜੈਂਟ ਬੇਸਿਸ ਤੇ, ਐਮਰਜੈਂਸੀ ਬੇਸਿਸ ਤੇ ਧਿਆਨ ਦੇਣ ਦੀ ਲੋੜ ਹੈ, ਪਾਣੀ ਔਰੇਂਜ ਜ਼ੋਨ ਦੇ ਵੱਲ ਜਾ ਰਿਹਾ ਹੈ, ਹਾਈਲੀ ਐਕਸਪਲੋਇਟੇਸ਼ਨ ਵੱਲ ਜਾ ਰਿਹਾ ਹੈ। ਤੇ ਗ੍ਰੀਨ ਦਾ ਮਤਲਬ ਹੈ ਕਿ ਹਜੇ ਸਿਚੁਏਸ਼ਨ ਕੰਟਰੋਲ 'ਚ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪ੍ਰੋਪਰ ਮੈਨੇਜਮੈਂਟ ਕਰਕੇ ਧਿਆਨ ਦੇਣ ਦੀ ਲੋੜ ਹੈ, ਸੇਵ ਕਰਨ ਦੀ ਲੋੜ ਹੈ ਪਾਣੀ ਨੂੰ ਫਿਊਚਰ ਲਈ। ਸੋ ਇਹ ਜਿਹੜੇ ਤਿੰਨੋਂ ਬਲਾਕਸ ਨੇ ਤੇ ਤਿੰਨਾਂ ਦੀ ਅੱਡ-ਅੱਡ ਤੋਂ ਸਿਗਨੀਫੀਕੈਂਸ ਹੈ, ਉਹ ਆਪਾਂ ਨੂੰ ਐਗਜ਼ਾਮ ਲਈ ਚੰਗੀ ਤਰ੍ਹਾਂ ਯਾਦ ਹੋਣੀ ਚਾਹੀਦੀ ਹੈ। Now comes a very important topic related to electronic national agriculture market। ਜਿਹੜਾ ਇਹ ਟੌਪਿਕ ਹੈ, ਇਸ ਟਾਈਮ ਫਾਰਮ ਬਿਲਸ ਦੀ ਬਹੁਤ ਜ਼ਿਆਦਾ ਗੱਲ ਚੱਲ ਰਹੀ ਹੈ, ਕਿਸਾਨ ਅੰਦੋਲਨ ਚੱਲ ਰਿਹਾ ਹੈ। ਸੋ ਜਿਹੜੀ ਮਾਰਕੀਟ ਹੈ, ਮੈਂ ਇਹਦਾ ਟੌਪਿਕ ਇਸੇ ਲਈ ਅਲੱਗ ਤੋਂ ਇਨਕਲੂਡ ਕੀਤਾ ਹੈ ਕਿਉਂਕਿ ਇਹ ਇੱਕ ਹੀਟਿੰਗ ਟੌਪਿਕ ਹੈ। ਇਸ ਟਾਈਮ ਇਹ ਨਿਊਜ਼ ਦੇ ਵਿੱਚ, ਕਰੰਟ ਅਫੇਅਰ ਦੇ ਵਿੱਚ ਬਾਰ-ਬਾਰ ਆਉਂਦਾ ਹੈ। ਸੋ ਆਪਣੇ ਲਈ ਪੇਪਰ ਦੇ ਲਈ ਇਹਨੂੰ ਤਿਆਰ ਕਰਨਾ ਬਹੁਤ ਇੰਪੋਰਟੈਂਟ ਹੈ। ਸੋ ਇਕਨੋਮਿਕਸ ਦੇ ਅੰਦਰ, ਇੰਡੀਆ ਦੇ ਕਰੰਟ ਅਫੇਅਰ, ਪੰਜਾਬ ਦੇ ਕਰੰਟ ਅਫੇਅਰ, ਕਿਸੇ ਵੀ ਤੁਹਾਨੂੰ ਟੌਪਿਕ ਦੇ ਅੰਦਰ ਕਿਸੇ ਵੀ ਫਾਰਮ ਦੇ ਵਿੱਚ ਪੇਪਰ 'ਚ ਦੇਖਣ ਨੂੰ ਮਿਲ ਸਕਦਾ ਹੈ। ਸੋ ਈ-ਨਮਿਕ ਇਹ ਜੀ ਆਨਲਾਈਨ ਇਲੈਕਟ੍ਰੋਨਿਕ ਇੱਕ ਪਲੇਟਫਾਰਮ ਬਣਾਤਾ ਜਿੱਥੇ ਜਿਹੜੀਆਂ ਪਹਿਲਾਂ ਫਿਜ਼ੀਕਲ ਮੰਡੀਆਂ ਸੀਗੀਆਂ ਉਹਨਾਂ ਦੀਆਂ ਹੁਣ ਸਾਰੀਆਂ ਸਰਵਿਸਿਜ਼ ਆਪਾਂ ਆਨਲਾਈਨ ਲੈ ਸਕਦੇ ਹਾਂ। ਕਿਸਾਨ ਆਪਣੇ ਪ੍ਰੋਡਕਟ ਨੂੰ ਆਪਣੀ ਮਰਜ਼ੀ ਦੇ ਰੇਟ ਉੱਤੇ ਉਹਦੇ ਉੱਤੇ ਪਾ ਸਕਦਾ ਹੈ ਤੇ ਉਹਨੂੰ ਰੇਟ ਮਿਲੂਗਾ ਜਿੰਨਾ ਵੀ ਉਹ ਚਾਹੁੰਦਾ, ਜਿੰਨਾ ਪ੍ਰਾਈਸ ਕੋਟ ਕੀਤਾ ਹੈ। So ENAM is a national agriculture product market platform to create a network of physical mandi which can be accessed online। Buyers उरे देख सकते ने, farmer देख सकते ने, या जे कोई विचला agent है, commission agent ਉਹ ਵੀ। Once the trade match take place, ਜਦੋਂ ਆਪਸ ਦੇ ਵਿੱਚ buyer ਤੇ seller ਮਿਲ ਜਾਂਦੇ ਨੇ, ਉਹਨਾਂ ਨੂੰ ਇੱਕ ਦੂਜੇ ਦਾ ਪ੍ਰਾਈਸ ਸਹੀ ਲੱਗਦਾ ਹੈ ਤਾਂ online payment seller ਨੂੰ ਹੋ ਜਾਂਦੀ ਹੈ ਤੇ ਪ੍ਰੋਡਕਟ ਦੀ ਡਿਲੀਵਰੀ ਹੋ ਜਾਂਦੀ ਹੈ buyer ਨੂੰ। ਸੋ ਨੈਸ਼ਨਲ ਲੈਵਲ ਤੇ ਜਿਹੜੀ ਮਾਰਕੀਟ ਹੈ ਇਹ ਬਹੁਤ ਵੱਡੇ ਲੈਵਲ ਤੇ ਕੰਮ ਕਰ ਰਹੀ ਹੈ ਤੇ ਇਹ ਜਿਹੜੀ ਮਾਰਕੀਟ ਹੈ ਇਹਦੇ ਬਹੁਤ ਸਾਰੇ ਫਾਇਦੇ ਨੇ। ਪਹਿਲੀ ਚੀਜ਼ ਟਰਾਂਸਪੇਰੈਂਸੀ, ਜਿੰਨਾ ਵੀ ਪ੍ਰਾਈਸ ਹੈ ਉਹ ਤੁਹਾਨੂੰ ਆਨਲਾਈਨ ਦਿਖੂਗਾ। ਦੂਜਾ, ਫਾਰਮਰ ਤੇ ਬਾਇਰ ਨੂੰ, ਸੈਲਰ ਤੇ ਬਾਇਰ ਨੂੰ ਡਾਇਰੈਕਟਲੀ ਮਿਲਾਇਆ ਜਾਂਦਾ ਉਰੇ। ਤੀਜਾ, ਆਪਣੇ ਕੋਲ ਜ਼ਿਆਦਾ ਵੱਡੀ ਵੈਰਾਈਟੀ, ਜ਼ਿਆਦਾ ਵੱਡੇ ਲੈਵਲ ਦੀ ਐਕਸੈਸ ਹੋ ਜਾਂਦਾ ਮਾਰਕੀਟਸ ਨੂੰ ਕਿਉਂਕਿ ਪੂਰੇ ਇੰਡੀਆ ਲੈਵਲ ਦੀ ਗੱਲ ਹੋ ਰਹੀ ਹੈ। ਉਸ ਤੋਂ ਬਾਅਦ ਕਹਿੰਦੇ ਜਿਹੜਾ ਈਨਮ ਵੈਬਸਾਈਟ ਹੈ ਉਹਨੇ ਇਹ ਦੱਸਿਆ ਕਿ ਇਸ ਟਾਈਮ 37 ਮੰਡੀਆਂ ਨੇ ਜਿਹੜੀਆਂ ਪੰਜਾਬ ਦੀਆਂ, ਉਹ ਆਲਰੇਡੀ ਇਸ ਆਨਲਾਈਨ ਪੋਰਟਲ ਦੇ ਉੱਤੇ ਲਿੰਕਡ ਨੇ ਤੇ ਪੰਜਾਬ ਨੇ ਪਰਮਿਟ ਕੀਤਾ ਕਿ ਉਹ 7 ਕਮੋਡਿਟੀਜ਼ ਨੂੰ, 7 ਤਰ੍ਹਾਂ ਦੀਆਂ ਕ੍ਰੌਪਸ ਨੂੰ, ਫਸਲਾਂ ਨੂੰ ਇਸ ਪਲੇਟਫਾਰਮ ਤੇ ਵੇਚਣਗੇ। ਸੋ ਉਰੇ ਆਪਾਂ ਨੇ 37 ਵਰਡ ਯਾਦ ਰੱਖਣਾ ਹੈ, ਇਹ ਟਰਮ। ਉਸ ਤੋਂ ਬਾਅਦ ਆਪਾਂ ਨੇ ਨੈਕਸਟ ਨੰਬਰ ਯਾਦ ਰੱਖਣਾ ਹੈ 7 ਪ੍ਰੋਡਕਟ ਕਮੋਡਿਟੀ। ਇਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਂਦੀਆਂ ਨੇ, ਇਹ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਇਹ 7 ਕਮੋਡਿਟੀਜ਼ ਨੇ ਬਾਸਮਤੀ, ਮੇਜ਼, ਪੋਟੈਟੋ, ਕੀਨੂ, ਕਾਟਨ, ਪੀਸ ਤੇ ਮੂੰਗ। ਸੋ ਕਣਕ ਤੇ ਚਾਵਲਾਂ ਤੋਂ ਬਿਨਾਂ ਹੋਰ ਜਿਹੜੀਆਂ ਨੌਨ MSP ਹਾਰਵੈਸਟ ਨੇ ਜਿਵੇਂ ਸਪੈਸ਼ਲੀ, ਉਹ ਚੀਜ਼ਾਂ ਆਪਾਂ ਉਰੇ ਵੇਚ ਸਕਦੇ ਹਾਂ। 31 ਦਸੰਬਰ 2020 ਤੱਕ ਕਹਿੰਦੇ 2242 ਟਰੇਡਰ, 8134 ਕਮਿਸ਼ਨ ਏਜੰਟ ਤੇ 2,16,701 ਫਾਰਮਰ ਕਿਸਾਨ ਪੰਜਾਬ ਦੇ ਈ-ਨਮ ਦੇ ਅੰਦਰ ਆਪਦੇ ਆਪ ਨੂੰ ਰਜਿਸਟਰ ਕਰਵਾ ਚੁੱਕੇ ਨੇ। ਸੋ ਇਹ ਡੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਥਰਡਲੀ ਵਿਲ ਟਾਕ ਅਬਾਊਟ ਇੰਡਸਟਰੀਅਲ ਡਿਵੈਲਪਮੈਂਟ। ਜਿਹੜਾ ਇੰਡਸਟਰੀਅਲ ਸੈਕਟਰ ਹੈ ਉਹ ਕਹਿੰਦੇ ਟੋਟਲ ਪੰਜਾਬ ਦੀ, ਜੇ ਆਪਾਂ ਵੈਲਿਊ ਐਡਿਡ ਦੀ ਗੱਲ ਕਰੀਏ, ਇਨਕਮ ਦੀ ਗੱਲ ਕਰੀਏ ਜਾਂ ਫਿਰ ਰੋਜ਼ਗਾਰ ਸ਼ੇਅਰ ਦੀ ਗੱਲ ਕਰੀਏ ਤਾਂ ਕਹਿੰਦੇ 1/4 ਹਿੱਸਾ ਇੰਡਸਟਰੀ 'ਚੋਂ ਆ ਰਿਹਾ ਰੋਜ਼ਗਾਰ ਦੇ ਵਿੱਚ। ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਹੈ ਮੈਨੂਫੈਕਚਰਿੰਗ ਦਾ, ਜਿਵੇਂ ਸਟੀਲ ਪਲਾਂਟ ਵਗੈਰਾ, ਮੰਡੀ ਗੋਬਿੰਦਗੜ੍ਹ ਹੱਬ ਹੈ ਸਟੀਲ ਦਾ, ਜਾਂ ਬਟਾਲੇ ਸਾਈਡ ਤੋਂ ਵੀ ਬਹੁਤ ਜ਼ਿਆਦਾ ਉੱਥੇ ਐਗਰੀਕਲਚਰ ਮਸ਼ੀਨਰੀ ਵਗੈਰਾ ਬਣਦੀ ਹੈ। ਸੋ ਇਹ 2-3 ਮੇਨ ਏਰੀਆਜ਼ ਨੇ ਜਿੱਥੇ ਮੈਨੂਫੈਕਚਰਿੰਗ ਸੈਕਟਰ ਪੰਜਾਬ ਦਾ ਇਸਟੈਬਲਿਸ਼ਡ ਹੈ। ਉਸ ਤੋਂ ਬਾਅਦ ਕਹਿੰਦੇ ਜਦੋਂ ਆਪਾਂ ਗਵਰਨਮੈਂਟ ਆਫ ਪੰਜਾਬ ਦੀ ਗੱਲ ਕਰੀਏ ਤਾਂ ਉਹਨੇ ਬਹੁਤ ਵਧੀਆ ਇੱਕ ਇੰਡਸਟਰੀ ਨੂੰ ਪ੍ਰਮੋਟ ਕਰਨ ਦੇ ਲਈ ਇਨਵੈਸਟਮੈਂਟ ਬਿਊਰੋ ਤਿਆਰ ਕੀਤਾ ਜਿਹਦਾ ਨਾਮ ਹੈ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ, ਟੂ ਪ੍ਰੋਵਾਈਡ
one stop clearance of the proposal of new investment in the state। ਹੁਣ ਇੱਕ ਕੁਐਸਚਨ ਹੈ ਬਾਰ-ਬਾਰ ਪੇਪਰ 'ਚ ਦੇਖਣ ਨੂੰ ਮਿਲਦਾ ਹੈ, ਉੱਥੇ ਕਈ ਵਾਰੀ ਸਿੱਧਾ ਗਰੋਥ ਰੇਟ ਨਹੀਂ ਪੁੱਛਿਆ ਹੁੰਦਾ, ਉੱਥੇ ਪੁੱਛਿਆ ਹੁੰਦਾ ਕਿ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ, ਜੇ ਆਪਾਂ ਕੱਲੀ ਇੰਡਸਟਰੀ ਦੀ ਪ੍ਰੋਡਿਊਸ ਦੀ ਗੱਲ ਕਰੀਏ ਤਾਂ ਉਹਦਾ ਕਿੰਨਾ ਰੇਟ ਹੈ। ਕਹਿੰਦੇ 2019-20 ਦੇ ਵਿੱਚ ਜਿਹੜਾ ਟੋਟਲ ਇੰਡਸਟਰੀਅਲ ਦਾ ਕੰਟਰੀਬਿਊਸ਼ਨ ਰਿਹਾ IIP ਦੇ ਵਿੱਚ, ਤੁਸੀਂ ਇਹਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ, ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ, ਤੇ ਇਹ ਰੇਟ ਵੀ ਯਾਦ ਰੱਖਣਾ -1.2% ਘਾਟੇ 'ਚ ਗਿਆ ਹੈ। ਤੇ ਜਿਹੜਾ ਮੈਨੂਫੈਕਚਰਿੰਗ ਹੈ ਕਹਿੰਦੇ ਇਕੱਲੇ ਦਾ 80.7% ਇਨਕਰੀਜ਼ ਹੋਇਆ 2016-17 ਤੋਂ, ਪਰ 2019-20 ਦੀ ਜੇ ਗੱਲ ਕਰੀਏ ਤਾਂ ਮੈਨੂਫੈਕਚਰਿੰਗ ਸੈਕਟਰ ਵੀ ਇਕੱਲਾ ਨੀਚੇ ਗਿਆ। ਸੋ ਇਹ ਆਪਾਂ ਨੇ ਇੰਪੋਰਟੈਂਟ ਇੰਡਸਟਰੀ ਚੋਂ ਚੀਜ਼ਾਂ ਨੋਟ ਡਾਊਨ ਕਰਨੀਆਂ ਨੇ। ਫਿਰ ਇੰਟਰਸਟ ਸਬਵੈਂਸ਼ਨ ਆਫ ਹਾਊਸਿੰਗ, ਕੁਛ ਉਰੇ ਆਪਾਂ ਸਕੀਮਸ ਇਨੀਸ਼ੀਏਟਿਵਸ ਦੀ ਗੱਲ ਕਰਾਂਗੇ ਰਿਲੇਟਡ ਟੂ ਇੰਡਸਟਰੀ। ਸੋ ਪਹਿਲਾ ਆਉਂਦਾ ਸ਼ਹਿਰੀ ਆਵਾਸ ਯੋਜਨਾ, ਇਹਨੇ ਆਪਣੀ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਟ ਦਿੱਤੀ ਜਾਂਦੀ ਸੀ ਕੋਈ ਵੀ ਕੰਸਟਰਕਸ਼ਨ ਵਰਕਰਸ ਨੂੰ ਜਿਹੜੇ ਸ਼ਹਿਰਾਂ ਦੇ ਵਿੱਚ ਕੋਈ ਬਿਲਡਿੰਗਸ ਬਣਾਉਂਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਦੀ ਮਜ਼ਦੂਰੀ ਕਰਦੇ ਨੇ, ਸੋ ਉਹਨਾਂ ਨੂੰ ਇੱਕ ਇੰਟਰਸਟ ਸਬਸਿਡੀ ਦਿੱਤੀ ਜਾਂਦੀ ਸੀ। ਸੋ ਜਿਹੜੀ ਉਹ ਇੰਟਰਸਟ ਸਬਸਿਡੀ ਹੈ ਉਹ 6.5% ਦੇ ਇੰਟਰਸਟ ਤੇ ਲੋਨ ਦਿੱਤਾ ਜਾਂਦਾ ਸੀ 20 ਸਾਲ ਦੇ ਲਈ 6 ਲੱਖ ਰੁਪਏ ਦਾ। ਸੋ ਇਹ ਜਿਹੜੀ ਇੰਪੋਰਟੈਂਟ ਇੰਟਰਸਟ ਰੇਟ, ਲੋਨ ਅਮਾਊਂਟ ਤੇ ਈਅਰ, ਤੇ ਨਾਲ ਹੀ ਇਸ ਸਕੀਮ ਦਾ ਨਾਮ ਹੈ ਆਪਾਂ ਨੇ ਯਾਦ ਰੱਖਣਾ। ਫਿਰ ਆਉਂਦੀ ਹੈ ਪੈਨਸ਼ਨ, ਕਹਿੰਦੇ ਜਿਹੜੇ ਵੀ ਮਜ਼ਦੂਰ ਕੰਸਟਰਕਸ਼ਨ ਵਰਕ ਕਰਦੇ ਨੇ, ਰਜਿਸਟਰਡ ਵਰਕਰ ਨੇ, ਜਦੋਂ ਉਹ 60 ਸਾਲ ਦੇ ਹੋ ਗਏ ਤਾਂ ਉਹਨਾਂ ਨੂੰ 3 ਸਾਲ ਦੀ ਮੈਂਬਰਸ਼ਿਪ ਦੇ ਨਾਲ ਇੱਕ 2000 ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਊ। ਫਿਰ ਉਸ ਤੋਂ ਬਾਅਦ ਕੁਝ ਮੋਬਾਈਲ ਐਪ ਸਕੀਮਸ ਆਉਂਦੀਆਂ ਨੇ, ਜਿਵੇਂ ਕੋਈ ਸੀਲੋਜ਼ ਵਗੈਰਾ ਨੇ, ਉਹਨਾਂ ਨੂੰ ਆਪਣੇ ਕੁਇਕ ਉਹਨਾਂ ਦੀ ਡਿਟੈਕਸ਼ਨ ਕਰਨੀ ਹੈ, ਜਾਂ ਫਿਰ ਕਿਸੇ ਕੰਸਟਰਕਸ਼ਨ ਵਰਕਰ ਮਜ਼ਦੂਰਾਂ ਨੂੰ ਕੋਈ ਬਿਮਾਰੀਆਂ ਆਉਂਦੀਆਂ ਨੇ, ਉਹਨਾਂ ਦੇ ਫੈਮਲੀਜ਼ ਨੂੰ ਕੋਈ ਪ੍ਰੋਬਲਮ ਆਉਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਲਈ ਅਲੱਗ ਤੋਂ ਕੁਝ ਪੈਸੇ ਦਾ ਐਲੋਕੇਸ਼ਨ ਕੀਤੀ ਗਈ ਹੈ ਤੇ ਉਹਦੇ ਉੱਤੇ ਕਹਿੰਦੇ 1.5 ਲੱਖ ਤੱਕ ਦਾ ਖਰਚਾ ਕੀਤਾ ਜਾਊਗਾ ਇਸ ਸਕੀਮ ਦੇ ਅੰਦਰ ਕੰਸਟਰਕਸ਼ਨ ਵਰਕਰਸ ਦੇ ਲਈ। ਲਾਸਟ ਵਿੱਚ ਕਹਿੰਦੇ ਜੇ ਕਿਸੇ ਨੂੰ ਕੋਈ ਜਨਰਲ ਸਰਜਰੀ ਵਗੈਰਾ ਕਿਸੇ ਦੀ ਹੋ ਗਈ, ਕਿਸੇ ਨੂੰ ਕੰਮ ਕਰਦੇ ਹੋਏ ਮਜ਼ਦੂਰ ਨੂੰ ਕੋਈ ਸੱਟ ਲੱਗੀ, ਤਾਂ ਉਹਨੂੰ 50,000 ਤੱਕ ਦੀ ਫਾਈਨੈਂਸ਼ੀਅਲ ਅਸਿਸਟੈਂਟ ਦਿੱਤੀ ਜਾਊ। ਨਾਲ ਹੀ ਅਲੱਗ-ਅਲੱਗ ਦੀਆਂ ਚੀਜ਼, ਜਿਵੇਂ ਕੋਈ ਸਪੈਕਸ ਦੀ ਲੋੜ ਹੈ, ਕੋਈ ਡੈਂਟਿਸਟ ਦਾ ਉਹਨੇ ਕੰਮ ਕਰਾਉਣਾ ਹੈ, ਜਾਂ ਕੋਈ ਹੀਅਰਿੰਗ ਏਡ ਹੈ, ਕੋਈ ਸੁਣਨ ਵਗੈਰਾ ਦੀ ਪ੍ਰੋਬਲਮ ਆ, ਤਾਂ ਉਹਦੇ ਲਈ ਅਲੱਗ-ਅਲੱਗ ਇੰਨਾ ਪੈਸਾ ਮਜ਼ਦੂਰ ਨੂੰ ਵੀ ਉਹਦੇ ਪਰਿਵਾਰ ਨੂੰ ਵੀ ਮੁਹੱਈਆ ਕਰਾਇਆ ਜਾਊ। ਸੋ ਸਪੈਕਸ ਲਗਵਾਉਣ ਦੇ ਲਈ ਆਈਜ਼ ਦੇ ਲਈ 800 ਰੁਪਇਆ, ਦੰਦਾਂ ਦੇ ਇਲਾਜ ਲਈ 5000 ਤੇ ਹੀਅਰਿੰਗ ਕੰਨਾਂ ਦੇ ਇਲਾਜ ਲਈ 6000। ਸੋ ਅਲੱਗ-ਅਲੱਗ ਅਮਾਉਂਟਸ ਪਲੱਸ ਕਿਸ ਚੀਜ਼ ਲਈ ਐਲੋਕੇਟ ਕੀਤੀਆਂ ਨੇ ਇਹ ਆਪਾਂ ਨੇ ਯਾਦ ਰੱਖਣੀਆਂ। ਜਦੋਂ ਹੁਣ ਆਪਾਂ ਇੰਡਸਟਰੀਅਲ ਸੈਕਟਰ ਦੀ ਗੱਲ ਕਰ ਰਹੇ ਹਾਂ ਪੰਜਾਬ ਦੀ, ਤਾਂ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਛੋਟੇ ਲੈਵਲ ਦੀਆਂ ਜਿਹੜੀਆਂ ਸਮਾਲ ਸਕੇਲ ਇੰਡਸਟਰੀਜ਼ ਨੇ ਉਹ ਨੇ। ਤੇ ਜੇ ਆਪਾਂ ਕੰਟਰੀਬਿਊਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਦੀ ਕਮਾਈ ਦੇ ਵਿੱਚ, ਰੈਵਨਿਊ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਇੰਡਸਟਰੀ ਸੈਕਟਰ ਚੋਂ ਪੈਸਾ ਆਉਂਦਾ ਉਹ ਲੁਧਿਆਣੇ ਸ਼ਹਿਰ ਤੋਂ ਆਉਂਦਾ। ਤੇ ਇਹ ਕਿੰਨਾ ਆਇਆ ਇਸ ਵਾਰੀ 2019-20 ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 72,916.67 ਕਰੋੜ। ਫਿਰ ਲੁਧਿਆਣੇ ਤੋਂ ਬਾਅਦ ਦੂਜੇ ਨੰਬਰ ਦੀ ਸਭ ਤੋਂ ਜ਼ਿਆਦਾ ਪੈਸਾ ਆਉਂਦਾ ਸੰਗਰੂਰ ਤੋਂ। ਸੰਗਰੂਰ ਦੇ ਵਿੱਚ ਇੰਡਸਟਰੀਅਲ ਸੈਕਟਰ, ਗੰਨਾ ਮਿਲ ਵਗੈਰਾ, ਧੂਰੀ ਜਿਵੇਂ KRBL, ਸੋ ਏਦਾਂ ਦੀ ਚੀਜ਼ਾਂ ਕਰਕੇ ਬਹੁਤ ਜ਼ਿਆਦਾ ਟੋਟਲ ਮੁਨਾਫਾ ਹੁੰਦਾ ਹੈ ਇੰਡਸਟਰੀਅਲ ਸੈਕਟਰ ਦੇ ਵਿੱਚ। ਪੰਜਾਬ ਸਰਕਾਰ ਨੇ MSME ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ ਨਾਮ ਦੀ ਇੱਕ ਅੱਡ ਤੋਂ MSME ਸੈੱਟ ਕੀਤੀ ਹੋਈ ਹੈ ਤੇ ਇਹ ਜਿਹੜੀ ਪੰਜਾਬ ਦੀ ਬਿਜ਼ਨਸ ਨੂੰ ਡਿਵੈਲਪ ਕਰਨ ਦੇ ਲਈ, ਪ੍ਰਮੋਟ ਕਰਨ ਦੇ ਲਈ ਇੱਕ ਅਥਾਰਟੀ ਹੈ, ਪੰਜਾਬ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਅਥਾਰਟੀ, ਉਹ ਇਹਨੂੰ ਲੈ ਕੇ ਕੰਮ ਕਰਦੀ ਹੈ MSME ਨੂੰ ਲੈ ਕੇ। ਕਿਉਂਕਿ ਪੰਜਾਬ 'ਚ ਜਦ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਛੋਟੇ ਲੈਵਲ ਦਾ ਜ਼ਿਆਦਾ ਕੰਮ ਹੈ ਇੰਡਸਟਰੀਆਂ ਦਾ, ਸੋ ਉਹਦੇ ਨਾਲ ਕੀ ਹੈ ਕਿ ਅੱਡ ਤੋਂ ਪੰਜਾਬ ਸਰਕਾਰ ਨੇ ਫੋਕਸ ਕੀਤਾ ਹੈ ਕਿ ਕੋਈ ਗੱਲ ਨਹੀਂ, ਚਾਹੇ ਆਪਣੇ ਕੋਲ ਛੋਟੇ ਲੈਵਲ ਦੀ ਇੰਡਸਟਰੀ ਹੈ, ਆਪਾਂ ਨੇ ਇਹਦੇ ਤੋਂ ਹੀ ਮੁਨਾਫਾ ਕਮਾਉਣਾ। ਸੋ ਇਹਨੂੰ ਲੈ ਕੇ ਕੀ ਮੇਨ ਫੰਕਸ਼ਨਸ ਨੇ ਇਹ ਅਥਾਰਟੀ ਦੇ MSME ਨੂੰ ਲੈ ਕੇ? ਇੱਕ ਤਾਂ ਕੰਪੀਟੀਸ਼ਨ 'ਚ ਵਾਧਾ ਕਰਦੀ ਹੈ, ਦੂਜਾ ਪ੍ਰੋਪਰ ਕ੍ਰੈਡਿਟ ਦਾ ਧਿਆਨ ਰੱਖਦੀ ਹੈ ਵੀ ਜੇ ਕਿਸੇ ਵੀ ਇਨਸਾਨ ਨੂੰ, ਕਿਸੇ ਵੀ ਐਂਟਰਪ੍ਰੈਨਰ ਨੂੰ, ਬਿਜ਼ਨਸਮੈਨ ਨੂੰ ਲੋਨ ਵਗੈਰਾ ਦੀ ਲੋੜ ਹੈ ਤਾਂ ਉਹਨੂੰ ਉਹ ਮੁਹੱਈਆ ਕਰਾਇਆ ਜਾਵੇ। ਟੈਕਨੋਲੋਜੀ ਦਿੱਤੀ ਜਾਂਦੀ ਹੈ, ਮਾਡਰਨ ਟੈਸਟਿੰਗ ਫੈਸਿਲਿਟੀਜ਼, ਮਾਡਰਨ ਮੈਨੇਜਮੈਂਟ ਪ੍ਰੈਕਟਿਸਿਸ, ਤੇ ਨਾਲ ਹੀ ਕੋਈ ਡਿਜ਼ਾਈਨ, ਪੈਕੇਜਿੰਗ ਨੂੰ ਲੈ ਕੇ, ਜੇ ਕੋਈ ਵੀ ਪ੍ਰੋਡਕਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਉੱਪਰਲੀ ਹੈਲਪ ਦੀ ਲੋੜ ਹੈ ਤਾਂ ਉਹ ਵੀ ਪੰਜਾਬ ਸਰਕਾਰ ਆਪਣੀ ਇਸ ਬਿਜ਼ਨਸ ਡਿਵੈਲਪਮੈਂਟ ਅਥਾਰਟੀ ਦੇ ਥਰੂ ਮੁਹੱਈਆ ਕਰਾਉਂਦੀ ਹੈ। ਸੋ ਪੇਪਰ ਦੇ ਵਿੱਚ ਜੋ ਤੁਸੀਂ ਚੀਜ਼ ਮੇਨ ਯਾਦ ਰੱਖਣੀ ਹੈ ਉਹ ਇਹ ਯਾਦ ਰੱਖਣੀ ਹੈ ਕਿ MSME ਪੰਜਾਬ
ਇਹ ਕਿਸ ਅਥਾਰਟੀ ਦੇ ਅੰਦਰ ਆਉਂਦਾ? ਸੋ ਇਹ ਆਉਂਦਾ ਪੰਜਾਬ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਅਥਾਰਟੀ। ਹੁਣ ਆਪਾਂ ਗੱਲ ਕਰਾਂਗੇ ਈਜ਼ ਆਫ ਡੂਇੰਗ ਬਿਜ਼ਨਸ। ਇਹ ਜਿਹੜੀ ਸਕੀਮ ਹੈ ਆਪਾਂ ਸਾਰਿਆਂ ਨੇ ਸੁਣੀ ਹੋਈ ਹੈ, ਇਹ ਭਾਰਤ ਸਰਕਾਰ ਦੀ ਸੈਂਟਰਲ ਲੈਵਲ ਦੀ ਸਕੀਮ ਹੈ ਤੇ ਪੰਜਾਬ ਦੇ ਵਿੱਚ ਵੀ ਇਹਨੂੰ ਸਕਸੈਸਫੁਲੀ ਲਾਗੂ ਕਰਵਾਇਆ ਜਾ ਰਿਹਾ। ਸੋ ਪੰਜਾਬ ਸਰਕਾਰ ਬਿਜ਼ਨਸ ਦੇ ਲਈ ਕੀ ਕਰ ਰਹੀ ਹੈ? ਸੋ ਸਭ ਤੋਂ ਪਹਿਲਾਂ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਆਪਣਾ ਅਲੱਗ ਤੋਂ ਇੱਕ ਐਕਟ ਪਾਸ ਕਰਤਾ, ਜਿਹਦੇ ਵਿੱਚ ਉਹੀ ਛੋਟੇ ਲੈਵਲ ਦੀਆਂ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ, ਉਹਨਾਂ ਨੇ ਲਾਇਸੈਂਸ, ਸਰਟੀਫਿਕੇਟ, ਰਜਿਸਟ੍ਰੇਸ਼ਨ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪ੍ਰੋਪਰ ਰੂਲਸ ਬਣਾਏ ਹੋਏ ਨੇ। ਫਿਰ ਦੂਜੇ ਨੰਬਰ ਤੇ ਆਉਂਦਾ ਇੰਟੀਗ੍ਰੇਟਿਡ ਕੰਸਟਰਕਸ਼ਨ ਪਰਮਿਟ ਵਿਦ ਆਟੋ ਸਕ੍ਰੂਟਿਨੀ ਆਫ ਬਿਲਡਿੰਗ ਪਲਾਨ, auto scrutiny of building plans, approval from Airport Authority of India, National Monument Authority। ਫਿਰ ਆਉਂਦੀ ਹੈ ਪੰਜਾਬ ਦੀ online transparent land allotment। ਲਾਸਟ ਵਿੱਚ ਆਪਾਂ ਗੱਲ ਕਰਾਂਗੇ ਲੁਧਿਆਣੇ ਦੇ ਵਿੱਚ ਇੱਕ ਲੋਕਾਂ ਦੀ ਸੁਣਵਾਈ ਦੇ ਲਈ, ਕੰਜ਼ਿਊਮਰ ਨੂੰ ਜੇ ਕੋਈ ਵੀ ਪ੍ਰੋਡਕਟ ਨੂੰ ਬਿਜ਼ਨਸ ਨੂੰ ਲੈ ਕੇ ਦਿੱਕਤ ਆਉਂਦੀ ਹੈ ਤਾਂ ਕੰਜ਼ਿਊਮਰਸ ਦੀ, ਆਪਣੇ ਬਾਇਰਸ ਦੀ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਇੱਕ ਅਲੱਗ ਤੋਂ ਕੋਰਟ ਬਣਾਤੀ, ਕਚਹਿਰੀ ਬਣਾਤੀ, ਜਿਹਦਾ ਨਾਮ ਹੈ ਕਮਰਸ਼ੀਅਲ ਕੋਰਟ। ਸੋ ਇਹ ਸੈਟਅਪ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ। ਜਿੰਨੇ ਵੀ ਬਿਜ਼ਨਸ ਨੂੰ ਲੈ ਕੇ, ਕਮਰਸ ਨੂੰ ਲੈ ਕੇ ਡਿਸਪਿਊਟ ਨੇ, ਉਹ ਉਰੇ ਅਲੱਗ ਤਰੀਕੇ ਤੋਂ ਛੇਤੀ ਸਪੀਡੀ ਟ੍ਰਾਇਲ ਦੇ ਨਾਲ ਸੋਲਵ ਹੁੰਦੇ ਨੇ। ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਦੇ ਵਿੱਚ ਕਮਰਸ਼ੀਅਲ ਕੋਰਟ ਕਿੱਥੇ ਹੈ। ਸੋ ਲਾਸਟ ਵਿੱਚ ਆਪਾਂ ਦੁਬਾਰਾ ਤੋਂ ਇਸ ਐਕਟ ਬਾਰੇ ਦੇਖ ਲੈਂਦੇ ਹਾਂ। ਪੰਜਾਬ ਨੇ ਇੱਕ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਇਨ ਡਿਲੀਵਰੀ ਆਫ ਪਬਲਿਕ ਸਰਵਿਸ ਐਕਟ ਲਾਂਚ ਕੀਤਾ ਸੀ 2018। ਬੇਸਿਕਲੀ ਇਸ ਐਕਟ ਦਾ ਇਹੀ ਮੇਨ ਏਮ ਹੈ ਕਿ ਜਿਹੜੀ ਵੀ ਗਵਰਨੈਂਸ ਹੋਣੀ ਹੈ ਆਪਣੇ ਪੂਰੇ ਪੰਜਾਬ ਦੇ, ਜਿਹੜਾ ਸਟੇਟ ਹੈ, ਰਾਜ ਹੈ, ਇਹਦੇ ਵਿੱਚ ਕੋਈ ਵੀ ਬਿਜ਼ਨਸ ਹੋਣਾ ਹੈ, ਉਹਦੇ 'ਚ ਪੂਰੀ ਸਾਫ਼ ਸਫਾਈ ਹੋਵੇ, ਕੋਈ ਹੇਰ ਫੇਰ ਨਾ ਹੋਵੇ। ਸੋ ਕਿਸੇ ਵੀ ਤਰ੍ਹਾਂ ਦੇ ਇਲੀਗਲ ਤਰ੍ਹਾਂ ਦੇ ਟ੍ਰਾਂਜੈਕਸ਼ਨਾਂ ਨੂੰ, ਬਿਜ਼ਨਸ ਨੂੰ ਰੋਕਣ ਦੇ ਲਈ ਇਸ ਐਕਟ ਨੂੰ ਲਿਆਂਦਾ ਗਿਆ। ਫਿਰ ਆਉਂਦਾ with the industrial and business development policy 2017, Punjab government aims to boost industrial growth and economic activity. Startups and entrepreneurship is one of the key pillar of policy। ਕਹਿੰਦੇ ਪੰਜਾਬ ਦੀ ਜਿਹੜੀ ਬਿਜ਼ਨਸ ਨੂੰ ਡਿਵੈਲਪ ਕਰਨ ਦੀ ਪਾਲਿਸੀ ਹੈ, ਇਹਦਾ ਸਾਲ ਬਹੁਤ ਇੰਪੋਰਟੈਂਟ ਹੈ ਕਿਉਂਕਿ ਬਾਰ-ਬਾਰ ਹਰ ਚੀਜ਼ ਦੇ ਵਿੱਚ ਇਹਦਾ ਲਿੰਕ ਆ ਰਿਹਾ ਇਸ ਪਾਲਿਸੀ ਦਾ। ਸੋ ਕਹਿੰਦੇ ਇਹਦਾ ਮੇਨ ਮਕਸਦ ਇਹੀ ਆ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਬਿਜ਼ਨਸ ਹੋਣਾ, ਇੰਡਸਟਰੀ ਲੱਗਣੀ ਹੈ, ਉਹਨੂੰ ਪ੍ਰੋਪਰਲੀ ਆਪਾਂ ਗਰੋ ਕਰਵਾ ਸਕੀਏ, ਉਹਦੀ ਡਿਵੈਲਪਮੈਂਟ ਹੋ ਸਕੇ। ਸੋ ਸਟਾਰਟਅਪਸ, ਜੇ ਕਿਸੇ ਨੇ ਕੋਈ ਨਵਾਂ ਛੋਟੇ ਲੈਵਲ ਦਾ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਉਹਨੂੰ ਇਨਵੈਸਟਮੈਂਟ 'ਚ ਮਦਦ ਕੀਤੀ ਜਾਵੇ, ਜਿਹੜਾ ਉਹਦਾ ਆਈਡੀਆ ਉਹਨੂੰ ਰਿਐਲਿਟੀ ਦੇ ਵਿੱਚ ਬਦਲਣ 'ਚ ਹੈਲਪ ਕਰੀਏ, ਉਹਨੂੰ ਨੌਲੇਜ ਪ੍ਰੋਵਾਈਡ ਕਰਵਾਈਏ, ਐਕਸਪਰਟੀਜ਼, ਉਹਨੂੰ ਇੱਕ ਤਰ੍ਹਾਂ ਦੀ ਐਡਵਾਈਸ ਦਵਾਈਏ। ਸੋ ਇਹ ਜਿੰਨੀਆਂ ਵੀ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਜ਼ਰੂਰਤਾਂ ਹੁੰਦੀਆਂ ਨੇ, ਚਾਹੇ ਕੋਈ ਵੱਡਾ ਬਿਜ਼ਨਸਮੈਨ ਹੈ, ਚਾਹੇ ਕੋਈ ਛੋਟਾ ਆਪਣਾ ਸਟਾਰਟਅਪ ਸ਼ੁਰੂ ਕਰਨ ਜਾ ਰਿਹਾ ਹੈ, ਇਹ ਪਾਲਿਸੀ ਪੰਜਾਬ ਦੀ, ਪੰਜਾਬ ਸਰਕਾਰ ਦੁਆਰਾ ਜਿਹੜੀ ਬਿਜ਼ਨਸ ਨੂੰ ਡਿਵੈਲਪ ਕਰਨ ਲਈ ਬਣਾਈ ਗਈ ਹੈ, ਉਹ ਮਦਦ ਕਰਦੀ ਹੈ। ਫਿਰ ਮੋਹਾਲੀ ਦੇ ਵਿੱਚ ਇੱਕ ਹਾਈਟੈਕ ਮੈਟਲ ਕਲਸਟਰ ਬਣਾਇਆ ਗਿਆ, ਇੱਕ ਇੰਜੀਨੀਅਰਿੰਗ ਕਲਸਟਰ ਹੈ ਕਪੂਰਥਲਾ ਦੇ ਵਿੱਚ, ਗਾਰਮੈਂਟ ਕਲਸਟਰ ਆਪਾਂ ਨੂੰ ਪਤਾ ਹੈ ਕਿ ਕੱਪੜਿਆਂ ਨਾਲ ਰਿਲੇਟਿਡ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਇੰਡਸਟਰੀਅਲ ਹਬਸ ਨੇ। ਦੈਨ ਕਮ ਸਰਵਿਸਿਜ਼ ਸੈਕਟਰ। ਜਿਹੜੀ ਸਰਵਿਸ ਸੈਕਟਰ ਹੈ ਇਹ ਆਪਾਂ ਆਲਰੇਡੀ ਸਟਾਰਟਿੰਗ 'ਚ ਹੀ ਪੜ੍ਹ ਚੁੱਕੇ ਹਾਂ, ਮੈਕਰੋ ਇਕਨੋਮਿਕ ਜਦੋਂ ਆਪਣੇ ਓਵਰਵਿਊ ਦੇਖਿਆ ਸੀ, ਫਰਸਟ ਸਲਾਈਡ ਦੇ ਵਿੱਚ ਹੀ ਇਹ ਸੀ ਵੀ ਲਾਰਜੈਸਟ ਕੰਟਰੀਬਿਊਸ਼ਨ ਆਪਣੀ ਗ੍ਰੋਸ ਸਟੇਟ ਵੈਲਿਊ ਐਡਿਡ ਦੇ ਵਿੱਚ, ਆਪਣੀ ਇਨਕਮ ਦੇ ਵਿੱਚ ਪੰਜਾਬ ਦੀ ਸਰਵਿਸ ਸੈਕਟਰ ਦਾ ਹੈ। ਸੋ ਇਹਦੇ ਵਿੱਚੋਂ ਵੀ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਕੰਟਰੀਬਿਊਟ ਕਰ ਰਹੀ ਹੈ? ਹਾਈਐਸਟ ਕੰਟਰੀਬਿਊਸ਼ਨ, ਇਹ ਪੇਪਰ ਦੇ ਲਈ ਤੁਸੀਂ ਪੱਕਾ ਯਾਦ ਕਰਕੇ ਜਾਣਾ ਹੈ, ਟ੍ਰੇਡ, ਰਿਪੇਅਰ, ਹੋਟਲ, ਰੈਸਟੋਰੈਂਟ, ਇਹ ਚੀਜ਼ਾਂ ਦਾ ਸਰਵਿਸ ਸੈਕਟਰ ਦੇ ਅੰਦਰ ਹਾਈਐਸਟ ਕੰਟਰੀਬਿਊਸ਼ਨ ਰਿਹਾ। ਤੇ ਉਸ ਤੋਂ ਬਾਅਦ ਕਹਿੰਦੇ ਦੋ ਮੇਨ ਸੌਫਟਵੇਅਰ ਟੈਕਨੋਲੋਜੀ ਪਾਰਕ ਨੇ ਇੰਡੀਆ ਦੇ, ਜੋ ਪੰਜਾਬ ਦੇ ਵਿੱਚ ਨੇ। ਸੋ ਇੱਕ ਤਾਂ ਆਲਰੇਡੀ ਬਣ ਚੁੱਕਿਆ, ਸਕਸੈਸਫੁਲੀ ਕੰਮ ਕਰ ਰਿਹਾ, ਉਹ ਹੈ ਮੋਹਾਲੀ ਵਾਲਾ। ਇੱਕ ਹਜੇ ਅੰਡਰ ਕੰਸਟਰਕਸ਼ਨ ਹੈ, ਉਹ ਹੈ ਅੰਮ੍ਰਿਤਸਰ। ਸੋ ਇਹ ਸੌਫਟਵੇਅਰ ਟੈਕਨੋਲੋਜੀ ਪਾਰਕਸ ਦੇ ਨਾਮ ਵੀ ਆਪਾਂ ਨੇ ਯਾਦ ਰੱਖਣੇ ਨੇ, ਜਿਹਨੂੰ ਆਪਾਂ IT ਪਾਰਕ, ਇਨਫੋਰਮੇਸ਼ਨ ਟੈਕਨੋਲੋਜੀ ਪਾਰਕ ਵੀ ਕਹਿ ਦਿੰਦੇ ਹਾਂ। ਉਰੇ ਬਹੁਤ ਵੱਡੇ ਵੱਡੇ ਲੈਵਲ ਦੀਆਂ ਕੰਪਨੀਜ਼, ਇੰਡੀਆ ਲੈਵਲ ਦੀਆਂ, ਵਰਲਡ ਲੈਵਲ ਦੀਆਂ MNCs ਸਕਸੈਸਫੁਲੀ ਕੰਮ ਕਰ ਰਹੀਆਂ ਨੇ ਤੇ ਸਕਸੈਸਫੁਲੀ ਪੰਜਾਬ ਦਾ ਯੂਥ ਉਰੇ ਜੌਬ ਕਰ ਰਿਹਾ। ਫਿਰ ਇੱਕ STPI ਮੋਹਾਲੀ 1998 ਦੇ ਵਿੱਚ ਜਿਹੜਾ ਸੈਟਅਪ ਕੀਤਾ ਗਿਆ ਸੀ, ਇਹ ਸੌਫਟਵੇਅਰ ਟੈਕਨੋਲੋਜੀ ਪਾਰਕ, ਇਹਦੇ ਵਿੱਚ 35,000 ਤੋਂ ਜ਼ਿਆਦਾ ਐਕਸਪਰਟ ਪ੍ਰੋਫੈਸ਼ਨਲ ਬੰਦੇ ਕੰਮ ਕਰ ਰਹੇ ਨੇ। ਪੰਜਾਬ ਟੂਰਿਜ਼ਮ ਦੀ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵਧਿਆ ਪਿਛਲੇ ਥੋੜੇ ਜਿਹੇ ਸਾਲਾਂ ਦੇ ਵਿੱਚ।
2010 ਤੋਂ 2019 ਤੱਕ ਹੀ 27.1% ਵਧਿਆ ਪੰਜਾਬ ਦਾ ਟੂਰਿਜ਼ਮ। ਤੇ ਨੈਸ਼ਨਲ ਲੈਵਲ ਤੇ ਜੇ ਆਪਾਂ ਫੋਰਨ ਟੂਰਿਸਟਰ ਮਤਲਬ ਬਾਹਰਲੀਆਂ ਕੰਟਰੀਆਂ ਚੋਂ ਆਉਣ ਵਾਲੇ ਟੂਰਿਸਟਰ ਦੀ ਗੱਲ ਕਰੀਏ ਤਾਂ ਪੰਜਾਬ 8ਵੇਂ ਨੰਬਰ ਤੇ ਆਉਂਦਾ। ਸੋ ਇੰਡੀਆ ਲੈਵਲ ਤੇ ਪੰਜਾਬ ਦਾ ਫੋਰਨ ਟੂਰਿਜ਼ਮ ਦੇ ਵਿੱਚ ਰੈਂਕ ਹੈ 8th। ਇਹ ਆਪਾਂ ਨੇ ਯਾਦ ਰੱਖਣਾ ਹੈ। ਫਿਰ ਟਰਾਂਸਪੋਰਟੇਸ਼ਨ ਸੈਕਟਰ ਦੀ ਜੇ ਕਹਿੰਦੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਰੋਡ ਟਰਾਂਸਪੋਰਟ ਬਹੁਤ ਜ਼ਿਆਦਾ ਚੱਲਦਾ ਹੈ, ਨੰਬਰ 1 ਤੇ। ਨੰਬਰ 2 ਤੇ ਹੈ ਰੇਲਵੇ। ਉਸ ਤੋਂ ਬਾਅਦ ਕਹਿੰਦੇ ਹੁਣ ਜੇ ਆਪਾਂ ਫਾਈਨੈਂਸ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਫਾਈਨੈਂਸ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਰਹੀ ਹੈ। ਜਿਹੜਾ ਪੰਜਾਬ ਦਾ ਫਾਈਨੈਂਸ਼ੀਅਲ ਸਰਵਿਸ ਜਿਹਦੇ ਵਿੱਚ ਪੇਮੈਂਟ ਆਉਂਦੀਆਂ ਨੇ, ਸੇਵਿੰਗ, ਇੰਸ਼ੋਰੈਂਸ, ਕ੍ਰੈਡਿਟ ਆਉਂਦਾ, ਲੋਨ, ਐਸੈਟ, ਕਹਿੰਦੇ ਸਾਰੀਆਂ ਚੀਜ਼ਾਂ ਮਿਲ ਕੇ 2019-20 ਦਾ ਜਿਹੜਾ ਪਹਿਲਾਂ ਵਾਲਾ ਇੱਕ ਐਸਟੀਮੇਟ ਹੁੰਦਾ ਬਜਟ ਦਾ, ਇਨਕਮ ਦਾ, ਇਕੋਨਮੀ ਦਾ, ਉਹਦੇ ਵਿੱਚ ਇਹਦਾ ਸ਼ੇਅਰ ਸੀ 10.5%। ਹੁਣ ਜੇ ਆਪਾਂ ਬੈਂਕ ਦੀ ਗੱਲ ਕਰੀਏ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਪੰਜਾਬ 'ਚ ਕਿੰਨੇ ਪਬਲਿਕ ਸੈਕਟਰ ਬੈਂਕ ਨੇ ਸਰਕਾਰੀ, ਕਿੰਨੇ ਪ੍ਰਾਈਵੇਟ ਨੇ, ਕਿੰਨੇ ਕੋਆਪਰੇਟਿਵ ਤੇ ਕਿੰਨੇ ਰੀਜਨਲ ਰੂਰਲ ਬੈਂਕ ਨੇ। ਸੋ ਪੰਜਾਬ ਦੇ ਵਿੱਚ ਸਤੰਬਰ 2020 ਤੱਕ ਦਾ ਡੇਟਾ ਹੈ, ਉਦੋਂ ਤੱਕ 18 ਸਰਕਾਰੀ ਬੈਂਕ ਨੇ, 14 ਪ੍ਰਾਈਵੇਟ ਤੇ ਸਮਾਲ ਫਾਈਨਾਂਸ ਬੈਂਕ, ਇੱਕ ਰੀਜਨਲ ਰੂਰਲ ਬੈਂਕ ਹੈ ਤੇ ਇੱਕ ਕੋਆਪਰੇਟਿਵ ਬੈਂਕ ਹੈ। ਤੇ ਜੇ ਗਵਰਨਮੈਂਟ ਇਨੀਸ਼ੀਏਟਿਵਸ ਦੀ ਗੱਲ ਕਰੀਏ, ਸਕੀਮ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੁਆਰਾ ਇੱਕ ਬਹੁਤ ਹੀ ਵਧੀਆ ਐਰੋਨੌਟਿਕਲ ਇੰਜੀਨੀਅਰਿੰਗ ਕਾਲਜ ਪਟਿਆਲਾ ਵਿਖੇ ਇਸਟੈਬਲਿਸ਼ ਕੀਤਾ ਗਿਆ ਸੀ। ਕਿਹੜੀ ਸਕੀਮ ਦੇ ਅੰਦਰ? ਇਹ ਸਕੀਮ ਦਾ ਨਾਮ ਬਹੁਤ ਇੰਪੋਰਟੈਂਟ ਹੈ, ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਸਕੀਮ। ਤੇ ਇਹਦਾ ਜਿਹੜਾ ਐਡਮਿਸ਼ਨ ਦਾ ਪ੍ਰੋਸੈਸ ਸੀ ਉਹ 2018 ਦੇ ਅਕੈਡਮਿਕ ਸੈਸ਼ਨ ਤੋਂ ਸ਼ੁਰੂ ਹੋ ਗਿਆ ਸੀ। ਸੋ 2018 ਤੋਂ ਸਕਸੈਸਫੁਲੀ ਉਰੇ ਐਡਮਿਸ਼ਨਸ ਹੋ ਰਹੀਆਂ ਨੇ। Then we'll talk about urban development, ਸ਼ਹਿਰੀ ਡਿਵੈਲਪਮੈਂਟ ਦੀ ਗੱਲ ਕਰਾਂਗੇ ਆਪਾਂ, ਸ਼ਹਿਰੀ ਖੇਤਰਾਂ ਦੀ, ਸਿਟੀਜ਼ ਦੀ, ਟਾਊਨਸ ਦੀ। ਪੰਜਾਬ ਦੇ ਵਿੱਚ ਕਹਿੰਦੇ ਇੰਡੀਆ ਲੈਵਲ ਤੇ ਜੇ ਗੱਲ ਕਰੀਏ ਤਾਂ 5ਵੇਂ ਨੰਬਰ ਦੀ ਸਟੇਟ ਹੈ ਜਿਹੜੀ ਕਿ ਅਰਬਨਾਈਜ਼ਡ ਹੈ, ਮਤਲਬ ਕਿ ਸਭ ਤੋਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਿਟੀਜ਼ ਤੇ ਟਾਊਨਸ ਜਿੱਥੇ ਪਰਫਾਰਮ ਕਰ ਰਹੀਆਂ ਨੇ, ਉਸ ਲੈਵਲ ਦੇ ਵਿੱਚ ਜੇ ਆਪਾਂ ਦੇਖੀਏ ਇੰਡੀਆ ਲੈਵਲ ਤੇ ਸਾਰੀਆਂ ਸਟੇਟਸ ਨੂੰ ਮਿਲਾ ਕੇ ਤਾਂ ਪੰਜਾਬ 5ਵੇਂ ਨੰਬਰ ਤੇ ਆਉਂਦਾ। ਨੰਬਰ 1 ਤੇ ਅਰਬਨਾਈਜ਼ਡ ਸਟੇਟ ਹੈ ਤਾਮਿਲਨਾਡੂ, ਨੰਬਰ 2 ਤੇ ਹੈ ਮਹਾਰਾਸ਼ਟਰ, ਫਿਰ ਗੁਜਰਾਤ, ਫਿਰ ਕਰਨਾਟਕਾ। ਸੋ ਪੰਜਾਬ ਵੀ ਬਹੁਤ ਵਧੀਆ ਇੱਕ ਪੋਜੀਸ਼ਨ ਤੇ ਹੈ ਇਨ ਦੀ ਕੈਟੇਗਰੀ ਆਫ ਅਰਬਨ ਡਿਵੈਲਪਮੈਂਟ। ਤੇ ਹੁਣ ਆਪਣੇ ਕੋਲ ਇੰਪੋਰਟੈਂਟ ਕੁਐਸਚਨ ਜੋ ਪੇਪਰ ਦੇ ਵਿੱਚ ਆਲਰੇਡੀ 2-3 ਚ ਆ ਚੁੱਕਿਆ ਹੈ, ਉਹ ਹੈ ਕਿ ਕਿੰਨੀ ਪੋਪੂਲੇਸ਼ਨ ਅਰਬਨ ਹੈ ਪੰਜਾਬ ਦੀ। ਸੋ ਪੰਜਾਬ ਦੀ 37.48% ਟੋਟਲ ਪੋਪੂਲੇਸ਼ਨ ਅਰਬਨ ਸ਼ਹਿਰੀ ਖੇਤਰਾਂ 'ਚ ਰਹਿ ਰਹੀ ਹੈ ਤੇ ਇਹ ਡਾਟਾ ਸੈਂਸਸ 2011 ਦੇ ਮੁਤਾਬਿਕ ਹੈ। ਤੇ ਇੰਡੀਆ ਲੈਵਲ ਤੇ 31.16%। ਸੋ ਪੰਜਾਬ ਦਾ ਇੰਡੀਆ ਲੈਵਲ ਤੇ ਜੇ ਕੰਪੈਰੀਜ਼ਨ ਕਰੀਏ ਤਾਂ ਜ਼ਿਆਦਾ ਅਰਬਨਾਈਜ਼ਡ ਲੋਕ ਹੈ। ਫਿਰ ਹੁਣ ਜੇ ਆਪਾਂ ਗੱਲ ਕਰੀਏ ਕਿ ਮੇਨ ਵੱਡੀਆਂ ਅਰਬਨ ਪੋਪੂਲੇਸ਼ਨ ਦੀਆਂ ਕਿਹੜੀਆਂ-ਕਿਹੜੀਆਂ ਡਿਸਟ੍ਰਿਕਟਸ ਨੇ, ਸੋ ਪੰਜਾਬ ਦੇ ਕਹਿੰਦੇ 4 ਇਹੋ ਜਿਹੇ ਡਿਸਟ੍ਰਿਕਟ ਨੇ ਜਿੱਥੇ ਅੱਧੀ ਤੋਂ ਜ਼ਿਆਦਾ ਅਰਬਨ ਪੋਪੂਲੇਸ਼ਨ ਰਹਿ ਰਹੀ ਹੈ। ਸੋ ਨੰਬਰ 1 ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ। ਇਹਨਾਂ ਨੂੰ ਆਪਾਂ ਨੇ ਇਸੇ ਤਰ੍ਹਾਂ ਲਾਈਨ ਵਾਈਜ਼ ਹੀ ਯਾਦ ਕਰਨਾ ਹੈ। ਇਹ ਇੱਕ ਰੀਸੈਂਟ ਪੇਪਰ ਦੇ ਵਿੱਚ ਆਇਆ ਸੀ। ਸੋ ਇਹ ਜਿਹੜਾ ਕੁਐਸਚਨ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣਦਾ ਹੈ। ਨੰਬਰ 1 ਤੇ ਲੁਧਿਆਣਾ, ਫਿਰ ਅੰਮ੍ਰਿਤਸਰ, ਫਿਰ ਜਲੰਧਰ, ਫਿਰ ਪਟਿਆਲਾ। ਤੁਸੀਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਯਾਦ ਕਰਨਾ ਹੈ ਆਰਡਰ ਦੇ ਵਿੱਚ। ਫਿਰ ਕਹਿੰਦੇ ਜਿਹੜਾ ਪੰਜਾਬ ਦਾ ਅਰਬਨ ਹਾਊਸਿੰਗ ਸੈਕਟਰ ਹੈ ਉਹ ਗੁੱਡ ਕੰਡੀਸ਼ਨ ਦੇ ਵਿੱਚ ਹੈ, ਉਹਨੂੰ ਗੁੱਡ ਦੀ ਕੈਟੇਗਰੀ 'ਚ ਰੱਖਿਆ ਹੋਇਆ ਇੰਡੀਆ ਲੈਵਲ ਦੇ ਨਾਲ ਜੇ ਕੰਪੇਅਰ ਕਰੀਏ। ਤੇ ਹੁਣ ਇੱਕ ਇੰਪੋਰਟੈਂਟ ਅਵਾਰਡ ਦੀ ਗੱਲ ਆਉਂਦੀ ਹੈ। ਪੰਜਾਬ ਨੂੰ ਨੈਸ਼ਨਲ ਵਾਟਰ ਮਿਸ਼ਨ ਅਵਾਰਡ ਮਿਲਿਆ ਸੀ ਕਿਉਂਕਿ ਪੰਜਾਬ ਨੇ ਜਿੰਨਾ ਵੀ ਸਿੰਚਾਈ ਖੇਤੀ ਕਰਨ ਤੋਂ ਬਾਅਦ ਜਿਹੜਾ ਵੇਸਟ ਵਾਟਰ ਨਿਕਲਦਾ ਹੈ ਉਹਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਯੂਟਿਲਾਈਜ਼ ਕੀਤਾ ਸੀ, ਉਹਦੀ ਵਰਤੋਂ ਕੀਤੀ ਸੀ। ਸੋ ਇਹ ਅਵਾਰਡ ਦਾ ਨਾਮ ਆਪਾਂ ਯਾਦ ਰੱਖਣਾ ਜਿਹੜਾ ਪੰਜਾਬ ਸਟੇਟ ਨੂੰ ਮਿਲਿਆ ਸੀ। ਲੁਧਿਆਣੇ ਨੂੰ ਇੱਕ ਇੰਪੋਰਟੈਂਟ ਅਵਾਰਡ ਮਿਲਿਆ ਸੀ 2018 ਦੇ ਵਿੱਚ ਫਾਸਟੈਸਟ ਗਰੋਇੰਗ ਸਮਾਰਟ ਸਿਟੀ ਦਾ ਅਵਾਰਡ, ਕਿਉਂਕਿ ਲੁਧਿਆਣੇ ਦੇ ਵਿੱਚ ਡਿਜੀਟਲ ਪੇਮੈਂਟ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕੀਤਾ ਗਿਆ ਸੀ, ਇਸੇ ਲਈ ਇਹ ਅਵਾਰਡ 2018 ਚ ਮਿਲਿਆ। ਸੋ ਆਪਾਂ ਨੇ ਲੁਧਿਆਣਾ ਤੇ ਇਹ ਅਵਾਰਡ ਦਾ ਨਾਮ ਦੋਨੋਂ ਚੀਜ਼ਾਂ ਯਾਦ ਰੱਖਣੀਆਂ ਨੇ। ਫਿਰ ਇਨਵਾਇਰਨਮੈਂਟ ਨੂੰ ਲੈ ਕੇ ਇੱਕ ਇੰਪੋਰਟੈਂਟ ਪ੍ਰੋਗਰਾਮ ਹੈ UEIP, ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ ਅਰਬਨ ਇਨਵਾਇਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ। ਉਸ ਤੋਂ ਬਾਅਦ ਕਹਿੰਦੇ ਅਰਬਨ ਡਿਵੈਲਪਮੈਂਟ ਦੀ ਜੇ ਆਪਾਂ ਗੱਲ ਕਰੀਏ ਤਾਂ ਜਿੰਨੀਆਂ ਵੀ ਲੋਕਲ ਬਾਡੀ ਦੀਆਂ ਇਲੈਕਸ਼ਨਸ ਨੇ ਉੱਥੇ ਔਰਤਾਂ ਨੂੰ ਅਲੱਗ ਤੋਂ
ਇੰਪਾਵਰ ਕਰਨ ਦੇ ਲਈ, ਉੱਪਰ ਉਠਾਉਣ ਲਈ, ਅਪਲਿਫਟ ਕਰਨ ਦੇ ਲਈ ਰਿਜ਼ਰਵੇਸ਼ਨ ਦਿੱਤੀ ਹੈ। ਸੋ ਅਰਬਨ ਲੋਕਲ ਬਾਡੀ ਦੇ ਵਿੱਚ ਜਿਵੇਂ ਐਮਸੀ ਵਗੈਰਾ ਦੀਆਂ ਵੋਟਾਂ ਹੁੰਦੀਆਂ ਨੇ, ਉੱਥੇ 50% ਵਿਮਨ ਦੀ ਰਿਜ਼ਰਵੇਸ਼ਨ ਹੈ। ਲਾਸਟ ਵਿੱਚ ਹੈ ਮੇਰਾ ਕੰਮ ਮੇਰਾ ਮਾਨ। ਸੋ ਇਹ ਬਹੁਤ ਇੰਪੋਰਟੈਂਟ ਸਕੀਮ ਹੈ ਪੰਜਾਬ ਸਰਕਾਰ ਦੀ। ਇਹਦੇ ਵਿੱਚ ਜਿਹੜਾ ਸ਼ਹਿਰੀ ਯੂਥ ਹੈ, ਅਰਬਨ ਯੂਥ ਹੈ, 18 ਤੋਂ 35 ਸਾਲ ਦੇ ਜੋ ਵੀ ਲੋਕ ਨੇ, ਸ਼ਹਿਰੀ ਇਲਾਕਿਆਂ 'ਚ ਰਹਿੰਦੇ ਨੇ, ਉਹਨਾਂ ਨੂੰ ਇਹ ਸਕੀਮ ਦੇ ਅੰਦਰ ਲਿਆਂਦਾ ਗਿਆ। ਸੋ ਜਿਹੜਾ ਡਿਸਟ੍ਰਿਕਟ ਬਿਊਰੋ ਹੈ ਇੰਪਲੋਇਮੈਂਟ ਤੇ ਐਂਟਰਪ੍ਰਾਈਜ਼ ਦਾ, ਉਹ ਹੈਲਪ ਕਰੂਗਾ। ਉਹ ਇਹਨਾਂ ਨੂੰ ਇੱਕ ਤਰ੍ਹਾਂ ਦੀ ਟ੍ਰੇਨਿੰਗ ਵੀ ਦੋ, ਸਕਿੱਲ ਵੀ ਦੋ ਤੇ ਵੇਜ ਇੰਪਲੋਇਮੈਂਟ ਵੀ ਪ੍ਰੋਵਾਈਡ ਕਰੂਗਾ। ਸਾਲ ਦੇ ਕੁਝ ਮਿਨੀਮਮ ਡੇਜ਼ ਰੱਖਦੇ ਨੇ ਵੀ ਇੰਨੇ ਦਿਨਾਂ ਦੇ ਲਈ ਜਿਹੜਾ ਇਹ ਡਿਪਾਰਟਮੈਂਟ ਹੈ ਉਹ ਅਰਬਨ ਯੂਥ ਨੂੰ ਪੱਕੀ ਇੰਪਲੋਇਮੈਂਟ ਦਿਵਾਊਗਾ ਹੀ ਦਿਵਾਊਗਾ, ਚਾਹੇ ਇੰਪਲੋਇਮੈਂਟ ਦਿਵਾ ਦੇਵੇ ਜਾਂ ਫਿਰ ਕੋਈ ਸਕਿੱਲ, ਕੋਈ ਟ੍ਰੇਨਿੰਗ ਦਿਵਾ ਦੇਵੇ। 6th is ਹਿਊਮਨ ਡਿਵੈਲਪਮੈਂਟ। ਹੁਣ ਆਪਾਂ ਓਵਰਆਲ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ। ਸੋ ਕਹਿੰਦੇ ਜਿਹੜੇ ਇੰਟਰਨੈਸ਼ਨਲ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ, ਜਿਹੜੇ ਗੋਲਸ ਨੇ ਇਹਨਾਂ ਦਾ 2030 ਤੱਕ ਦਾ ਵਿਜ਼ਨ ਹੈ, ਇੱਕ ਟਾਰਗੇਟ ਹੈ। ਕਹਿੰਦੇ ਪੰਜਾਬ ਸਰਕਾਰ ਜਿਹੜਾ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪਲਾਨ ਹੈ ਉਹਦੇ ਨਾਲ ਮਿਲ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲ ਦੇ ਟਾਰਗੇਟ ਨੇ ਇਹਨਾਂ ਨੂੰ ਪੂਰਾ ਕਰਨ ਦੇ ਪਿੱਛੇ ਲੱਗਿਆ ਹੋਇਆ। ਸੋ ਜੇ ਆਪਾਂ SDG ਇੰਡੀਆ ਇੰਡੈਕਸ ਦੀ ਗੱਲ ਕਰੀਏ, ਜਿਹੜਾ ਸਸਟੇਨੇਬਲ ਡਿਵੈਲਪਮੈਂਟ ਇੱਕ ਇੰਡੀਆ ਦਾ ਇੰਡੈਕਸ ਨਿਕਲਦਾ ਹੁੰਦਾ ਹੈ ਤੇ 2018 ਦਸੰਬਰ 'ਚ ਪਹਿਲੀ ਵਾਰੀ ਲਾਂਚ ਕੀਤਾ ਸੀ। ਸੋ ਇਹਦੇ ਵਿੱਚ ਪੰਜਾਬ ਸਟੇਟ ਨੂੰ ਕੁਝ ਜਗ੍ਹਾ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰਫਾਰਮੈਂਸ ਦੇ ਲਈ ਰੈਂਕਿੰਗ ਮਿਲੀ ਹੈ। ਸੋ ਕਹਿੰਦੇ ਜੇ ਆਪਾਂ ਟੋਟਲ ਸਕੋਰ ਦੀ ਗੱਲ ਕਰੀਏ, ਸੋਸ਼ਲ, ਇਕਨੋਮਿਕ, ਇਨਵਾਇਰਨਮੈਂਟ ਸਟੇਟਸ ਦੀ, ਇਹ ਸਾਰੇ ਏਰੀਆਜ਼ ਦੇ ਵਿੱਚ, ਤਾਂ ਪੰਜਾਬ 2018 ਦੇ SDG ਇੰਡੈਕਸ ਦੇ ਮੁਤਾਬਿਕ 10ਵੇਂ ਰੈਂਕ ਤੇ ਆਇਆ ਸੀ ਤੇ ਉਹਦਾ ਸਕੋਰ ਸੀ 60। ਸੋ ਆਪਾਂ ਨੂੰ ਸਕੋਰ ਪਲੱਸ ਰੈਂਕ ਦੋਨੋਂ ਚੀਜ਼ਾਂ ਯਾਦ ਰੱਖਣੀਆਂ ਨੇ, ਨਾਲ ਹੀ SDG ਇੰਡੀਆ ਇੰਡੈਕਸ 2018। ਸੋ ਜਿਹੜਾ SDG ਦਾ ਇੰਡੀਆ ਇੰਡੈਕਸ, ਉਸ ਤੋਂ ਪਹਿਲਾਂ ਤਾਂ 2018 ਵਾਲਾ ਆਇਆ ਸੀ, ਫਿਰ 2 ਆ ਗਿਆ, ਪਹਿਲਾਂ ਆਇਆ ਸੀ 1.0, ਹੁਣ ਆ ਗਿਆ 2.0। ਇਹ ਸੈਕਿੰਡ ਐਡੀਸ਼ਨ ਸੀਗਾ ਇਸੇ ਇੰਡੈਕਸ ਦਾ। ਸੋ 100 ਇੰਡੀਕੇਟਰਸ ਇਹਦੇ ਵਿੱਚ ਮੇਨ ਕੈਲਕੂਲੇਸ਼ਨ ਦੇ ਲਈ ਲਿਆਂਦੇ ਗਏ ਸੀ। ਪਹਿਲਾਂ ਪੰਜਾਬ ਦਾ ਸਕੋਰ ਸੀ 60, ਉਰੇ ਆਇਆ 62। ਮਤਲਬ ਕਿ ਪੰਜਾਬ ਦੀ ਜਿਹੜਾ ਸਕੋਰ ਹੈ ਉਹ ਇੰਪਰੂਵ ਹੋਇਆ। ਪਿਛਲੇ ਸਾਲ ਨਾਲੋਂ ਪੰਜਾਬ ਨੇ ਵਧੀਆ ਸਕੋਰ ਕੀਤਾ, ਵਧੀਆ ਪਰਫਾਰਮ ਕੀਤਾ। ਕਹਿੰਦੇ ਪੰਜਾਬ ਨੇ ਚਾਹੇ ਸਕੋਰ ਵਧਿਆ ਪਰ ਪੰਜਾਬ ਦੀ ਪੋਜੀਸ਼ਨ ਰੈਂਕ ਨੀਚੇ ਆ ਗਿਆ ਸੀ। ਸੋ 2 ਸਕੋਰ ਵਧਿਆ 2018 ਤੋਂ 2019 ਚ ਤੇ ਰੈਂਕਿੰਗ 2 ਸਕੋਰ ਨੀਚੇ ਆ ਗਈ ਸੀ। 2018 ਚ ਆਪਾਂ ਨੇ ਦੇਖਿਆ 10th ਰੈਂਕ ਸੀ, ਉਰੇ 12ਵਾਂ ਰੈਂਕ ਆ ਗਿਆ। ਕਿਉਂ? ਕਿਉਂਕਿ ਨਾਲ ਬਾਕੀ ਸਟੇਟਸ ਨੇ ਵੀ ਵਧੀਆ ਪਰਫਾਰਮ ਕਰਨਾ ਸ਼ੁਰੂ ਕਰਤਾ ਸੀ, ਇਸੇ ਲਈ ਚਾਹੇ ਸਕੋਰ ਵੱਧ ਗਿਆ ਪਰ ਰੈਂਕ ਨੀਚੇ ਆ ਗਿਆ। ਸੋ ਪੰਜਾਬ ਨੂੰ ਧਿਆਨ ਦੇਣ ਦੀ ਲੋੜ ਹੈ ਕਿ SDG ਇੰਡੈਕਸ ਨੂੰ ਲੈ ਕੇ ਉਹਨੇ ਹੋਰ ਬ੍ਰਿਲੀਅੰਟਲੀ ਕਿਵੇਂ ਅੱਗੇ ਆਉਣਾ। ਕਹਿੰਦੇ ਜਿਹੜੀਆਂ ਦੋਨੋਂ ਰਿਪੋਰਟਸ ਨਿਕਲੀਆਂ, ਇਹਨਾਂ 'ਚ ਪੰਜਾਬ ਨੂੰ ਕਿਸ ਕੈਟੇਗਰੀ ਦੇ ਅੰਦਰ ਲਿਆਂਦਾ ਗਿਆ? ਪੰਜਾਬ ਨੂੰ ਪਰਫਾਰਮਰ ਕੈਟੇਗਰੀ ਦੇ ਅੰਦਰ ਲਿਆਂਦਾ ਗਿਆ। ਪਰ ਪੰਜਾਬ ਦਾ ਏਮ ਹੈ, ਟਾਰਗੇਟ ਹੈ ਕਿ ਉਹ ਜਲਦੀ ਹੀ ਫਰੰਟ ਰਨਰ ਸਟੇਟ 'ਚ ਆਊਗਾ, ਮਤਲਬ ਕਿ ਟੌਪ ਵਾਲੀ ਜਿਹੜੀ ਕੈਟੇਗਰੀ ਹੈ ਉਹਦੇ 'ਚ ਆਊਗਾ। ਸੋ ਪੇਪਰ ਦੇ ਲਈ ਆਪਾਂ ਨੇ ਪਰਫਾਰਮਰ ਕੈਟੇਗਰੀ ਨੂੰ ਯਾਦ ਰੱਖਣਾ ਹੈ। ਫਿਰ ਕਹਿੰਦੇ ਲਾਈਫ ਐਕਸਪੈਕਟੈਂਸੀ, ਮਤਲਬ ਕਿ ਬਰਥ ਤੋਂ ਲੈ ਕੇ 5 ਤੋਂ 10 ਸਾਲ ਦੀ ਜੇ ਆਪਾਂ ਉਮਰ ਦੀ ਗੱਲ ਕਰੀਏ ਤਾਂ ਕਿੰਨੀ ਕੁ ਲਾਈਫ ਐਕਸਪੈਕਟੈਂਸੀ ਹੈ? ਪੰਜਾਬ ਦੇ ਵਿੱਚ ਕਹਿੰਦੇ ਲਾਈਫ ਐਕਸਪੈਕਟੈਂਸੀ 2 ਸਾਲ ਵਧੀ ਹੈ। ਸੋ ਪਹਿਲਾਂ ਇਹ 2010 ਤੋਂ ਜੇ 18 ਦੀ ਗੱਲ ਕਰੀਏ ਤਾਂ 71.6 ਤੋਂ 72.7 ਰਹੀ ਹੈ। ਇਹ ਸੀ ਛੋਟੇ ਬੱਚਿਆਂ ਦੀ। ਹੁਣ ਜੇ ਆਪਾਂ ਗੱਲ ਕਰੀਏ 5 ਤੋਂ 10 ਸਾਲ ਵਾਲਿਆਂ ਦੀ ਤਾਂ ਉਹ ਕਾਫੀ ਥੋੜੀ ਜਿਹੀ ਮਾਰਜਿਨ ਦੇ ਨਾਲ ਹੀ ਵਧੀ ਹੈ। ਸੋ ਕਾਫੀ ਥੋੜੀ ਇੰਪਰੂਵਮੈਂਟ ਹੋਈ ਹੈ, 69.1 to 69.6 year. Only 1.7% children in Punjab did not receive any immunization, which is less than 1/3 of the national average. ਕਹਿੰਦੇ ਸਿਰਫ 1.7% ਬੱਚੇ ਹੀ ਬਚਦੇ ਨੇ ਪੂਰੇ ਪੰਜਾਬ ਦੇ, ਜਿਨ੍ਹਾਂ ਦੇ ਜੋ ਵੀ ਵੈਕਸੀਨਸ ਲੱਗਦੀਆਂ ਹੁੰਦੀਆਂ ਨੇ ਬਰਥ ਤੋਂ ਸ਼ੁਰੂ ਹੋ ਕੇ, ਉਹ ਸਾਰੀਆਂ ਵੈਕਸੀਨ ਨਹੀਂ ਲੱਗੀਆਂ। ਜਦ ਕਿ ਨੈਸ਼ਨਲ ਜੇ ਇੰਡੀਆ ਦੀ ਗੱਲ ਕਰੀਏ ਤਾਂ 6% ਬੱਚਿਆਂ ਦੇ ਨਹੀਂ ਲੱਗੀ। ਸੋ ਆਪਾਂ ਦੇਖ ਸਕਦੇ ਹਾਂ ਕਿ ਪੰਜਾਬ ਦਾ ਇਮਿਊਨਾਈਜੇਸ਼ਨ ਦੇ ਵਿੱਚ ਕਿੰਨਾ ਵਧੀਆ ਪਰਫਾਰਮੈਂਸ ਰਿਹਾ। ਫਿਰ ਉਸ ਤੋਂ ਬਾਅਦ ਕਹਿੰਦੇ ਇਮਿਊਨਾਈਜੇਸ਼ਨ ਹੀ ਨਹੀਂ, ਜਿਹੜੀ ਵੈਕਸੀਨੇਸ਼ਨ ਲੱਗੀ ਹੈ ਇਹ ਸਹੀ ਟਾਈਮ ਤੇ ਵੀ ਲੱਗੀ ਹੈ ਪੰਜਾਬ ਦੇ ਵਿੱਚ, ਇਹ ਵੀ ਬਹੁਤ ਇੱਕ ਵਧੀਆ ਪੋਜ਼ਿਟਿਵ ਪੁਆਇੰਟ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੜ੍ਹਾਈ ਦੀ। ਲਿਟਰੇਸੀ ਰੇਟ
ਔਰਤਾਂ ਦਾ ਲਿਟਰੇਸੀ ਰੇਟ ਪੰਜਾਬ ਦੇ ਵਿੱਚ 70.7 ਹੈ, ਵਧੀਆ ਪੜ੍ਹੀਆਂ ਲਿਖੀਆਂ ਔਰਤਾਂ ਨੇ, ਜਦ ਕਿ ਇੰਡੀਆ ਲੈਵਲ ਤੇ ਸਿਰਫ 64.7% ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇੰਡੀਆ ਲੈਵਲ ਤੋਂ ਪੰਜਾਬ ਕਿੰਨੀ ਉੱਪਰ ਹੈ ਲਿਟਰੇਸੀ ਰੇਟ ਦੇ ਵਿੱਚ, ਫੀਮੇਲਸ ਦੇ ਵਿੱਚ। ਤੇ ਨਾਲੇ ਕਹਿੰਦੇ ਜਿਹੜੀ ਵੀ ਪੜ੍ਹਾਈ ਹੈ, ਐਜੂਕੇਸ਼ਨ, ਜਦੋਂ ਆਪਾਂ ਦੇਖਦੇ ਹਾਂ ਚੈੱਕ ਕਰਦੇ ਲਿਟਰੇਸੀ ਰੇਟ, ਤਾਂ ਆਪਾਂ ਇਹ ਵੀ ਦੇਖਦੇ ਹਾਂ ਕਿ ਜਿਹੜੀਆਂ ਪੰਜਾਬ ਦੀਆਂ ਫੀਮੇਲਸ ਨੇ, ਔਰਤਾਂ ਨੇ, ਲੜਕੀਆਂ ਨੇ, ਉਹ ਮੇਲਸ ਨਾਲੋਂ ਵਧੀਆ ਪਰਫਾਰਮ ਕਰ ਰਹੀਆਂ ਨੇ, ਪਰਫਾਰਮ ਬੈਟਰ ਦੈਨ ਮੇਲਸ। ਐਸਸੀ ਪੋਪੂਲੇਸ਼ਨ ਦੀ ਜੇ ਗੱਲ ਕਰੀਏ, ਸ਼ਡਿਊਲ ਕਾਸਟ, ਤਾਂ ਟੋਟਲ ਪੋਪੂਲੇਸ਼ਨ ਦਾ 31.9% ਐਸਸੀ ਪੋਪੂਲੇਸ਼ਨ ਪੰਜਾਬ ਦੇ ਵਿੱਚ ਹੈ ਤੇ ਇਹ ਹਾਈਐਸਟ ਹੈ। ਮਤਲਬ ਕਿ ਇੰਡੀਆ ਦੇ ਵਿੱਚ ਜਿੰਨੀਆਂ ਵੀ ਸਟੇਟਸ ਨੇ, ਸਭ ਤੋਂ ਜ਼ਿਆਦਾ ਸ਼ਡਿਊਲ ਕਾਸਟ ਦੀ ਪੋਪੂਲੇਸ਼ਨ ਪੰਜਾਬ ਦੇ ਵਿੱਚ ਪਾਈ ਜਾਂਦੀ ਹੈ। ਤੇ ਇਹਨਾਂ ਦੇ ਲਈ ਹੀ ਪੰਜਾਬ ਸਰਕਾਰ ਦੁਆਰਾ ਦੋ ਇੰਪੋਰਟੈਂਟ ਸਕੀਮਸ ਵੀ ਚੱਲ ਰਹੀਆਂ ਨੇ। ਪਹਿਲੀ ਹੈ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ, ਦੂਜੀ ਹੈ ਪੰਜਾਬ ਬੈਕਵਰਡ ਕਲਾਸਿਸ ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ। ਜਿਹੜੀ ਪਾਵਰਟੀ, ਗਰੀਬੀ ਦੀ ਗੱਲ ਕਰੀਏ, ਤਾਂ ਪੰਜਾਬ ਦੇ ਵਿੱਚ ਸੈਕਿੰਡ ਲੋਐਸਟ ਪਾਵਰਟੀ ਹੈ ਸਾਰੀਆਂ ਸਟੇਟਸ ਨਾਲੋਂ। ਸੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਜਿਹੜੀ ਹਾਲਤ ਹੈ ਆਰਥਿਕ, ਪਾਵਰਟੀ ਬਹੁਤ ਵਧੀਆ ਚੱਲ ਰਹੀ ਹੈ, ਪੰਜਾਬ 'ਚ ਗਰੀਬੀ ਬਹੁਤ ਘੱਟ ਹੈ। ਸੋ ਪੰਜਾਬ ਰੈਂਕ 6th ਔਨ ਇਨਵਾਇਰਮੈਂਟ ਆਸਪੈਕਟ। ਜੇ ਆਪਾਂ ਵਾਤਾਵਰਣ ਦੀ ਗੱਲ ਕਰੀਏ ਤਾਂ ਇੰਡੀਆ ਲੈਵਲ ਤੇ ਜਿਹੜਾ ਗੁੱਡ ਗਵਰਨੈਂਸ ਇੱਕ ਇੰਡੈਕਸ ਨਿਕਲਦਾ ਹੁੰਦਾ ਹੈ, ਪੰਜਾਬ ਦਾ ਰੈਂਕ ਉਹਦੇ 6ਵੇਂ ਨੰਬਰ ਤੇ ਹੈ। ਸੋ ਲਾਸਟ ਵਿੱਚ ਹੁਣ ਆਪਾਂ ਗੱਲ ਕਰਾਂਗੇ ਪਬਲਿਕ ਫਾਈਨੈਂਸ ਦੀ, ਪੈਸੇ ਦੀ। ਕਹਿੰਦੇ ਜਿਹੜਾ ਸਰਕਾਰ ਦਾ ਟੈਕਸ ਤੋਂ ਆਉਣ ਵਾਲਾ ਮੁਨਾਫਾ ਹੈ, ਰੈਵਨਿਊ ਹੈ, ਉਹ ਜ਼ਿਆਦਾ ਹੈ ਰੈਵਨਿਊ ਰਿਸੀਵਡ ਦੇ ਵਿੱਚ ਨਾਨ ਟੈਕਸ ਰੈਵਨਿਊ ਨਾਲੋਂ। ਨਾਨ ਟੈਕਸ ਰੈਵਨਿਊ ਆਪਾਂ ਨੇ ਬਜਟ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਇਹ ਟਰਮਸ ਨੂੰ ਸਮਝਿਆ। ਤੇ ਜਿਹੜਾ ਆਪਣਾ ਟੈਕਸ ਰੈਵਨਿਊ ਹੈ, ਇਹਦੇ ਵਿੱਚ ਮੇਨ ਸਰਕਾਰ ਨੂੰ ਕਿੱਥੋਂ ਕਿੱਥੋਂ ਰੈਵਨਿਊ ਆ ਰਿਹਾ? ਇਨਕਮ ਟੈਕਸ ਤੋਂ, ਪ੍ਰੋਪਰਟੀ ਟੈਕਸ, ਕੈਪੀਟਲ ਟ੍ਰਾਂਜੈਕਸ਼ਨ, ਕਮੋਡਿਟੀ ਐਂਡ ਸਰਵਿਸ ਟੈਕਸ। ਸੋ ਇਹ ਸਾਰੇ ਮੇਨ ਚੀਜ਼ਾਂ ਨੇ ਜਿਹੜੀਆਂ ਸਟੇਟ ਦੇ ਟੈਕਸ ਦੇ ਵਿੱਚ ਕੰਟਰੀਬਿਊਟ ਕਰ ਰਹੀਆਂ ਨੇ। ਤੇ ਸਟੇਟ ਦਾ ਜਿਹੜਾ ਆਪਣਾ ਰੈਵਨਿਊ ਕਲੈਕਸ਼ਨ ਹੈ, ਉਹ ਪਿਛਲੇ ਸਾਲ ਨਾਲੋਂ 6.49% ਵਧਿਆ। ਇਹ ਤੁਸੀਂ ਪਰਸੈਂਟੇਜ ਯਾਦ ਕਰਕੇ ਜਾਣੀ ਹੈ ਪੇਪਰ ਦੇ ਲਈ। ਉਸ ਤੋਂ ਬਾਅਦ ਕਹਿੰਦੇ ਜਿਹੜਾ ਪੰਜਾਬ ਸਟੇਟ ਦਾ ਇੱਕ ਸੈਂਟਰ ਦੇ ਇੰਡੀਆ ਲੈਵਲ ਦੀ ਜਿਹੜੀ ਸਰਕਾਰ ਹੈ, ਉਹਦਾ ਜਿਹੜਾ ਟੈਕਸ ਹੈ, ਉਹਦੇ ਵਿੱਚ ਵੀ ਕੁਝ ਸ਼ੇਅਰ ਹੈ। ਸੋ ਕਹਿੰਦੇ ਹੋ ਕਿਹੜੇ-ਕਿਹੜੇ 3 ਮੇਨ ਟੈਕਸ ਨੇ ਜਿਹੜੇ ਕਿ ਲੀਡਿੰਗ ਕੰਟਰੀਬਿਊਟਰ ਨੇ ਟੁਵਰਡਸ ਪੰਜਾਬ ਸ਼ੇਅਰ ਇਨ ਸੈਂਟਰਲ ਟੈਕਸ। ਨੰਬਰ 1 ਸੈਂਟਰਲ GST, ਕਾਰਪੋਰੇਸ਼ਨ ਟੈਕਸ, ਇਨਕਮ ਟੈਕਸ। ਸੋ ਆਪਾਂ ਨੇ ਤਿੰਨੋਂ ਨਾਮ ਯਾਦ ਰੱਖਣੇ ਆ। ਐਗਜ਼ਾਮ ਦੇ ਵਿੱਚ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਕਿ ਸੈਂਟਰ ਟੈਕਸ ਦੇ ਵਿੱਚ ਪੰਜਾਬ ਦਾ ਕਿਹੜੇ-ਕਿਹੜੇ ਏਰੀਆਜ਼ ਦੇ ਵਿੱਚ ਕਿਹੜੇ-ਕਿਹੜੇ ਟੈਕਸਾਂ ਦੇ ਵਿੱਚ ਸ਼ੇਅਰ ਹੈ। ਫਿਰ ਇੱਕ ਇੰਪੋਰਟੈਂਟ ਸਕੀਮ ਨਿਕਲ ਕੇ ਆਉਂਦੀ ਹੈ ਮਾਨਵ ਸੰਪਦ ਸਕੀਮ। ਕਹਿੰਦੇ ਪੰਜਾਬ ਸਰਕਾਰ ਨੇ ਇਹ ਸਕੀਮ ਅਡਾਪਟ ਕੀਤੀ ਹੈ। ਬੇਸਿਕਲੀ ਮਾਨਵ ਸੰਪਦ ਹੈ ਇੱਕ ਇਹੋ ਜਿਹਾ ਸੌਫਟਵੇਅਰ ਜਿਹਦੇ ਵਿੱਚ ਜਿੰਨੇ ਵੀ ਸਰਕਾਰੀ EMPLOYE ਨੇ, ਉਹ ਆਪਣੀਆਂ ਅੱਜ ਤੱਕ ਦੀਆਂ ਜਿਹੜੇ ਵੀ ਉਹਨਾਂ ਦੀ ਸਰਵਿਸ ਬੁੱਕਸ ਹੁੰਦੀਆਂ ਨੇ, ਉਹਨਾਂ ਨੂੰ ਇਹਦੇ ਵਿੱਚ ਰਿਕਾਰਡ ਕਰਨਗੇ, ਇਹਦੇ ਵਿੱਚ ਚੜਾਉਣਗੇ। ਸੋ ਗਵਰਨਮੈਂਟ ਆਫ ਪੰਜਾਬ ਹੈਜ਼ ਅਡਾਪਟਡ ਮਾਨਵ ਸੰਪਦ, a software developed by NIC for computerization of service record of government employee. The software has been implemented in all the administrative department of state, whereby salary bill of all employees and their e-service book important ਇਹ ਜਨਰੇਟ ਹੋਣਗੀਆਂ ਇਸੇ ਸਿਸਟਮ ਦੇ ਥਰੂ। ਸੋ ਆਪਾਂ ਨੇ ਸਿਸਟਮ ਦੀ ਨੇਚਰ ਯਾਦ ਰੱਖਣੀ ਹੈ ਕਿ ਕਿਉਂ ਲਿਆਂਦਾ ਗਿਆ। ਇਹ ਸਕੀਮ ਬੇਸਿਕਲੀ ਜਿੰਨੇ ਵੀ ਗਵਰਨਮੈਂਟ EMPLOYEES ਨੇ ਉਹਨਾਂ ਦੇ ਰਿਕਾਰਡ ਦੇ ਲਈ ਹੈ, ਆਨਲਾਈਨ ਇਲੈਕਟ੍ਰੋਨਿਕ ਰਿਕਾਰਡ ਦੇ ਲਈ। ਫਿਰ ਹੁਣ ਆਪਾਂ ਗੱਲ ਕਰਦੇ ਹਾਂ ਗਵਰਨੈਂਸ ਦੀ। ਸੋ ਕ੍ਰਾਈਮ, ਪੁਲਿਸ, ਲਾਅ, ਇਹ ਸਾਰੀਆਂ ਚੀਜ਼ਾਂ ਵਿੱਚ ਪੰਜਾਬ ਹੈ ਕਿੱਥੇ ਖੜਾ ਹੈ? ਸੋ ਕਹਿੰਦੇ ਸਸਟੇਨੇਬਲ ਡਿਵੈਲਪਮੈਂਟ ਗੋਲ ਜਦੋਂ 16 ਦੀ ਗੱਲ ਕਰੀਏ, ਜਿਹਦੇ ਵਿੱਚ ਪੀਸ, ਜਸਟਿਸ, ਇਹ ਚੀਜ਼ਾਂ ਦੀ ਗੱਲ ਹੁੰਦੀ ਹੈ, ਸ਼ਾਂਤੀ ਵਗੈਰਾ ਦੀ, ਇਨਸਾਫ ਦੀ, ਤਾਂ ਉੱਥੇ ਪੰਜਾਬ ਦਾ ਸਕੋਰ ਹੈ 83। ਸੋ ਕਹਿੰਦੇ ਨੀਤੀ ਆਯੋਗ ਨੇ ਇੱਕ ਇੰਡੈਕਸ ਕੱਢਿਆ, ਉਹਦੇ ਵਿੱਚ ਪੰਜਾਬ ਦਾ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਗੋਲ 16 ਦੇ ਉੱਤੇ ਰੈਂਕ ਹੈ, ਉਹ 83 ਰੈਂਕ ਹੈ। ਇਹ ਆਪਾਂ ਨੇ ਐਗਜ਼ਾਮ ਲਈ ਯਾਦ ਰੱਖਣਾ ਹੈ। ਸੋ ਪੰਜਾਬ ਇਸ ਚੀਜ਼ ਦੇ ਵਿੱਚ ਅਮੰਗ ਦਾ ਟੌਪ ਰੈਂਕਿੰਗ ਸਟੇਟ ਹੈ, ਬਹੁਤ ਵਧੀਆ ਬ੍ਰਿਲੀਅੰਟਲੀ ਪਰਫਾਰਮ ਕਰ ਰਹੀ ਹੈ ਸ਼ਾਂਤੀ, ਜਸਟਿਸ ਤੇ ਸਟਰੋਂਗ ਇੰਸਟੀਟਿਊਸ਼ਨਸ ਦੇ ਵਿੱਚ। ਉਰੇ ਸਟਰੋਂਗ ਇੰਸਟੀਟਿਊਸ਼ਨ ਵਿੱਚ ਪੁਲਿਸ ਵੀ ਆਉਂਦੀ ਹੈ, ਕੋਰਟਸ ਵੀ ਆਉਂਦੀਆਂ ਨੇ। ਸੋ ਕਹਿੰਦੇ ਨੈਸ਼ਨਲ ਲੈਵਲ ਦਾ ਸਕੋਰ ਹੈ 72, ਪਰ ਪੰਜਾਬ ਦਾ 83। ਸੋ ਆਪਾਂ ਦੇਖ ਸਕਦੇ ਹਾਂ ਕਿ ਪੰਜਾਬ ਦੀ ਗਵਰਨੈਂਸ ਕਿੰਨੀ ਵਧੀਆ ਹੈ। ਫਿਰ ਕਹਿੰਦੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਸਭ ਤੋਂ ਜ਼ਿਆਦਾ ਪੁਲਿਸ ਆਫੀਸਰਸ, ਪੁਲਿਸ ਆਫੀਸ਼ੀਅਲਸ, ਚਾਹੇ ਉਹ ਕਾਂਸਟੇਬਲ ਨੇ, ਆਫੀਸਰ ਹੈ, ਪੂਰੀ ਪੁਲਿਸ ਫੋਰਸ
ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੈ। ਹਾਈਐਸਟ ਪੁਲਿਸ ਸਟਰੈਂਥ ਇਨ ਇੰਡੀਆ ਇਜ਼ ਇਨ ਪੰਜਾਬ। ਇਹ ਵੀ ਇੰਪੋਰਟੈਂਟ ਚੀਜ਼ ਹੈ। ਸੋ ਪੰਜਾਬ ਦੇ ਵਿੱਚ ਇੱਕ ਲੋਕਪਾਲ ਐਕਟ ਪਾਸ ਹੋਇਆ ਸੀ 1996 ਦਾ, ਉਹਨੂੰ ਰਿਪਲੇਸ ਕਰਕੇ ਇੱਕ ਨਵਾਂ ਲੋਕਪਾਲ ਲੈਜਿਸਲੇਸ਼ਨ ਲਿਆਂਦੀ ਗਈ ਹੈ। ਸੋ ਇਹਦੇ ਵਿੱਚ ਕੀ ਹੋਊਗਾ, ਲੋਕਪਾਲ ਨੂੰ ਪਾਵਰ ਦੇਤੀ ਕਿ ਜੇ ਕਿਸੇ ਵੀ ਚੀਫ ਮਿਨਿਸਟਰ ਜਾਂ ਜਿੰਨੇ ਵੀ ਆਪਣੇ ਮੇਨ ਐਡਮਿਨਿਸਟ੍ਰੇਸ਼ਨ ਨੂੰ ਚਲਾ ਰਹੇ ਨੇ, ਲੈਜਿਸਲੇਸ਼ਨਸ ਬਣਾ ਰਹੇ ਨੇ, ਸੋ ਜੋ ਵੀ ਆਪਣੇ ਲੈਜਿਸਲੇਟਿਵ ਅਸੈਂਬਲੀ ਦੇ ਮੇਨ ਮਿਨਿਸਟਰਸ ਨੇ, ਉਹਨਾਂ ਦੇ ਅਗੇਂਸਟ ਜੇ ਕੋਈ ਵੀ ਕੰਪਲੇਂਟ ਆਉਂਦੀ ਹੈ ਤਾਂ ਉਹਨੂੰ ਲੋਕਪਾਲ ਹੈਂਡਲ ਕਰੂਗਾ। ਸੋ ਪੰਜਾਬ ਸਰਕਾਰ ਨੇ 2 ਨਵੇਂ ਐਕਟ ਇਨੈਕਟ ਕੀਤੇ ਨੇ, ਉਹ ਦੇਖ ਲੈਂਦੇ ਆਪਾਂ। ਬੇਸਿਕਲੀ ਐਕਟ ਇਸੇ ਲਈ ਨੇ ਕਿ ਜਿਹੜਾ ਵੀ ਕੰਮ ਚੱਲ ਰਿਹਾ ਗਵਰਨੈਂਸ ਦਾ, ਕੋਈ ਵੀ ਸਰਕਾਰੀ ਕੰਮ ਹੈ, ਉੱਥੇ ਟਰਾਂਸਪੇਰੈਂਸੀ ਰਵੇ, ਕੋਈ ਬੰਦਾ ਜਵਾਬਦੇਹੀ ਹੋਵੇ, ਆਪਣੀ ਗੱਲ ਸੁਣੀ ਜਾਵੇ ਤੇ ਸਹੀ ਤਰੀਕੇ ਦੇ ਨਾਲ ਸਾਰੇ ਸਰਕਾਰੀ ਕੰਮ ਹੁੰਦੇ ਰਹਿਣ। ਸੋ ਪਹਿਲਾ ਇਹ 'ਚ ਐਕਟ ਆਉਂਦਾ ਪੰਜਾਬ ਟਰਾਂਸਪੇਰੈਂਸੀ ਅਕਾਊਂਟੇਬਿਲਿਟੀ ਇਨ ਡਿਲੀਵਰੀ ਆਫ ਪਬਲਿਕ ਸਰਵਿਸ ਇਨਕਲੂਡਿੰਗ ਈ ਸਰਵਿਸ ਡਿਲੀਵਰੀ, ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਊਰਮੈਂਟ ਐਕਟ 2019। ਸੋ ਇਹ ਦੋਨੋਂ ਐਕਟ ਦੇ ਆਪਾਂ ਨੇ ਨਾਮ ਯਾਦ ਰੱਖਣੇ ਨੇ। ਤੇ ਲਾਸਟ ਵਿੱਚ ਹੁਣ ਆਪਾਂ ਆਪਣਾ ਅੱਜ ਦਾ ਇਕਨੋਮਿਕ ਸਰਵੇ ਦਾ ਟੌਪਿਕ ਐਂਡ ਕਰਾਂਗੇ ਵਿਮਨ ਦੀ ਰਿਜ਼ਰਵੇਸ਼ਨ ਦੇਖ ਕੇ। ਸੋ ਆਲਰੇਡੀ ਮੈਂ ਤੁਹਾਨੂੰ ਇਹ ਅਰਬਨ ਡਿਵੈਲਪਮੈਂਟ ਦੇ ਅੰਦਰ ਦੱਸਿਆ ਹੈ। ਸੋ ਗਵਰਨੈਂਸ ਦੇ ਅੰਦਰ ਵੀ ਇਹ ਚੀਜ਼ ਨਿਕਲ ਕੇ ਆਉਂਦੀ ਹੈ ਕਿ ਵਿਮਨ ਦੀ ਰਿਜ਼ਰਵੇਸ਼ਨ ਅਰਬਨ ਲੋਕਲ ਬਾਡੀਜ਼ ਦੇ ਵਿੱਚ, ਜਿਵੇਂ MC ਵਗੈਰਾ ਦੇ ਜਿਹੜੇ ਇਲੈਕਸ਼ਨਸ ਹੁੰਦੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਉਹਦੇ ਵਿੱਚ ਪਹਿਲਾਂ 33% ਰਿਜ਼ਰਵੇਸ਼ਨ ਸੀ ਔਰਤਾਂ ਦੀ, ਹੁਣ ਉਹਨੂੰ ਵਧਾ ਕੇ 50% ਕਰਤਾ ਹੈ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਪਹਿਲਾਂ ਕਿੰਨੀ ਸੀ, ਹੁਣ ਕਿੰਨੀ ਹੈ। ਸੋ ਆਈ ਹੋਪ ਤੁਹਾਨੂੰ ਇਹ ਪੂਰਾ ਲੈਕਚਰ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ। ਇਹਦੇ ਵਿੱਚੋਂ ਆਪਾਂ ਨੇ ਜੋ ਵੀ ਮੇਨ ਡੇਟਾ ਹੈ, ਸਕੀਮਸ ਹੈ, ਸੈਂਟਰਸ ਹੈ, ਉਹ ਆਪਾਂ ਨੇ ਸਾਰੇ ਪ੍ਰਿਪੇਅਰ ਕਰ ਲਏ। ਸੋ ਤੁਸੀਂ ਬਜਟ ਦੀ ਵੀਡੀਓ ਦੇਖੋ, ਇਕਨੋਮਿਕ ਸਰਵੇ ਦੀ ਦੇਖੋ, ਤੁਹਾਡਾ ਇੱਕ ਮੇਜਰ ਪੋਰਸ਼ਨ ਤਿਆਰ ਹੋ ਜਾਊਗਾ ਕਿਸੇ ਵੀ ਆਉਣ ਵਾਲੇ ਐਗਜ਼ਾਮ ਦੇ ਲਈ। So keep supporting my channel Victor's Knowledge. Like, share, support and comment your queries below. Thank you and good luck.